देखो जी, मैनूं ये लगदा भी ये 26 जनवरी ਦੀਆਂ ਘਟਨਾਵਾਂ 84 ਨਵੰਬਰ ਵਾਲੀਆਂ ਘਟਨਾਵਾਂ ਨਾਲ ਨਹੀਂ ਮੇਲ ਖਾਂਦੀਆਂ ਸੀ। ਭਾਜਪਾ ਦੀ ਕੋਈ ਇਹੀ ਜਿਹੀ ਵਿਉਂਤਬੰਦੀ ਨਹੀਂ ਬਣੀ ਹੋਈ ਸੀ ਪਹਿਲਾਂ ਵੀ ਉਹਨੇ ਇੰਦਰਾ ਗਾਂਧੀ ਵਾਂਗੂ ਸਿੱਖਾਂ ਨੂੰ ਸਬਕ ਸਿਖਾਉਣਾ, ਪਰ ਇਹ ਵਿਉਂਤਬੰਦੀ ਉਹਨੇ ਬਣਾਈ ਹੋਈ ਸੀ ਵੀ ਸਿੱਖ ਪੱਤਾ ਖੇਡ ਕੇ ਇਹਨੂੰ ਖੰਡਾਉਣਾ। ਮੋਰਚੇ ਦੇ ਵਿੱਚ ਦੀਪ ਸਿੱਧੂ ਸ਼ੰਭੂ ਮੋਰਚੇ ਤੋਂ ਲੈ ਕੇ ਲਾਲ ਕਿਲੇ ਤੱਕ ਮੋਰਚੇ ਦਾ ਖਲਨਾਇਕ ਹੋ ਕੇ ਨਿਬੜਿਆ। ਕੋਈ ਗਦਾਰ ਆ ਜੀ, ਕੋਈ ਵਿਕ ਗਿਆ ਜੀ, ਮੈਂ ਇਹਨਾਂ ਗੱਲਾਂ 'ਚ ਯਕੀਨ ਹੀ ਨਹੀਂ ਰੱਖਦਾ। ਜਿਹੜੀ ਉਹਦੀ ਪੋਲੀਟਿਕਸ ਆ, ਜਿਹੜੇ ਵਿਚਾਰ ਨੇ, ਉਹਨੇ ਕਿਵੇਂ ਨੁਕਸਾਨ ਪਹੁੰਚਾਇਆ, ਇਹ ਤੇ ਚਰਚਾ ਹੋਣੀ ਚਾਹੀਦੀ ਹੈ। ਪਰ ਆਮ ਤੌਰ ਤੇ ਇਹ ਮੰਨਿਆ ਜਾਂਦਾ ਕਿ ਜਿਹੜਾ ਸੱਚਾ ਬੰਦਾ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਹੈ। ਇੱਥੇ ਜਿਹਨੂੰ ਤੁਸੀਂ ਖਲਨਾਇਕ ਦੱਸ ਰਹੇ ਹੋ ਉਹ ਜੇਲ੍ਹ ਦੇ ਵਿੱਚ ਹੈਗਾ, ਇਹ ਵੱਡਾ ਕੀ ਕਾਰਨ ਹੋ ਸਕਦਾ? ਫਿਰ ਉਹ ਤਾਂ ਬਾਹਰ ਹੋਣਾ ਚਾਹੀਦਾ ਸੀਗਾ। ਤੁਸੀਂ ਨਿਸ਼ਾਨਾ ਲਾਉਂਦੇ ਹੋ ਦੀਪ ਸਿੱਧੂ ਤੇ ਜਾਂ ਲੱਖੇ ਤੇ, ਤੁਸੀਂ ਉਹਨੂੰ ਪੇਸ਼ ਐ ਕਰਦੇ ਹੋ ਸਾਰੀ ਪੰਜਾਬ ਦੀ ਜਵਾਨੀ ਨੂੰ ਗਦਾਰ ਕਹਿਤਾ ਜੀ। ਪੰਜਾਬ ਦੀ ਜਵਾਨੀ ਨਾ ਕੋਈ ਜਵਾਨੀ ਦੀ ਜਥੇਬੰਦੀ, ਨਾ ਕੋਈ ਜਵਾਨੀ ਦੀ ਅੱਡ ਧਿਰ, ਉਹੀ ਜਵਾਨ ਪੁੱਤ ਕਿਸਾਨਾਂ ਦੇ ਨੇ, ਉਹੀ ਜਵਾਨੀ ਜੀ ਜਿਹਨੇ ਸ਼ੰਭੂ ਮੋਰਚੇ ਤੇ ਕੀਤਾ। ਕਿਹਦੇ ਕਹੇ ਤੇ ਕੀਤਾ ਜੀ? ਮੈਂ ਕਹਿੰਦਾ ਨੌਜਵਾਨਾਂ ਨੇ ਬਹਾਦਰੀ ਦਿਖਾਈ, ਨਾਕੇ ਤੋੜੇ, ਉਹਨਾਂ ਦੀ ਸਾਰੇ ਪ੍ਰਸ਼ੰਸਾ ਕਰਦੇ ਨੇ ਜੀ। ਇਹਨਾਂ ਨੇ ਜਿਹੜੀ ਬਹਾਦਰੀ ਦਿਖਾਈ, ਮੋਰਚੇ ਦੀ ਸਟੇਜ ਤੇ ਕਬਜ਼ਾ ਕੀਤਾ, ਉਹਨਾਂ ਦਾ ਫੈਸਲਾ ਲੱਦਿਆ। ਇੱਕ ਹੋਰ ਧਿਰ ਜਿਹਦੀ ਅਗਵਾਈ ਸੁਖਪ੍ਰੀਤ ਸਿੰਘ ਉਦੋਂ ਕੋਈ ਕਰ ਰਿਹਾ ਸੀ, ਜੰਡਿਆਲੇ ਗੁਰੂ ਤੋਂ ਲੈ ਕੇ, ਜਿਹੜਾ ਬਾਅਦ ਚ ਮੋਰਚੇ 'ਚ ਗਏ, ਸਟੇਜ ਉਹਨਾਂ ਦੀ ਮੂਹਰੋਂ ਦੀ ਲਿਜਾ ਕੇ ਦਿੱਲੀ ਲਵਾਈ। ਜਿਹੜਾ ਨਹੀਂ ਕਰਨਾ ਚਾਹੁੰਦੇ ਸੀ, ਇਹ ਠੀਕ ਆ, ਕਿਸਾਨ ਆਗੂ ਪਹਿਲਾਂ ਕਹਿੰਦੇ ਰਹੇ ਨੇ, ਪਰ 2 ਦਿਨ ਪਹਿਲਾਂ ਉਹ ਵੀ ਕਹਿੰਦੇ ਰਹੇ ਨੇ ਅਸੀਂ ਕੋਈ ਲਾਲ ਕਿਲੇ ਤੇ ਝੰਡਾ ਨਹੀਂ ਚਲਾਉਣਾ, ਅਸੀਂ ਦਿੱਲੀ ਤੇ ਕਬਜ਼ਾ ਨਹੀਂ ਕਰਨਾ। ਰਾਜੇਵਾਲੇ ਦਾ ਭਾਸ਼ਣ ਸੁਣੋ, ਝੰਡਾ ਚਾੜ੍ਹ ਤਾਂ ਦਿੱਤਾ, ਉਹਦੀ ਰਾਖੀ ਕੌਣ ਕਰੂ ਜੀ? ਫਿਰ ਮੋਰਚੇ 'ਚੋਂ ਭੱਜੇ, ਫਿਰ ਮੋਰਚੇ 'ਚੋਂ ਭੱਜ ਕੇ ਆ ਕੇ ਤੁਸੀਂ ਲੋਕਾਂ ਨੂੰ ਮਿਹਣੇ ਦਿੱਤੇ। ਉਹ ਮੈਨੂੰ ਕੋਈ ਨਹੀਂ ਸਾਂਭ ਰਿਹਾ, ਮੈਂ ਇੱਕ ਬਿਹਾਰੀਆਂ ਦੀ ਕੁੱਲੀ ਦੇ ਵਿੱਚ ਬੈਠਾ, ਇਹ ਭੈਣ ਨੇ ਮੇਰੀ ਰੱਖੜੀ ਬੈਠੀ, ਪੰਜਾਬੀਆਂ ਨੂੰ ਮਿਹਣੇ ਦਿੱਤੇ। ਇਹ ਮੰਨਿਆ ਜਾ ਰਿਹਾ ਕਿ 5 ਉਂਗਲਾਂ ਘਿਓ ਦੇ ਵਿੱਚ ਹੈਗੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਾਲੇ ਵੀ। ਜੀ, ਇਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਘਿਓ ਆ ਜਿਹੜਾ ਉਬਲ ਰਿਹਾ, ਇਹ ਆਮ ਘਿਓ ਨਹੀਂ ਵੀ ਉਂਗਲੀ ਪਾ ਕੇ ਤੁਸੀਂ ਕੱਢ ਲਓ। ਕੈਪਟਨ ਦੇ ਚਿਹਰੇ ਨੂੰ ਵੋਟਾਂ ਬਿਲਕੁਲ ਨਹੀਂ ਪੈਣਗੀਆਂ, ਸਿੱਧੂ ਦੇ ਚਿਹਰੇ ਕਿੰਨੀਆਂ ਪੈਂਦੀਆਂ ਇਹ ਅਗਲੀ ਗੱਲ ਆ। ਜੇ ਹੁਣ ਤੁਸੀਂ ਸਟੇਟਮੈਂਟ ਮੇਰੇ ਤੋਂ ਲੈਣੀ ਆ, ਜੋ ਅੱਜ ਦੀ ਹਾਲਤ ਆ, ਜੇ ਕਾਂਗਰਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਜਾਵੇ, ਫ੍ਰੀ ਹੈਂਡ ਦੇ ਦਿੱਤਾ ਜਾਵੇ, ਐਤਕੀ ਕਾਂਗਰਸ ਨਾਲੋਂ ਵੱਧ ਸੀਟਾਂ ਲੈ। ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ 'ਚ ਕੋਈ ਫਰਕ ਨਹੀਂ ਰਿਹਾ। ਜਿਹੜੇ ਪਹਿਲਾਂ ਕਹਿੰਦੇ ਸੀ ਕਾਰਗੁਜ਼ਾਰੀ ਦੇ ਆਧਾਰ ਤੇ ਮੰਗਾਂਗੇ, ਜਿਹੜੇ ਕਹਿੰਦੇ ਸੀ ਨੀਤੀਆਂ ਪਾਲਸੀਆਂ, ਅਸੀਂ ਸਿਆਸਤ ਨਹੀਂ ਕਰਨਾ, ਅਸੀਂ ਸਿਆਸਤ ਬਦਲਣਾ ਆ। ਇਹਦਾ ਮਤਲਬ ਸਿਆਸਤ ਬਦਲਣ ਦਾ ਏਜੰਡਾ ਉਹਨਾਂ ਨੇ ਛੱਡਤਾ। ਕਿਸਾਨ ਜਥੇਬੰਦੀਆਂ ਦੀ ਇਹ ਹਾਲਤ ਹੈ ਕਿ ਉਹ ਪੰਜਾਬ ਦੀ ਸਿਆਸਤ ਨੂੰ, ਚੋਣ ਸਿਆਸਤ ਨੂੰ ਮੁੱਦਿਆਂ ਤੇ ਫੋਕਸ ਕਰਨ ਲਈ ਇੱਕ ਸਾਂਝਾ ਪ੍ਰੋਗਰਾਮ ਬਣਾ ਲੈਣ। ਮੈਂ ਕਹਿੰਦਾ ਅੱਜ ਮੋਰਚੇ ਨੂੰ ਬਾਹਰੋਂ ਕੋਈ ਖਤਰਾ ਨਹੀਂ, ਪਰ ਅੰਦਰ ਸਮੱਸਿਆ ਹੈਗੀ ਆ। ਇਹ ਨਾ ਜੀ, ਜਿਹੜੀਆਂ ਗੁਰਦੁਆਰਾ ਚੋਣਾਂ ਨੇ, ਅਸੀਂ ਆਪਦੀ ਦਾੜੀ ਸੈਂਟਰ ਦੇ ਹੱਥ 'ਚ ਆਪ ਫੜਾਈ ਹੋਈ ਆ। ਪੰਜਾਬ ਕੋਲੇ 2 ਹੀ ਸੀਟਾਂ ਨੇ ਨਾ ਜੀ, ਇੱਕ ਹਿਮਾਚਲ ਦੀ ਸੀਟ ਆ, ਇੱਕ ਚੰਡੀਗੜ੍ਹ ਦੀ। ਪੰਜਾਬ ਆਪ ਦਾ ਨਵਾਂ ਕਾਨੂੰਨ ਬਣਾ ਸਕਦਾ ਇਸ ਜੀਪੀਸੀ ਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨ ਅੰਦੋਲਨ ਜਾਰੀ ਹੈ। ਪੰਜਾਬ ਦੇ ਵਿੱਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ। ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਜ਼ੁਬਾਨ ਦੇ ਉੱਤੇ ਨਾਮ ਹੈ ਕਿਸਾਨਾਂ ਦਾ। ਪਿਛਲੇ ਸਮੇਂ ਦੌਰਾਨ ਵੱਖ-ਵੱਖ ਰੈਲੀਆਂ ਦੇਖਣ ਨੂੰ ਮਿਲੀਆਂ, ਅਕਾਲੀਆਂ ਦੀਆਂ, ਕਾਂਗਰਸੀਆਂ ਦੀਆਂ। ਚੰਡੀਗੜ੍ਹ ਦੇ ਵਿੱਚ ਤਾਂ ਬੀਜੇਪੀ ਵਾਲੇ ਵੀ ਨਜ਼ਰ ਆਏ। ਤੇ ਹੁਣ ਬੀਤੇ ਦਿਨੀ ਆਮ ਆਦਮੀ ਪਾਰਟੀ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਗੇ ਦੇ ਵਿੱਚ ਆਏ ਤੇ ਵੱਡੇ ਵਾਅਦੇ ਕਰ ਗਏ। ਉਹਨਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਤੇ ਹੁਣ ਉਹਨਾਂ ਦੀ ਪਾਰਟੀ ਇਹ ਪੂਰੇ ਵਾਅਦੇ ਕਰਕੇ ਦਿਖਾਊਗੀ ਜੇ ਸਾਲ 2022 ਦੇ ਵਿੱਚ ਉਹਨਾਂ ਦੀ ਇੱਥੇ ਸਰਕਾਰ ਬਣਦੀ ਹੈ। ਸਵਾਲ ਵੱਡਾ ਇਹੀ ਖੜਾ ਹੋਇਆ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਕੀ ਕੋਈ ਨਵੀਂ ਸਿਆਸਤ ਉਭਰੇਗੀ, ਸਿਆਸੀ ਸਮੀਕਰਨ ਬਦਲਣਗੇ। ਦੀਪ ਸਿੱਧੂ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੀਪ ਸਿੱਧੂ ਜੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਕੀ ਉਹ ਸਿਆਸਤ ਦੇ ਵਿੱਚ ਪੈਰ ਧਰਨਗੇ? ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਜੇਲ੍ਹ ਦੇ ਵਿੱਚ ਜਾਂਦਾ ਹੈ ਅੰਦੋਲਨਾਂ ਦੇ ਵਿੱਚੋਂ ਤੇ ਉਹ ਹੀਰੋ ਬਣ ਕੇ ਬਾਹਰ ਆਉਂਦਾ ਹੈ। ਸਵਾਲ ਬਹੁਤ ਸਾਰੇ ਖੜੇ ਹੋਏ ਨੇ। ਲੱਖਾ ਸਦਾਣੇ ਬਾਰੇ ਵੀ ਗੱਲ ਕਰਾਂਗੇ ਤੇ ਜਿਹੜਾ ਇੱਟ ਖੜੱਕਾ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ, ਇਸ ਉੱਤੇ ਵੀ ਚਰਚਾ ਕਰਾਂਗੇ ਤੇ ਇਹ ਵੀ ਜਾਣਾਂਗੇ ਕਿ ਸਾਲ 2022 ਦੇ ਵਿੱਚ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਊਗੀ। ਸਿਆਸੀ ਮਾਮਲੇ ਦੇ ਮਾਹਰ ਮਾਲਵਿੰਦਰ ਸਿੰਘ ਮਾਲੀ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਮਾਲੀ ਸਾਹਿਬ, ਹਮਦਰਦ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਤੁਹਾਡਾ ਵੀ। ਮਾਲੀ ਸਾਹਿਬ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਤੁਸੀਂ, ਸਿਹਤ ਠੀਕ ਹੈ ਜੀ? ਬਿਲਕੁਲ ਚੜ੍ਹਦੀ ਕਲਾ ਜੀ, ਬਿਲਕੁਲ। ਮਾਲੀ ਸਾਹਿਬ, ਕਿਸਾਨ ਅੰਦੋਲਨ ਦੀ ਗੱਲ ਕਰੀਏ। ਪਹਿਲਾਂ ਚਰਚਾਵਾਂ ਸਨ ਕਿ ਕਿਸਾਨਾਂ ਨੂੰ ਅੱਜ ਉਠਾ ਦਿੱਤਾ ਜਾਊਗਾ, ਕੱਲ੍ਹ ਉਠਾ ਦਿੱਤਾ ਜਾਊਗਾ। ਜ਼ੋਰ ਵੀ ਲਾਇਆ, ਐਸੀ ਗੱਲ ਨਹੀਂ, ਕੇਂਦਰ ਸਰਕਾਰ ਨੇ, ਉੱਥੇ ਪੁਲਿਸ ਪ੍ਰਸ਼ਾਸਨ ਨੇ ਬਥੇਰਾ ਜ਼ੋਰ ਲਾਇਆ। ਅੱਜ ਕਿਸਾਨ ਅੰਦੋਲਨ ਕਿੱਥੇ ਖੜਾ, ਕੀ ਲੱਗਦਾ ਤੁਹਾਨੂੰ? ਦੇਖੋ, ਕਿਸਾਨ ਅੰਦੋਲਨ ਨੂੰ ਝਟਕੇ ਵੀ ਬਹੁਤ ਲੱਗੇ ਨੇ, ਪਰ ਕਿਸਾਨ ਅੰਦੋਲਨ ਹਰ ਇੱਕ ਝਟਕੇ ਤੋਂ ਸੰਭਲਿਆ, ਸਥਿਰ ਹੋਇਆ, ਗੰਭੀਰ ਹੋਇਆ ਤੇ ਵਿਸ਼ਾਲ ਹੋਇਆ। ਆਪਾਂ ਸਾਰੀਆਂ ਸ਼ੁਰੂ ਤੋਂ ਨਹੀਂ ਗਿਣਦੇ ਵੀ ਪਹਿਲਾਂ ਪੰਜਾਬ ਦਾ ਅੰਦੋਲਨ ਆ ਜੀ, ਇਹ ਖਾਲਿਸਤਾਨੀਆਂ ਦਾ ਅੰਦੋਲਨ ਆ ਜੀ, ਇਹ ਮਤਲਬ ਜਿੰਨੇ ਵੀ ਉਹਨਾਂ ਨੇ ਖੇਡ ਚਲਾਈ। ਤੇ ਸਭ ਤੋਂ ਵੱਡਾ ਹਮਲਾ ਸੀ 26 ਜਨਵਰੀ ਤੋਂ
ਅੰਦੋਲਨ ਤੇ, ਜੋ ਲਾਲ ਕਿਲੇ ਦੀਆਂ ਘਟਨਾਵਾਂ ਵਾਪਰੀਆਂ ਨੇ। ਤੇ ਉਹ ਹਮਲੇ ਨੂੰ ਵੀ ਇਹ ਚੱਲ ਇਸੇ ਕਰਕੇ ਗਿਆ ਕਿਉਂਕਿ ਅੰਦੋਲਨ ਦਾ ਜਿਹੜਾ ਆਧਾਰ ਸੀ, ਨਾ ਉਹ ਪੰਜਾਬ ਸੀ ਨਾ ਸਿੱਖ ਸੀ, ਕਿਸਾਨੀ ਆਧਾਰ ਸੀ। ਉਦੋਂ ਪਹਿਲਾਂ ਇਹਨਾਂ ਨਾਲ ਹਰਿਆਣਾ, ਯੂਪੀ ਆ ਜੁੜਿਆ ਸੀ, ਰਾਜਸਥਾਨ ਆ ਜੁੜਿਆ ਸੀ। ਸੋ ਜਿਹੜਾ ਉਹ ਸਿੱਖ ਪੱਤਾ ਖੇਡਿਆ ਸੀ। ਦੇਖੋ ਜੀ, ਮੈਨੂੰ ਇਹ ਲੱਗਦਾ ਵੀ ਇਹ 26 ਜਨਵਰੀ ਦੀਆਂ ਘਟਨਾਵਾਂ 84 ਨਵੰਬਰ ਵਾਲੀਆਂ ਘਟਨਾਵਾਂ ਨਾਲ ਨਹੀਂ ਮੇਲ ਖਾਂਦੀਆਂ ਸੀ। ਭਾਜਪਾ ਦੀ ਕੋਈ ਇਹੋ ਜਿਹੀ ਵਿਉਂਤਬੰਦੀ ਨਹੀਂ ਬਣੀ ਹੋਈ ਸੀ ਪਹਿਲਾਂ ਵੀ ਉਹਨੇ ਇੰਦਰਾ ਗਾਂਧੀ ਵਾਂਗੂ ਸਿੱਖਾਂ ਨੂੰ ਸਬਕ ਸਿਖਾਉਣਾ, ਪਰ ਇਹ ਵਿਉਂਤਬੰਦੀ ਉਹਨੇ ਬਣਾਈ ਹੋਈ ਸੀ ਵੀ ਸਿੱਖ ਪੱਤਾ ਖੇਡ ਕੇ ਇਹਨੂੰ ਖੰਡਾਉਣਾ। ਜਾਂ ਤਾਂ ਪਹਿਲਾਂ ਲੋਕ ਇਹਦੇ ਨਾਲੋਂ ਟੁੱਟਣ, ਫਿਰ ਕਾਮਰੇਡ ਤੇ ਸਿੱਖ ਮੁੱਦਾ ਬਣਾ ਕੇ ਇਹ 'ਚ ਦਫਾੜ ਪਾਈ ਜਾਵੇ, ਫਿਰ ਉਹ ਆਖਰੀ ਸੀ ਵੀ ਆਹ ਦੇਖੋ ਜੀ ਲਾਲ ਕਿਲੇ ਤੇ ਇਹਨਾਂ ਨੇ ਉਹੀ ਕਰਤਾ। ਉਹ ਜਿੰਨੀ ਕੁ ਉਹਨਾਂ ਨੇ ਚਾਲ ਚੱਲੀ, ਅਸਰ ਬਹੁਤ ਵੱਡਾ ਹੋਇਆ। ਮੋਰਚਾ ਹਿੱਲ ਗਿਆ ਕਿਰਨ, ਜਿਹਨੂੰ ਆਪਾਂ ਕਹਿ ਦਈਏ, ਲੋਕਾਂ ਦਾ ਰੌਂ ਬਦਲ ਗਿਆ ਇੱਕ ਵਾਰ। ਪਰ ਇਹ ਤਾਂ ਕਈ ਵਾਰ ਨਾ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਕਿਸੇ ਹੋਰ ਪ੍ਰਸੰਗ 'ਚ ਕੰਮ ਬਹੁਤ ਆ ਜਾਂਦੀਆਂ ਨੇ। ਦੀਪ ਸਿੱਧੂ ਦੀਆਂ ਜਿਹੜੀਆਂ ਮੋਦੀ ਸਾਹਿਬ ਨਾਲ ਤੇ ਅਮਿਤ ਸ਼ਾਹ ਨਾਲ ਫੋਟੋਆਂ ਸੀ, ਜਦੋਂ ਮੀਡੀਆ 'ਚੋਂ ਲੀਕ ਹੋ ਗਈਆਂ, ਕਿਉਂਕਿ ਲੋਕਾਂ ਦਾ ਅਸਲ 'ਚ ਪਹਿਲੇ ਸਮੇਂ ਦੌਰਾਨ ਸਿੱਖਾਂ ਤੇ ਭਰੋਸਾ ਬਹੁਤ ਵੱਧ ਗਿਆ ਸੀ। ਲੋਕ ਇਹ ਸੋਚਣ ਲੱਗ ਗਏ ਸੀ ਵੀ ਯਾਰ ਆਹ ਸਿੱਖ, ਯਾਰ ਇੰਨੀ ਸੇਵਾ, ਯਾਰ ਇੰਨੀ ਦ੍ਰਿੜਤਾ। ਉਹਨੂੰ ਝਟਕਾ ਲੱਗਿਆ ਸੀ ਮਾੜਾ ਜਿਹਾ, ਐਂ ਕੰਬੇ ਸੀ, ਉਹ ਹਿੱਲੇ ਸੀ, ਪਰ ਨਾਲ ਦੀ ਨਾਲ ਉਹ ਸੰਭਲ ਗਏ। ਮੋਰਚਾ ਸੰਭਲ ਗਿਆ। ਫੇਰ ਕਦੇ ਕਲਾ ਵਰਤ ਗਈ, ਕਦੇ ਤਾਕਤ ਆਪਣੇ ਸੰਗਤ ਕੋਲੇ ਆ ਗਈ ਜੀ। ਆਖਰੀ ਹਮਲਾ ਇਹ ਸੀ ਵੀ ਨੌਜਵਾਨਾਂ ਦੀ ਹੇਠੀ ਕੀਤੀ ਆ ਜੀ ਲੀਡਰਸ਼ਿਪ ਨੇ। ਜੇ ਤੁਸੀਂ ਮੋਰਚੇ ਦੇ ਵਿੱਚ ਦੀਪ ਸਿੱਧੂ ਸ਼ੰਭੂ ਮੋਰਚੇ ਤੋਂ ਲੈ ਕੇ ਲਾਲ ਕਿਲੇ ਤੱਕ ਮੋਰਚੇ ਦਾ ਖਲਨਾਇਕ ਹੋ ਕੇ ਨਿਬੜਿਆ। ਕੋਈ ਗਦਾਰ ਆ ਜੀ, ਕੋਈ ਵਿਕ ਗਿਆ ਜੀ, ਮੈਂ ਇਹਨਾਂ ਗੱਲਾਂ 'ਚ ਯਕੀਨ ਹੀ ਨਹੀਂ ਰੱਖਦਾ। ਜਿਹੜੀ ਉਹਦੀ ਪੋਲੀਟਿਕਸ ਆ, ਜਿਹੜੇ ਵਿਚਾਰ ਨੇ, ਉਹਨੇ ਕਿਵੇਂ ਨੁਕਸਾਨ ਪਹੁੰਚਾਇਆ, ਇਹ ਤੇ ਚਰਚਾ ਹੋਣੀ ਚਾਹੀਦੀ ਹੈ। ਮਤਲਬ ਜਿਵੇਂ ਆਪਾਂ ਪੰਨੂ ਤੇ ਭਨੇਰ ਨੇ ਜੀ, ਉਹ ਵਿਕ ਗਏ, ਹੁਣ ਇਹ ਕੋਈ ਗੱਲ ਨਹੀਂ ਹੈ। ਤੁਸੀਂ ਕਹੋ ਵੀ ਜੰਡਿਆਲਾ ਗੁਰੂ ਤੋਂ ਲੈ ਕੇ ਮੋਰਚੇ ਨੂੰ ਕਿਵੇਂ ਢਾਹ ਲਾਉਂਦੇ ਆਏ ਨੇ, ਸਾਡਾ ਹਰ ਇੱਕ ਫੈਸਲਾ ਲੱਦਦੇ ਆਏ ਨੇ। ਇੱਥੇ ਵੀ ਆਖਰ 'ਚ ਆ ਕੇ ਫੈਸਲਾ ਲੱਦਿਆ ਤੇ ਉਹਦਾ ਸਿੱਟਾ ਕੀ ਨਿਕਲਿਆ? ਲੋਕ ਹੁਣ ਤੁਸੀਂ ਆਪ ਫੈਸਲਾ ਕਰ ਲਓ। ਇਸ ਪ੍ਰਸੰਗ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਉਹ ਮੋਰਚਾ ਨੌਜਵਾਨ ਵਾਲਾ ਜਿਹੜਾ ਖੜਾ ਕੀਤਾ ਜਾ ਰਿਹਾ ਸੀ, ਨਵਰੀਤ ਦੀ ਗੋਲੀ ਨਾਲ ਸ਼ਹੀਦੀ ਹੋਈ ਆ। ਮੰਨ ਲਓ ਗੋਲੀ ਨਾਲ ਨਾ ਵੀ ਸ਼ਹੀਦੀ ਹੋਈ ਹੁੰਦੀ, ਟਰੈਕਟ ਉਲਟ ਕੇ ਹੋਇਆ ਹੁੰਦਾ, ਫਿਰ ਵੀ ਉਹ ਮੋਰਚੇ ਦਾ ਸ਼ਹੀਦ ਸੀ। ਕਿਉਂਕਿ ਜਿੰਨੇ ਮੋਰਚੇ ਦੇ ਵਿੱਚ ਜਿਨ੍ਹਾਂ ਦੀ ਜਾਨ ਕੁਰਬਾਨ ਹੋਈ ਆ, ਕਿਸੇ ਸਭ ਮੋਰਚੇ ਦੇ ਸ਼ਹੀਦ ਨੇ। ਪਰ ਕਿਉਂਕਿ ਪੁਲਿਸ ਗੋਲੀ ਨਾਲ ਸ਼ਹੀਦ ਹੋਇਆ, ਥੋੜਾ ਜਿਹਾ ਚਿਰ ਕਨਫਿਊਜ਼ਨ ਰਿਹਾ ਵੀ ਟਰੈਕਟ ਉਲਟ ਕੇ ਉਹਦੀ ਡੈਥ ਹੋਈ ਆ ਜਾਂ ਗੋਲੀ ਨਾਲ। ਜਦੋਂ ਕਲੀਅਰ ਹੋ ਗਿਆ ਤੇ ਉਹਨਾਂ ਨੇ ਉਹਨੂੰ ਉਸ ਪੱਖੋਂ ਵੀ ਸ਼ਹੀਦ ਐਲਾਨਤਾ ਵੀ ਪੁਲਿਸ ਦੀ ਗੋਲੀ ਦੇ ਨਾਲ ਇਹ ਸਾਡਾ ਪਹਿਲਾ ਸ਼ਹੀਦ ਆ, ਬਾਕੀ ਸਾਡੇ ਸੈਂਕੜੇ ਸ਼ਹੀਦਾਂ ਦੇ ਨਾਲ ਇਹ ਸ਼ਹੀਦ ਆ। ਇਹ ਗੱਲ ਨੂੰ ਵਰਤ ਕੇ ਫਿਰ ਜਿਵੇਂ ਪੱਤਾ ਖੇਡਿਆ ਗਿਆ, ਤੁਸੀਂ ਨਿਸ਼ਾਨਾ ਲਾਉਂਦੇ ਹੋ ਦੀਪ ਸਿੱਧੂ ਤੇ ਜਾਂ ਲੱਖੇ ਤੇ, ਤੁਸੀਂ ਉਹਨੂੰ ਪੇਸ਼ ਐ ਕਰਦੇ ਹੋ ਸਾਰੀ ਪੰਜਾਬ ਦੀ ਜਵਾਨੀ ਨੂੰ ਗਦਾਰ ਕਹਿਤਾ ਜੀ। ਪੰਜਾਬ ਦੀ ਜਵਾਨੀ, ਨਾ ਕੋਈ ਜਵਾਨੀ ਦੀ ਜਥੇਬੰਦੀ, ਨਾ ਕੋਈ ਜਵਾਨੀ ਦੀ ਅੱਡ ਧਿਰ। ਉਹੀ ਜਵਾਨ ਪੁੱਤ ਕਿਸਾਨਾਂ ਦੇ ਨੇ, ਉਹੀ ਜਵਾਨੀ ਜੀ ਜਿਹਨੇ ਸ਼ੰਭੂ ਮੋਰਚੇ ਤੇ ਕੀਤਾ। ਕਿਹਦੇ ਕਹੇ ਤੇ ਕੀਤਾ ਜੀ? ਉਸੇ ਕਿਸਾਨ ਲੀਡਰਸ਼ਿਪ ਦੇ ਕਹੇ ਤੇ ਗਏ। ਕਿਸੇ ਵਿਦਿਆਰਥੀ ਜਾਂ ਹੋਰ ਜਥੇਬੰਦੀ ਦਾ ਸੱਦਾ ਨਹੀਂ ਸੀ। ਉਹ ਨਾ ਕਿਸਾਨਾਂ ਦੇ ਪੁੱਤ ਨੇ, ਬਾਪ ਉੱਥੇ ਬੈਠਾ, ਪੁੱਤ ਮੋਰਚੇ 'ਚ ਬੈਠਾ, ਪੁੱਤ ਘਰੇ ਆਇਆ ਹੋਇਆ, ਬਾਪ ਮੋਰਚੇ 'ਚ ਬੈਠਾ, ਮਾਂ ਮੋਰਚੇ 'ਚ ਬੈਠੀ ਆ। ਮਤਲਬ ਭੈਣ ਭਰਾ ਘਰੇ ਨੇ, ਭੈਣ ਮੋਰਚੇ, ਮਤਲਬ ਇਹਦੇ ਵਿੱਚ ਕੋਈ ਧਿਰੇ ਨਹੀਂ ਸੀ। ਮਾਨ ਸਾਹਿਬ, ਇੱਕ ਸਵਾਲ ਇੱਥੇ ਇਹ ਵੀ ਖੜਾ ਹੁੰਦਾ, ਤੁਸੀਂ ਗੱਲ ਆਖੀ ਕਿ ਜਿਹੜਾ ਦੀਪ ਸਿੱਧੂ ਸੀਗਾ ਉਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇੱਕ ਤਰੀਕੇ ਨਾਲ ਖਲਨਾਇਕ ਹੋ ਕੇ ਨਿਕਲਿਆ ਇਸ ਅੰਦੋਲਨ ਦੇ ਵਿੱਚ, ਹੁਣ ਜੇਲ੍ਹ ਦੇ ਅੰਦਰ ਬੰਦ ਹੈਗਾ। ਪਰ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਕਿ ਜਿਹੜਾ ਸੱਚਾ ਬੰਦਾ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਹੈ। ਇੱਥੇ ਜਿਹਨੂੰ ਤੁਸੀਂ ਖਲਨਾਇਕ ਦੱਸ ਰਹੇ ਹੋ ਉਹ ਜੇਲ੍ਹ ਦੇ ਵਿੱਚ ਹੈਗਾ, ਇਹ ਵੱਡਾ ਕੀ ਕਾਰਨ ਹੋ ਸਕਦਾ? ਫਿਰ ਉਹ ਤਾਂ ਬਾਹਰ ਹੋਣਾ ਚਾਹੀਦਾ ਸੀਗਾ। ਦੇਖੋ, ਕੋਈ ਵੀ ਜਿਹੜੀ ਗੱਲ ਆ ਨਾ ਜੀ, ਜਿਹੜਾ ਅੰਦੋਲਨ ਆ, ਉਸ ਅੰਦੋਲਨ ਦੇ ਦੌਰਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਉਸ ਦਾ ਜੋ ਜ਼ਬਤਾ ਉਹਨੂੰ ਮੰਨਦਿਆਂ ਹੋਇਆਂ ਉਹਦੇ ਸੱਦੂ ਨੂੰ ਲਾਗੂ ਕਰਦੇ ਆ। ਕੋਈ ਗਲਤੀਆਂ ਹੋ ਜਾਣਗੀਆਂ, ਲੀਡਰਸ਼ਿਪ ਤੋਂ ਹੋਈਆਂ ਨੇ, ਉਹ ਹੋਰ ਗੱਲ ਹੁੰਦੀ ਆ। ਜਦੋਂ ਤੋਂ ਤੁਸੀਂ ਸ਼ੁਰੂ ਤੋਂ ਮੋਰਚੇ ਦੇ ਅੰਦਰ ਮੋਰਚਾ ਲਾਇਆ ਹੋਇਆ, ਸ਼ੁਰੂ ਤੋਂ ਤੁਸੀਂ ਲੀਡਰਸ਼ਿਪ ਨੂੰ ਭੰਨ ਰਹੇ ਹੋ, ਇਹ ਕਹਿ ਰਹੇ ਹੋ ਵੀ ਇਹ ਤਾਂ ਵਿਕ ਗਏ ਸੀ। ਜੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਪੰਜਾਬ 'ਚ ਨਾ ਜੰਮਦੇ, ਇਹਨਾਂ ਨੇ ਤਾਂ ਵਿਕ ਜਾਣਾ ਸੀ। ਉਹ ਇਹ ਪ੍ਰਵਚਨ ਉਹ ਧਿਰ ਸਿਰਜ ਰਹੀ ਆ ਜਿਹੜੀ ਨਾ ਮੋਰਚੇ ਦੇ ਨਾਲ ਆ, ਨਾ ਲੀਡਰਸ਼ਿਪ ਦੇ ਨਾਲ ਆ। ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜੀ, ਇਹ ਤਾਂ ਐਂ ਕਰਦੇ ਨੇ ਜੀ। ਫਿਰ ਇੱਕ ਰੂਟ ਬਦਲਿਆ, ਮਾਰਚ ਤਾਂ ਦਿੱਲੀ ਦੇ ਅੰਦਰ ਹੀ ਸੀ ਨਾ, ਰੂਟ ਬਦਲਿਆ। ਇਸ ਕਰਕੇ ਬਦਲਿਆ ਵੀ ਅਸੀਂ ਟਕਰਾਅ 'ਚ ਨਹੀਂ ਪੈਣਾ। ਮੋਰਚੇ ਦਾ ਮੂਲ ਸਿਧਾਂਤ ਇਹ ਆ, ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਕਰਨਾ, ਅਸੀਂ ਟਕਰਾਅ 'ਚ ਨਹੀਂ ਪੈਣਾ। ਫਿਰ ਇਹ ਦੋ ਧਿਰਾਂ ਉਹ ਟਕਰਾਅ ਵਾਲੇ ਪਾਸੇ ਵਧਣ ਲੱਗ ਗਈਆਂ। ਇੱਕ ਵਿਦਿਆਰਥੀ ਜਥੇਬੰਦੀ SFS, ਉਹਨਾਂ ਨੂੰ ਪਤਾ ਨਹੀਂ ਕਿੱਥੋਂ ਐ ਪਤਾ ਲੱਗਣ ਲੱਗ ਗਿਆ ਵੀ ਅੰਦੋਲਨ ਦੀ ਅਗਵਾਈ ਉਹ ਅਸੀਂ ਕਰ ਸਕਦੇ ਹਾਂ। ਉਹ ਕਹਿਣ ਲੱਗੇ ਸੰਗਤ ਲੋਕ ਆ ਜੀ
ਜੇ ਲੋਕ ਅੱਗੇ ਵਧਣਾ ਚਾਹੁੰਦੇ ਆ ਤਾਂ ਵਧਣ ਦੇਣਾ ਚਾਹੀਦਾ। ਸਟੇਟ ਦੀ ਹਿੰਸਾ ਹੋ ਜੇ, ਲੋਕ ਉਦੋਂ ਵੀ ਫਿਰ ਜੋਸ਼ ਨਾਲ ਉੱਠਣਗੇ। ਬਈ ਜੀ ਇਹ ਤਾਂ ਜੰਮੇ ਨਹੀਂ ਸੀ ਨਾ ਉਦੋਂ, ਜੇ ਅਸੀਂ 84 ਦੇਖਿਆ ਨਾ, ਉਦੋਂ ਬਾਅਦ ਅਸੀਂ ਦੇਖਿਆ ਵੀ ਹਿੰਸਾ ਕੀ ਹੁੰਦੀ ਆ ਤੇ ਉਹਦੇ ਅਸਰ ਕੀ ਹੁੰਦੇ ਨੇ। ਮਤਲਬ ਕਿੰਨੇ ਸਾਲਾਂ ਬਾਅਦ ਪੰਜਾਬ ਦੇ ਵਿੱਚ ਕੋਈ ਵਿਦਿਆਰਥੀ ਤੇ ਨੌਜਵਾਨ ਅੰਦੋਲਨ ਤਾਂ ਉੱਠੇ ਹੀ ਨਹੀਂ। ਜਿੰਨੇ ਮਾੜੇ ਮੋਟੇ ਅੰਦੋਲਨ ਨੇ, ਲੋਕਲ ਪੱਧਰ ਦੇ ਨੇ, ਸਟੇਟ ਪੱਧਰ ਦੇ ਨੇ, ਕਿਸਾਨ ਅੰਦੋਲਨ ਹੋਏ ਨੇ ਜਾਂ ਕੁਝ ਮੁਲਾਜ਼ਮਾਂ ਦੇ ਅੰਦੋਲਨ ਹੋਏ ਨੇ। ਸੋ ਇਸ ਕਰਕੇ ਉਹ ਜਿਹੜਾ ਪ੍ਰਵਚਨ ਸੀ ਨਾ ਜੀ, ਉਹਨੂੰ ਉਹ ਅੱਗੇ ਵਧਾ ਰਹੇ ਸੀ ਟਕਰਾਲੇ ਨੂੰ, ਜਿਹੜਾ ਬੁਨਿਆਦੀ ਤੌਰ ਤੇ ਮੋਰਚੇ ਦੀ ਸੇਧ ਦੇ ਉਲਟਾ। ਦੀਪ ਸਿੱਧੂ ਇਸ ਕਰਕੇ ਨਹੀਂ ਵੀ ਕੋਈ ਫੜਿਆ ਗਿਆ ਜਾਂ ਕੀ ਹੋ ਗਿਆ, ਜਾਂ ਬਹਾਦਰੀ ਜਾਂ ਦਲੇਰੀ। ਦਲੇਰੀ ਦਾ ਪ੍ਰਸੰਗ ਹੁੰਦਾ ਮੋਰਚੇ ਦੀ ਹਾਲਤ ਦੇ ਅਨੁਸਾਰ। ਮੈਂ ਕਹਿੰਦਾ ਨੌਜਵਾਨਾਂ ਨੇ ਬਹਾਦਰੀ ਦਿਖਾਈ, ਨਾਕੇ ਤੋੜੇ, ਉਹਨਾਂ ਦੀ ਸਾਰੇ ਪ੍ਰਸ਼ੰਸਾ ਕਰਦੇ ਨੇ ਜੀ। ਇਹਨਾਂ ਨੇ ਜਿਹੜੀ ਬਹਾਦਰੀ ਦਿਖਾਈ, ਮੋਰਚੇ ਦੀ ਸਟੇਜ ਤੇ ਕਬਜ਼ਾ ਕੀਤਾ, ਉਹਨਾਂ ਦਾ ਫੈਸਲਾ ਲੱਦਿਆ। ਇੱਕ ਹੋਰ ਧਿਰ ਜਿਹਦੀ ਅਗਵਾਈ ਸੁਖਪ੍ਰੀਤ ਸਿੰਘ ਉਦੋਂ ਕੋਈ ਕਰ ਰਿਹਾ ਸੀ, ਜੰਡਿਆਲੇ ਗੁਰੂ ਤੋਂ ਲੈ ਕੇ, ਜਿਹੜਾ ਬਾਅਦ ਚ ਮੋਰਚੇ ਚ ਗਏ, ਸਟੇਜ ਉਹਨਾਂ ਦੀ ਮੂਹਰੋਂ ਦੀ ਲਿਜਾ ਕੇ ਦਿੱਲੀ ਲਵਾਈ। ਉਹ ਧਿਰ ਦੇ ਸੱਦੇ ਨੂੰ ਇਹਨਾਂ ਨੇ ਕਿਹਾ ਸੀ ਉਹ ਸੱਦਾ ਦੇਵਾਂਗੇ। ਜਿਹੜਾ ਨਹੀਂ ਕਰਨਾ ਚਾਹੁੰਦੇ ਸੀ, ਇਹ ਠੀਕ ਆ, ਕਿਸਾਨ ਆਗੂ ਪਹਿਲਾਂ ਕਹਿੰਦੇ ਰਹੇ ਨੇ, ਪਰ 2 ਦਿਨ ਪਹਿਲਾਂ ਉਹ ਵੀ ਕਹਿੰਦੇ ਰਹੇ ਨੇ ਅਸੀਂ ਕੋਈ ਲਾਲ ਕਿਲੇ ਤੇ ਝੰਡਾ ਨਹੀਂ ਚਲਾਉਣਾ, ਅਸੀਂ ਦਿੱਲੀ ਤੇ ਕਬਜ਼ਾ ਨਹੀਂ ਕਰਨਾ। ਰਾਜੇਵਾਲੇ ਦਾ ਭਾਸ਼ਣ ਸੁਣੋ, ਉਹ ਕਹਿੰਦਾ ਜਿਹੜਾ ਤੁਸੀਂ ਟਰੈਕਟਰ ਮੋਡੀਫਾਈ ਕਰਾ ਰਹੇ ਹੋ, ਅਸੀਂ ਕੋਈ ਲੜਾਈ ਕਰਨੀ ਆ, ਕਿਰਪਾ ਕਰੋ 2-2 ਲੱਖ ਰੁਪਈਆ ਉੱਤੇ ਲਾ ਰਹੇ ਹੋ, ਕਰੇਨਾਂ ਲਾ ਰਹੇ ਹੋ, ਇਹੀ ਜੀ ਕੋਈ ਗੱਲ ਨਹੀਂ, ਪੁਰਅਮਨ ਤੇ ਸ਼ਾਂਤੀਪੂਰਵਕ ਹੋਣਾ, ਅਸੀਂ ਕੋਈ ਟਕਰਾਅ 'ਚ ਨਹੀਂ ਪੈਣਾ। ਉਹ ਸਾਰੀਆਂ ਗੱਲਾਂ ਭੁੱਲ ਕੇ ਵੀ ਫਲਾਣੇ ਲੀਡਰ ਨੇ ਭਾਸ਼ਣ ਦੌਰਾਨ ਕਿਹਾ ਸੀ ਅਸੀਂ ਮੋਦੀ ਦੀ ਹਿੱਕ ਤੇ ਚੜ੍ਹ ਕੇ ਨੱਚਾਂਗੇ ਜੀ। ਹੁਣ ਇਹ ਅਲੰਕਾਰ ਨੇ ਜੀ, ਇਹਨਾਂ ਨੇ ਨਾ ਅੰਦੋਲਨ ਕੀਤਾ, ਨਾ ਕਦੇ ਲਾਮਬੰਦੀ ਕੀਤੀ ਆ, ਨਾ ਇਹਨੂੰ ਪਤਾ ਵੀ ਜਦੋਂ ਤੁਸੀਂ ਲੋਕਾਂ ਨੂੰ ਉਭਾਰਨਾ ਹੁੰਦਾ, ਹੁਕੂਮਤ ਨੂੰ ਚੁਣੌਤੀ ਦੇਣੀ ਹੁੰਦੀ ਆ, ਉਦੋਂ ਕਹੇ ਜਿਹੇ ਸ਼ਬਦ ਵਰਤੇ ਜਾਂਦੇ ਨੇ। ਪਰ ਜਦੋਂ ਤੁਸੀਂ ਮੋਰਚੇ ਦਾ ਅਗਲਾ ਸੰਘਰਸ਼ ਦਾ ਰੂਪ ਤੈਅ ਕਰਨਾ ਹੁੰਦਾ, ਉਹ ਵੱਖਰੀ ਗੱਲ ਹੁੰਦੀ ਹੈ। ਤੇ ਜਦੋਂ 29 ਜਥੇਬੰਦੀਆਂ ਨੇ ਸਾਂਝਾ ਤੈਅ ਕੀਤਾ ਦਿੱਲੀ ਦੇ ਅੰਦਰ ਕਰਾਂਗੇ, ਪਰ ਅਸੀਂ ਰੂਟ ਬਦਲ ਲਿਆ। ਹੁਣ ਰੂਟ ਬਦਲ ਨੂੰ ਇਹ ਕਹਿੰਦੇ ਨੇ ਜੀ ਪੁਲਿਸ ਨਾਲ ਸਹਿਮਤੀ ਕਰ ਲਈ। ਤੁਹਾਨੂੰ ਸਹਿਮਤੀ ਕਰਨੀ ਹੋ ਪਈ ਜਦੋਂ ਵੀ ਤੁਸੀਂ ਕਰਦੇ ਹੋ। ਮਨ ਸਾਹਿਬ ਆਪਾਂ ਕਿਉਂਕਿ ਪਹਿਲਾਂ ਵੀ ਕਈ ਵਾਰੀ ਵਿਚਾਰੀ ਕਰਨਾ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਜਿਹੜਾ ਤੁਹਾਡਾ ਸਵਾਲ ਸੀ ਅੱਜ ਮੈਂ ਇਸ ਤੇ ਹੁਣ ਇੱਕ ਮਿੰਟ ਜੀ, ਜਿਹੜਾ ਤੁਹਾਡਾ ਸਵਾਲ ਸੀ, ਇਸ ਪੱਖੋਂ ਦੀਪ ਸਿੱਧੂ ਕਹਿਣ ਨੂੰ ਬਹਾਦਰੀ ਲੱਗਦੀ ਆ ਉਹ, ਪਰ ਉਹਨੇ ਦੇਖੋ ਉੱਥੇ ਕਿਹਾ ਜਾ ਕੇ ਅਸੀਂ ਬਾਬਾ ਬਘੇਲ ਸਿੰਘ ਦਾ ਇਤਿਹਾਸ ਦੁਹਰਾਤਾ, ਲਾਲ ਕਿਲੇ ਤੇ ਆ ਝੰਡਾ ਚਾੜਤਾ, ਉੱਥੇ ਕਿਹਾ ਨਾ ਜੀ। ਪਰ ਜਿਹੜੀਆਂ ਸਿੱਖ ਸੈਂਟੀਮੈਂਟ ਵਰਤ ਕੇ ਉਹਨਾਂ ਨੇ ਐਕਸ਼ਨ ਕੀਤਾ, ਉਦੋਂ ਬਾਅਦ ਉਹ ਸਾਰੇ ਸੈਂਟੀਮੈਂਟ ਦੇ ਉਲਟ ਕਾਰਵਾਈ ਕੀਤੀ। ਜਿਵੇਂ ਉੱਥੋਂ ਭੱਜੇ, ਝੰਡਾ ਚਾੜਤਾ ਦਿੱਤਾ, ਉਹਦੀ ਰਾਖੀ ਕੌਣ ਕਰੂ ਜੀ? ਫਿਰ ਮੋਰਚੇ ਚੋਂ ਭੱਜੇ, ਫਿਰ ਮੋਰਚੇ ਚੋਂ ਭੱਜ ਕੇ ਆ ਕੇ ਤੁਸੀਂ ਲੋਕਾਂ ਨੂੰ ਮਿਹਣੇ ਦਿੱਤੇ, ਉਹ ਮੈਨੂੰ ਕੋਈ ਨਹੀਂ ਸਾਂਭ ਰਿਹਾ, ਮੈਂ ਇੱਕ ਬਿਹਾਰੀਆਂ ਦੀ ਕੁੱਲੀ ਦੇ ਵਿੱਚ ਬੈਠਾ, ਇਹ ਭੈਣ ਨੇ ਮੇਰੀ ਰੱਖੜੀ ਬੈਠੀ, ਪੰਜਾਬੀਆਂ ਨੂੰ ਮਿਹਣੇ ਦਿੱਤੇ। ਫਿਰ ਗ੍ਰਿਫਤਾਰ ਹੋਇਆ, ਚਲੋ ਗ੍ਰਿਫਤਾਰ ਵੀ ਹੋ ਗਿਆ। ਫਿਰ ਸਾਰੇ ਬਿਆਨ ਇਹ ਦੇ ਰਿਹਾ ਮੈਂ ਤਾਂ ਲੋਕਾਂ ਨੂੰ ਕੰਟਰੋਲ ਕਰਨ ਲਈ ਗਿਆ ਸੀ, ਮੈਂ ਤਾਂ ਪੁਲਿਸ ਦੀ ਮਦਦ ਕਰ ਰਿਹਾ ਸੀ, ਉੱਥੇ ਮੇਰਾ ਤਾਂ ਪ੍ਰੋਗਰਾਮ ਨਹੀਂ ਸੀ ਕੋਈ ਝੰਡਾ ਚਾੜਨ ਦਾ, ਉਹ ਤਾਂ ਮੌਕੇ ਤੇ ਆ ਕੇ ਜਜ਼ਬਾਤੀ ਹੋ ਗਈਆਂ। ਇਹ ਗੱਲਾਂ ਕੋਈ ਬਹਾਦਰੀ ਨਹੀਂ ਦਿਖਾ ਰਹੀਆਂ, ਇਹ ਗੱਲਾਂ ਦਿਖਾ ਰਹੀਆਂ ਉਹਦੀ ਕਮਜ਼ੋਰੀ। ਜਿਹੜਾ ਕਹਿੰਦੇ ਥੋਥਾ ਚਣਾ ਬਾਜੇ ਘਣਾ। ਸੋ ਹੀਰੋ ਵਾਲੀ ਕੋਈ ਗੱਲ ਨਹੀਂ। ਦੇਖੋ ਕੇਸ ਆ ਹੋਰਾਂ ਤੇ ਵੀ ਪਏ ਨੇ, ਅੰਦੋਲਨਾਂ 'ਚ ਕੇਸ ਪੈਂਦੀ ਹੁੰਦੇ ਨੇ, ਐ ਨਹੀਂ ਵੀ ਜਿਨ੍ਹਾਂ ਤੇ ਕੇਸ ਪੈ ਗਏ ਉਹ ਤਾਂ ਬਹਾਦਰ ਹੋ ਗਏ, ਜਿਹੜੇ ਉੱਥੇ 3-3 ਮਹੀਨੇ ਦੇ ਲੜ ਰਹੇ ਨੇ। ਲੱਖਾ ਸਦਾਣਾ ਇਕੱਠ ਜ਼ਰੂਰ ਕਰ ਗਿਆ ਸੀ ਉੱਥੇ ਰੈਲੀ ਦੇ ਵਿੱਚ। ਆਪਾਂ ਗੱਲ ਕਰੀਏ, ਜਦੋਂ ਉਸਨੇ ਇੱਕ ਹੋਕਾ ਦਿੱਤਾ, ਉੱਥੇ ਵੱਡੀ ਗਿਣਤੀ ਨੌਜਵਾਨ ਵੀ ਇਕੱਠੇ ਹੋਏ ਨੇ, ਉੱਤੋਂ ਚੋਣਾਂ ਵੀ ਹੋਣ ਜਾ ਰਹੀਆਂ ਨੇ। ਦੀਪ ਸਿੱਧੂ ਉਹੀ ਸ਼ਖਸ ਹੈਗਾ ਜਿਸ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਕੀਤੀ, ਇੱਕ ਨਵੀਂ ਧਿਰ ਬਣਾਉਣ ਦੀ ਗੱਲ ਆਖੀ, ਨਵਾਂ ਮੋਰਚਾ ਬਣਾਉਣ ਦੀ ਗੱਲ ਆਖੀ ਸੀ। ਤੁਹਾਨੂੰ ਨਹੀਂ ਲੱਗਦਾ ਕਿ ਕੱਲ੍ਹ ਨੂੰ ਜਦੋਂ ਚੋਣਾਂ ਆਉਣਗੀਆਂ ਤੇ ਇਹ ਦੋ ਚਿਹਰੇ ਵੀ ਛਾਏ ਰਹਿਣਗੇ? ਪਹਿਲੀ ਗੱਲ ਤਾਂ ਦੀਪ ਸਿੱਧੂ ਤੇ ਲੱਖੇ ਨੂੰ ਇੱਕ ਕਰਕੇ ਦੇਖਣਾ ਗਲਤ ਆ। ਕਿਸੇ ਵੀ ਤਰ੍ਹਾਂ ਉਹੀ ਲੱਖਾ, ਜਦੋਂ ਦੀਪ ਨੇ ਵੱਖਰਾ ਮੋਰਚਾ ਲਾਇਆ, ਸਾਰੇ ਟੁੱਟ ਕੇ ਕਿਸਾਨ ਮੋਰਚੇ 'ਚ ਗਏ ਨੇ, ਇਹਦੇ ਨਾਲ ਕੋਈ ਨਹੀਂ ਗਿਆ, ਜਾ ਕੇ ਦਿੱਲੀ ਇਕੱਠੇ ਹੋਏ ਨੇ। ਦਿੱਲੀ ਵੀ ਇਹਨਾਂ ਦਾ ਆਪਦਾ ਉਸ ਤਰ੍ਹਾਂ ਕੋਈ ਤਾਲਮੇਲ ਨਹੀਂ ਰਿਹਾ। ਜੇ ਕਿਤੇ ਉਹ ਲੱਖਾ ਦੀਪ ਨੂੰ ਮਿਲਿਆ ਤਾਂ ਉਹਨੂੰ ਇਹੀ ਕਿਹਾ ਵੀ ਜਿਹੜਾ ਤੂੰ ਬਿਆਨ ਦੇਤਾ ਵੀ ਸ਼ਰਤਾਂ ਮੰਨ ਕੇ ਵਾਪਸ ਆ ਜਾਓ, 2 ਸਾਲ ਦੀ ਮੰਨ ਕੇ ਵਾਪਸ ਆ ਜਾਓ, ਨਹੀਂ ਤਾਂ ਇੱਥੇ ਖੂਨ ਖਰਾਬਾ ਹੋ ਜੂ, ਇਹ ਤਾਂ ਤੂੰ ਮੋਰਚੇ ਨੂੰ ਢਾਹ ਲਾ ਰਿਹਾ। ਦੂਜੇ ਦਿਨ ਉਹਨੂੰ ਮਾਫੀ ਮੰਗਣੀ ਪਈ ਇਸ ਗੱਲ ਦੀ। ਸੋ ਉਦੋਂ ਵੀ ਲੱਖੇ ਸਿਧਾਣੇ ਨੇ ਉੱਥੇ ਜਾ ਕੇ ਉਹ ਜਜ਼ਬਾਤੀ ਹੋ ਕੇ ਉਹਨੇ ਕਹਿਤਾ ਵੀ ਠੀਕ ਆ, ਉਸ ਰੂਟ ਤੇ ਤੁਸੀਂ ਚਲੇ ਜਾਇਓ। ਪਰ ਉਦੋਂ ਬਾਅਦ ਨਾਲ ਦੀ ਨਾਲ 2 ਘੰਟੇ ਬਾਅਦ ਉਹਨੇ ਵੀਡੀਓ ਪਾਈ, ਹਿੰਸਾ ਨਹੀਂ ਹੋਣੀ ਚਾਹੀਦੀ, ਮਾਰੇ ਜਾਵਾਂਗੇ। ਉਹ ਦੁੱਧਾ ਦੇ ਵਿੱਚ ਰਿਹਾ। ਆਖਰ ਦੇ ਵਿੱਚ ਆ ਕੇ ਠੀਕ ਆ, ਲੱਖੇ ਸਿਧਾਣੇ ਦਾ ਇਕੱਠ ਉੱਥੇ ਹੋਇਆ, ਪਰ ਉਹ ਸਾਰੀਆਂ ਧਿਰਾਂ 'ਚ ਉਹ 'ਚ ਖਹਿਰਾ ਵੀ ਸੀ, ਮਾਨ ਵੀ ਸੀ, ਦਲ ਖਾਲਸਾ ਵੀ ਸੀ, ਲੋਕ ਅਧਿਕਾਰ ਲਹਿਰ ਵੀ ਸੀ, ਤੇ ਜਿੰਨੇ ਮਤਲਬ ਮਾੜੇ ਮੋਟੇ ਜਿਹਨੂੰ ਆਪਾਂ ਕਹਿੰਦੇ ਜਿਹੜੇ ਖਾਲਿਸਤਾਨ ਦੇ ਜਾਂ ਖਾੜਕੂਵਾਦ ਹੋਣ ਦਾ ਫਕਾਰੇ ਮਾਰਦੇ ਨੇ, ਉਹ ਵੀ ਸੀ। ਪਰ ਉੱਥੇ ਲੱਖੇ ਸਿਧਾਣੇ ਨੇ ਆਪਦੇ ਪਿਛਲੇ ਸਾਰੇ ਜਿਹਨੂੰ ਆਪਾਂ ਕਹਿੰਦੇ ਗੁਨਾਹ ਧੋਤੇ। ਉਹਨੇ ਇਹ ਕਿਹਾ ਇਹ ਕਹਿੰਦੇ ਸੀ ਕਿਸਾਨੋਂ ਨੌਜਵਾਨਾਂ ਨਾਲ ਜੁੜੋ, ਉਹਨੇ ਕਿਹਾ ਨੌਜਵਾਨੋਂ ਕਿਸਾਨਾਂ ਦੇ ਨਾਲ ਜੁੜੋ।
ਉਹਨਾਂ ਨਾਲ ਡਟ ਕੇ ਖੜੋ ਤੇ ਆਪਾਂ ਅੱਗੇ ਨੂੰ ਕੋਈ ਵੱਖਰਾ ਸੱਦਾ ਨਹੀਂ ਦੇਣਾ। ਚਾਹੇ ਉਹਨੇ ਐ ਨਹੀਂ ਕਿਹਾ ਵੀ 26 ਨੂੰ ਜਿਹੜਾ ਵੱਖਰਾ ਸੱਦਾ ਦਿੱਤਾ ਸੀ ਗਲਤ ਸੀ, ਐ ਨਹੀਂ ਕਿਹਾ, ਪਰ ਉਹਦੇ ਕਹਿਣ ਦਾ ਮਤਲਬ ਇਹ ਬਣਦਾ ਸੀ ਵੀ ਅਸੀਂ ਕੋਈ ਵੱਖਰਾ ਸੱਦਾ ਨਹੀਂ ਦੇਣਾ, ਜਿਹੜਾ ਪਹਿਲਾਂ ਦਿੱਤਾ ਗਲਤ ਹੈ। ਇਸ ਕਰਕੇ ਲੱਖੇ ਸਿਧਾਣੇ ਦਾ ਉੱਥੇ ਇਕੱਠ ਹੋਇਆ, ਉਹਨੇ ਸਹੀ ਦਿਸ਼ਾ ਦਿੱਤੀ। ਫਿਰ ਮਸਤੂਆਣੇ ਰੈਲੀ ਹੋਈ, ਮਸਤੂਆਣੇ ਵੀ ਅਜਮੇਰ ਸਿੰਘੇ ਭੁੜਕਿਆ ਨਾ ਜਿਆਦੇ, ਜਾਂ ਢਪਾਲੀ ਵਾਲਾ ਪ੍ਰਚਾਰਕ ਭੁੜਕਿਆ ਤੇ ਉਹਨਾਂ ਨੇ ਸਟੇਜ ਤੋਂ ਰੋਕਿਆ। ਢਪਾਲੀ ਨੂੰ ਤਾਂ ਖੜਾ ਕੇ ਕਿਹਾ ਇਹਦੇ ਨਿੱਜੀ ਵਿਚਾਰ ਨੇ, ਜੋ ਲੀਡਰਸ਼ਿਪ ਦੇ ਖਿਲਾਫ ਬੋਲਿਆ ਇਹ ਨਹੀਂ। ਅਜਮੇਰ ਸਿੰਘ ਨੂੰ ਉਹ ਕਹਿ ਨਹੀਂ ਸਕੇ, ਉਹਦਾ ਇੱਕ ਛੱਪਾ ਵਿਦਵਾਨ ਆ, ਜਾਂ ਉਹਨੇ ਗੱਲ ਹੋਰ ਤਰੀਕੇ ਦੇ ਨਾਲ ਕਹੀ। ਉੱਥੇ ਵੀ ਕੋਈ ਸੱਦਾ ਨਹੀਂ ਦਿੱਤਾ ਵੱਖਰਾ ਪਲੇਟਫਾਰਮ ਬਣਾਉਣ ਦਾ। ਕੱਲ ਜੰਡਿਆਲਾ ਗੁਰੂ ਰੈਲੀ ਹੋਈ, ਉੱਥੇ ਜਿਹੜਾ ਨਵਰੀਤ ਦਾ ਦਾਦਾ, ਠੀਕ ਆ, ਪਹਿਲੇ ਸਟੇਜ ਤੇ ਉਹ ਗੁੱਸਾ ਕਹਿ ਲਓ ਜਾਂ ਜਦੋਂ ਉਹਨੂੰ ਸਾਰੀ ਸਿਚੁਏਸ਼ਨ ਕਲੀਅਰ ਹੋਈ, ਉਹਨੇ ਫਿਰ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਫੈਸਲਾ ਲੈ ਲਿਆ। ਅੱਜ ਉਹੀ ਮਤਲਬ ਉਹਦਾ ਦਾਦਾ ਕਹਿੰਦਾ ਜਿਹੜੇ ਨੌਜਵਾਨਾਂ ਤੇ ਕਿਸਾਨਾਂ ਦੀ ਧਿਰ ਬਣਾਉਣ ਦੀ ਗੱਲ ਕਰਦੇ ਨੇ, ਕਾਮਰੇਡਾਂ ਤੇ ਪੰਥਕ ਦੀ ਧਿਰ ਬਣਾਉਣ ਦੀ ਗੱਲ ਕਰਦੇ ਨੇ, ਮੋਰਚੇ ਨੂੰ ਢਾਹ ਲਾਉਣੀਆਂ ਵਾਲੀਆਂ ਗੱਲਾਂ, ਕੋਈ ਧਿਰ ਨਹੀਂ, ਕਿਸਾਨਾਂ ਦੀ ਧਿਰ ਆ, ਅਸੀਂ ਉਹਦਾ ਸੇਵਾਦਾਰ ਆ। ਸੋ ਇਸ ਕਰਕੇ ਆਉਣ ਵਾਲੀ ਚੋਣ ਖਾਤਰ ਜਿਹੜਾ ਇਹ ਸਾਰੀਆਂ ਸਰਗਰਮੀਆਂ ਹੋਈਆਂ ਸੀ, ਤੁਹਾਡੀ ਗੱਲ ਠੀਕ ਆ, ਇਹ ਬਾਈ ਦੀ ਉਹ ਤਿਆਰੀ ਸੀ। ਮੋਰਚੇ ਦੇ ਵਿੱਚੋਂ ਜਿਹੜੇ ਭੁੜਕ ਕੇ ਅਨਸਰ ਬਾਹਰ ਆ ਗਏ ਨਾ ਜੀ, ਉਹ ਹੁਣ ਇਹੀ ਤਿਆਰੀ ਕਰ ਰਹੇ ਸੀ ਵੀ ਆਪਾਂ ਇੱਕ ਵੱਖਰਾ ਪਲੇਟਫਾਰਮ ਬਣਾਈਏ, ਜਾਂ ਉੱਥੇ ਵੱਖਰੀ ਧਿਰ ਵਜੋਂ ਮਾਨਤਾ ਲਈਏ, ਜਾਂ ਵੱਖਰੀ ਸਟੇਜ ਲਾਈਏ। ਸੋ ਇਹ ਸਾਰੇ ਮਸਲੇ ਹੋ ਗਏ ਹੱਲ। ਮੇਰੇ ਕਹਿਣ ਦਾ ਮਤਲਬ ਇਹ ਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਮੋਰਚਾ ਸੇਫ ਤੇ ਸਥਿਰ ਹੋ ਗਿਆ, ਫੈਲ ਰਿਹਾ, ਇਹਨੇ ਸਟੇਬਲ ਚੱਲਣਾ। ਹੁਣ ਜਿਹੜਾ ਫੋਕਸ ਆ ਉਹ ਪੰਜਾਬ ਦੀ ਸਿਆਸਤ ਹੀ ਆਉਣਾ। ਜੇ ਪੰਜਾਬ ਦੀ ਸਿਆਸਤ ਦੀ ਆਪਾਂ ਗੱਲ ਕਰੀਏ ਤਾਂ ਇੱਥੇ 1 ਸਾਲ ਪਹਿਲਾਂ ਹੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਪਿੱਛੇ ਵੱਡੀਆਂ ਰੈਲੀਆਂ ਵੀ ਦੇਖਣ ਨੂੰ ਮਿਲੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ। ਕੱਲ ਅਰਵਿੰਦ ਕੇਜਰੀਵਾਲ ਵੀ ਇੱਥੇ ਆਏ ਮੋਗਾ ਦੇ ਵਿੱਚ, ਉਹੀ ਮੋਗਾ ਜਿਸ ਕਰਕੇ ਪਿਛਲੀ ਵਾਰੀ ਇਹਨਾਂ ਨੂੰ ਬਦਨਾਮੀ ਵੀ ਖੱਟਣੀ ਪਈ ਸੀ, ਘਰ ਦੇ ਵਿੱਚ ਕਿਤੇ ਰੁਕੇ ਸੀਗੇ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਸਰਗਰਮ ਹੋਈਆਂ ਨੇ, ਇਹ ਮੰਨਿਆ ਜਾ ਰਿਹਾ ਕਿ 5 ਉਂਗਲਾਂ ਘਿਓ ਦੇ ਵਿੱਚ ਹੈਗੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ, ਹਾਲੇ ਵੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਲਾਹਾ ਮਿਲ ਸਕਦਾ। ਕੀ ਤੁਹਾਨੂੰ ਲੱਗਦਾ ਕਿ ਸਿਆਸੀ ਸਮੀਕਰਨ ਕੀ ਬਣਨਗੇ, ਕਿਹਦੀਆਂ 5 ਉਂਗਲਾਂ ਘਿਓ ਦੇ ਵਿੱਚ ਨੇ? ਅਮਨ ਜੀ, ਇਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਘਿਓ ਆ ਜਿਹੜਾ ਉਬਲ ਰਿਹਾ, ਇਹ ਆਮ ਘਿਓ ਨਹੀਂ ਵੀ ਉਂਗਲੀ ਪਾ ਕੇ ਤੁਸੀਂ ਕੱਢ ਲਓਗੇ। ਜਿਹੜਾ ਕਿਸਾਨ ਅੰਦੋਲਨ ਆ ਨਾ ਜੀ, ਜਿਹੜਾ ਉਹਦਾ ਤਪ ਤੇਜ ਆ, ਉਹ ਮੁਲਕ 'ਚ ਵੀ ਬਹੁਤ ਵਧਿਆ ਤੇ ਪੰਜਾਬ ਦੇ ਵਿੱਚ ਵੀ ਬਹੁਤ ਵਧਿਆ। ਪੰਜਾਬ ਦੇ ਵਿੱਚ ਕੋਈ ਵੀ ਧਿਰ ਕਿਸਾਨੀ ਮੋਰਚੇ ਨਾਲ ਖਹਿ ਕੇ ਸਿਆਸਤ ਨਹੀਂ ਕਰ ਸਕਦੀ। ਕਿਸਾਨੀ ਮੋਰਚੇ ਨਾਲ ਤੁਸੀਂ ਸਹਿਮਤ ਹੋ ਨਾ ਹੈ, ਕਿਸੇ ਦੀ ਜ਼ਰੂਰਤ ਨਹੀਂ ਹੈ ਇਹ ਕਹਿਣ ਦੀ ਵੀ ਅਸੀਂ ਕਿਸਾਨੀ ਮੋਰਚੇ ਤੋਂ 1 ਇੰਚ ਵੀ ਪਰਾਂ। ਸਾਰੇ ਇਹ ਕਹਿੰਦੇ ਜੋ ਫੈਸਲਾ ਕਰਨਗੇ ਅਸੀਂ ਕਰਾਂਗੇ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਦੇ ਪੈਰ ਹੇਠਾਂ ਆ ਗਿਆ ਵਟੇਰਾ ਕਿਸਾਨ ਅੰਦੋਲਨ। ਠੀਕ ਹੈ, ਸਿਆਣਪ ਦੇ ਨਾਲ ਉਹਨੂੰ ਸਹੀ ਰਾਹ ਪਾ ਗਿਆ। ਰਾਹ ਉਹ ਬਣਦਾ ਸੀ ਸੈਂਟਰ ਵੱਲ ਜਾਣ ਦਾ, ਪੰਜਾਬ ਨਾਲ ਟਕਰਾਅ ਦਾ ਬਣਦਾ ਨਹੀਂ ਸੀ। ਮਤਲਬ ਇਸ ਕਰਕੇ ਇੱਕ ਅਪੇਰੈਂਟਲੀ ਬਾਹਰਮੁਖੀ ਤੌਰ ਤੇ ਦੇਖਿਆ ਲੱਗਦਾ ਵੀ ਯਾਰ ਅਕਾਲੀਆਂ ਦਾ ਵੀ ਕੁਝ ਨਹੀਂ, ਆਪ ਦਾ ਵੀ ਕੁਝ ਨਹੀਂ, ਇਹਦਾ ਮਤਲਬ ਕੈਪਟਨ ਤਾਂ ਹੁਣ ਫਿਰ ਤਾਂ ਕੈਪਟਨ ਹੈ ਉਹ। ਪਰ ਜਦੋਂ ਚੋਣ ਦਾ ਅਮਲ ਖੁੱਲਿਆ ਨਾ ਜੀ, ਜਦੋਂ ਲੋਕਾਂ ਦੇ ਸਾਹਮਣੇ ਆਏ ਵੀ ਸਭ ਤੋਂ ਵੱਧ ਨਖਿੱਧ ਕਾਰਗੁਜ਼ਾਰੀ ਅੱਜ ਤੱਕ ਜੇ ਕਿਸੇ ਮੁੱਖ ਮੰਤਰੀ ਦੀ ਆ, ਅੱਜ ਤੱਕ ਜਿਹੜਾ ਸਭ ਤੋਂ ਵੱਧ ਵਾਅਦੇ ਕਰਕੇ ਮੁੱਕਰਿਆ, ਉਹ ਮੁੱਖ ਮੰਤਰੀ ਆ ਸਰਦਾਰ ਕੈਪਟਨ ਅਮਰਿੰਦਰ ਸਿੰਘ। ਕਿਉਂਕਿ ਚੋਣਾਂ ਦੇ ਦੌਰਾਨ 2 ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ। ਇੱਕ ਤਾਂ ਹਿਸਾਬ ਦਿਓ ਜੋ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ, ਦੂਜੀ ਇਹ ਗੱਲ ਸਾਹਮਣੇ ਆਊ ਵੀ ਗਾਹਾਂ ਨੂੰ ਕੀ ਵਾਅਦਾ ਕਰਦੇ ਹੋ। ਪਰ ਇਸੇ ਖਾਤਰ ਇਹ ਅਮਲ ਇੰਨਾ ਪੰਜਾਬ ਨੇ ਦੇਖ ਲਿਆ। ਮੁਲਕ ਖਾਤਰ ਸਿਚੁਏਸ਼ਨ ਹੋਰ ਆ, ਪੰਜਾਬ ਦੀ ਸਿਚੁਏਸ਼ਨ ਹੋਰ ਆ। ਮੁਲਕ 'ਚ ਤਾਂ ਇਸ ਅੰਦੋਲਨ ਨੇ ਰੁਖ ਜਿਹੜਾ ਲੈਣਾ, ਮੋਦੀ ਹਟਾਓ, ਇਹ ਲੈ ਲੂਗਾ ਤੇ ਲੈ ਰਿਹਾ। ਤੁਹਾਡੇ ਸਾਹਮਣੇ ਆ ਵੀ ਭਾਜਪਾ ਨੂੰ ਵੋਟ ਨਾ ਪਾਓ, ਇਹ ਚੱਲ ਪਈ, ਇਹ ਗਾਹਾਂ ਹੋਰ ਵਧਣੀਆਂ। ਤੇ ਇਸ ਕਰਕੇ ਮੁਲਕ ਦੇ ਵਿੱਚ ਤਾਂ ਪਾਰਟੀਆਂ ਦਾ ਰਾਜ ਬਦਲਣਾ, ਉਹਨਾਂ ਲੋਕਾਂ ਨੂੰ ਲੱਗੂ ਵੀ ਰਾਹਤ ਆ। ਕੋਈ ਖੇਤਰੀ ਪਾਰਟੀ ਆ ਗਈ, ਭਾਜਪਾ ਹਰਾਤੀ, ਦੂਜੀ ਆ ਗਈ, ਚਲੋ ਜਿੰਨਾ, ਕਿਉਂਕਿ ਇਹਨਾਂ ਨੇ ਸਿੰਘਾਂ ਤੇ ਮਿੱਟੀ ਚੱਕੀ ਹੋਈ ਆ, ਜਿਹਨੂੰ ਆਪਾਂ ਕਹਿ ਦਈਏ ਆ ਲੱਗਦਾ ਥੋੜੀ ਮੋਟੀ ਸਾਨੂੰ ਰਾਹਤ ਮਿਲੂ। ਪਰ ਪੰਜਾਬ ਦੀ ਸਿਚੁਏਸ਼ਨ ਇਹ ਹੋਰ ਆ। ਪੰਜਾਬ ਤਾਂ ਪਿਛਲੀ ਵਾਰ ਵੀ ਬਦਲਵੀਂ ਸਿਆਸਤ ਮੰਗਦਾ ਸੀ, ਨਵੀਂ ਸਿਆਸਤ ਮੰਗਦਾ ਸੀ, ਨਵੀਂ ਗੁੱਡ ਗਵਰਨੈਂਸ ਮੰਗਦਾ ਸੀ, ਤੇ ਜਿਹਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਸੀ ਆਮ ਆਦਮੀ ਪਾਰਟੀ ਨੇ, ਜਿਹਦੇ ਕਰਕੇ 14 'ਚ ਉਹਨੂੰ ਐਡੀ ਗੱਲ ਮਿਲੀ। ਪਰ ਕਿਉਂਕਿ ਚੋਣਾਂ ਦੇ ਅਮਲ ਦੌਰਾਨ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਭੱਜ ਗਈ। ਜਿਵੇਂ ਉਹ ਕਹਿੰਦੇ ਸੀ ਐਂ ਕਰਾਂਗੇ, ਦਿੱਲੀ ਵਾਲਿਆਂ ਨੇ ਆ ਕੇ ਕਬਜ਼ਾ ਕਰ ਲਿਆ, ਕੈਂਡੀਡੇਟਾਂ ਦੀ ਚੋਣ ਕਿਵੇਂ ਹੋਣ ਲੱਗੀ, ਬਾਹਰਲੀਆਂ ਪਾਰਟੀਆਂ ਵਾਲੇ ਸਾਰੇ ਇੱਧਰਲੇ ਪਾਸੇ ਆਉਣ ਲੱਗ ਗਏ, ਕੋਈ ਪੁਰਾਣੇ ਅਫਸਰ ਲਿਆਂਦੇ ਜੀ, ਕੋਈ ਕੁਛ ਲਿਆਂਦਾ ਜੀ। ਇਸ ਕਰਕੇ ਇੱਕ ਸਿਚੁਏਸ਼ਨ ਇਹੋ ਜਿਹੀ ਪੈਦਾ ਹੋ ਗਈ ਲੋਕਾਂ ਨੂੰ, ਜਦੋਂ ਬੰਦਿਆਂ ਤੇ ਫੋਕਸ ਹੋ ਗਈ। ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਨੀਤੀਆਂ ਪਾਲਿਸੀਆਂ ਤਾਂ ਵੱਖਰੀਆਂ ਆਈਆਂ ਨਹੀਂ, ਵਾਅਦੇ ਇੱਕ ਦੂਜੇ ਨਾਲ ਵੱਡੇ ਕਰ ਲਏ। ਫਿਰ ਲੋਕਾਂ ਨੇ, ਕਿਉਂਕਿ ਕੈਪਟਨ ਦੀ ਜਿਹੜੀ ਪਹਿਲੀ ਕਾਰਗੁਜ਼ਾਰੀ ਸੀ ਉਹ ਚੰਗੀ ਸੀ ਮੁਕਾਬਲਤਨ 2002 ਵਾਲੀ, ਪਰ ਉਹਦਾ ਇੱਕ ਪੰਗਾ ਵੀ ਸੀ ਵੱਡਾ। ਉਹਦਾ ਪੰਗਾ ਇਹ ਸੀ, ਕੇਂਦਰ ਸਰਕਾਰ ਦਾ ਪੰਜਾਬ ਦੇ ਆਗੂਆਂ ਨਾਲ ਇੱਕ ਅਣਲਿਖਤ ਸਮਝੌਤਾ
ਜਿਹੜੀ ਵੀ ਪੰਜਾਬ ਦੀ ਲੀਡਰਸ਼ਿਪ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਅੰਦਰ ਲਾਗੂ ਕਰਨ 'ਚ ਅੜਿੱਕਾ ਨਹੀਂ ਪਾਊ, ਉਹਦੇ ਖਿਲਾਫ ਨਾ ਭ੍ਰਿਸ਼ਟਾਚਾਰ ਦੀ ਜਾਂਚ, ਨਾ ਈਡੀ ਦੀ ਜਾਂਚ, ਕਿਸੇ ਤਰ੍ਹਾਂ ਦੀ ਨਹੀਂ ਹੋਊ। ਕਿਸੇ ਤਰ੍ਹਾਂ ਦਾ ਦਬਾਅ ਨਹੀਂ, ਸ਼ਰਤ ਹੈ। ਇਹਨੇ 2002 'ਚ ਆ ਕੇ ਇਹ ਸ਼ਰਤ ਦੀ ਉਲੰਘਣਾ ਕੀਤੀ ਅਮਰਿੰਦਰ ਨੇ। ਇਹਨੇ ਵਾਜਪਾਈ ਦੀ ਕੋਠੀ ਮੂਹਰੇ ਧਰਨਾ ਦਿੱਤਾ ਹੈ ਜੀ। ਇਹਨੇ ਫਿਰ ਬਾਦਲ ਕਿਆਂ ਨੂੰ ਜਿਵੇਂ ਮਤਲਬ ਕਰਪਸ਼ਨ ਦੇ ਕਿੱਸਿਆਂ ਨੂੰ ਹੋਰ ਸਾਰੇ ਕਾਸੇ ਨੂੰ ਸਾਹਮਣੇ ਲਿਆਂਦਾ, ਫਿਰ ਉਹ ਪਾਣੀ ਵਾਲਾ ਬਿੱਲ ਪਾਸ ਕਰਤਾ। ਚਾਹੇ ਉਹਦਾ ਅਮਲੀ ਤੌਰ 'ਤੇ ਕੋਈ ਵੱਡਾ ਅਸਰ ਨਹੀਂ ਹੋਇਆ, ਪਰ ਇਹ ਤਾਂ ਕਹਿਤਾ ਨਾ ਵੀ ਪੰਜਾਬ ਦਾ ਪਾਣੀਆਂ ਦਾ ਮਾਲਕ ਪੰਜਾਬ ਆ। ਉਹ ਉਲੰਘਣਾ ਜਿਹੜੀ ਇਹਨੇ ਕੀਤੀ 10 ਸਾਲ ਫਿਰ ਇਹਨੂੰ ਰਗੜਿਆ ਪੂਰਾ। ਇਹ ਜਿਹੜੇ ਰਗੜਿਆ ਜਾਂਦਾ ਨਾ ਜੀ, ਇਹ ਕਿਤੋਂ ਹੋਰ ਗੱਲਾਂ ਤੈਅ ਹੁੰਦੀਆਂ ਨੇ ਵੀ ਪੰਜਾਬ 'ਚ ਆਪਾਂ ਕਿਹੋ ਜਿਹਾ ਰੁੱਖ ਅਖਤਿਆਰ ਕਰਨਾ, ਕੀ ਕਰਨਾ, ਇੰਨੀਆਂ ਜਿਹੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ। 10 ਸਾਲ ਜਿਹਨੂੰ ਪੰਜਾਬੀ 'ਚ ਆਪਾਂ ਕਹਿ ਦਈਏ ਨਾ ਵੀ ਘੀਸੀ ਕਰਾਈ ਇਹਦੀ, ਫਿਰ ਮੁੜ ਕੇ ਮੁੱਖ ਮੰਤਰੀ ਬਣਿਆ। ਤੇ ਹੁਣ 5 ਸਾਲ ਗੱਲ ਕਰੋ ਵੀ ਛੱਡੋ ਜੀ, ਉਹ ਜਿਹੜਾ ਕੁਛ ਕੀਤਾ ਆਪਦੇ ਆਪ ਉਹਨੂੰ ਕਹੀ ਜਾਂਦਾ ਇਹ ਬਦਲਾਖੋਰੀ ਦੀ ਸਿਆਸਤ 'ਚੋਂ ਕੀ ਨਿਕਲੂ। ਸੋ ਇਸ ਕਰਕੇ ਕੈਪਟਨ ਆ ਜਿਹੜਾ ਹੁਣ ਮੁੱਖ ਤੌਰ ਤੇ ਉਹਨਾਂ ਦੀ ਰੇਂਜ ਦੇ ਵਿੱਚ ਹੀ ਆ ਗਿਆ। ਪਰ ਮਾਲੀ ਸਾਹਿਬ ਸਵਾਲ ਵੱਡਾ ਇਹ ਖੜਾ ਹੋ ਰਿਹਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਮ ਤੌਰ ਤੇ ਰਾਏ ਪਹਿਲਾਂ ਮੰਨੀ ਜਾ ਰਹੀ ਸੀ 5 ਉਂਗਲਾਂ ਕੈਪਟਨ ਅਮਰਿੰਦਰ ਸਿੰਘ ਦੇ ਘਿਓ ਦੇ ਵਿੱਚ ਨੇ। ਤੁਸੀਂ ਕਹਿ ਰਹੇ ਹੋ ਘਿਓ ਕਾਹਦੇ ਵਿੱਚ ਨਹੀਂ ਹੈਗੀਆਂ, ਘਿਓ ਉਬਲ ਰਿਹਾ, ਉਬਾਲਾ ਲੈ ਰਿਹਾ। ਤੇ ਅਜੇ ਸਥਿਤੀ ਦੇ ਵਿੱਚ ਜਿਹੜੀ ਕਾਂਗਰਸ ਹਾਈ ਕਮਾਨ ਹੈਗੀ ਹੈ, ਫਿਰ ਉਹ ਵੀ ਤਾਂ ਚਾਹੁੰਦੀ ਹੋਏਗੀ ਪੰਜਾਬ ਦੇ ਵਿੱਚ ਸਾਡੇ ਹੱਥੋਂ ਸੱਤਾ ਨਹੀਂ ਨਿਕਲਣੀ ਚਾਹੀਦੀ, ਤੇ ਸੱਤਾ ਦੀ ਤੇ ਕੁਰਸੀ ਦੀ ਭੁੱਖ ਖਾਤਰ ਕੀ ਲੱਗਦਾ ਕਿ ਕਾਂਗਰਸ ਹਾਈ ਕਮਾਨ ਫਿਰ ਪੱਤਾ ਕੀ ਖੇਡੇਗੀ? ਨਹੀਂ, ਦੇਖੋ ਕਾਂਗਰਸ ਹਾਈ ਕਮਾਂਡ ਇਹ ਚਾਹੁੰਦੀ ਆ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣੇ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਅਮਰਿੰਦਰ ਦੀ ਅਗਵਾਈ 'ਚ ਸਰਕਾਰ ਬਣਨ ਦਾ ਭਰੋਸਾ ਨਹੀਂ ਹੈ। ਫਿਰ ਕਿਹਦੀ ਅਗਵਾਈ ਦੇ ਇਹਦੇ ਵਿੱਚੋਂ ਪਹਿਲੀ ਕੋਸ਼ਿਸ਼ ਉਹਨਾਂ ਦੀ ਇਹ ਸੀ ਵੀ ਇਹ ਅਗਵਾਈ ਚੇਂਜ ਕਰਨ ਦਾ ਅਮਲਾ ਜਿਹੜਾ ਤੈਅ ਕੀਤਾ ਜਾਵੇ। ਕਿਸਾਨ ਅੰਦੋਲਨ ਆ ਗਿਆ, ਕਰੋਨਾ ਆ ਗਿਆ, ਉਹ ਵਿੱਚੇ ਰਹਿ ਗਿਆ। ਤੁਹਾਨੂੰ ਪਤਾ ਜਿਵੇਂ ਅਮਲ ਚੱਲਿਆ ਸੀ, ਮੀਟਿੰਗਾਂ ਹਰੀਸ਼ ਰਾਵਤ ਆਇਆ ਸੀ, ਸਾਰਾ ਕੁਝ ਕੀਤਾ ਸੀ। ਉਹਦੇ ਹੋਣ ਤੋਂ ਬਾਅਦ ਹੁਣ ਇੱਕ ਜੋ ਨਵਜੋਤ ਸਿੰਘ ਸਿੱਧੂ ਪ੍ਰਵਚਨ ਸਿਰਜ ਰਿਹਾ, ਉਹ ਪੰਜਾਬ ਪੱਖੀ ਪ੍ਰਵਚਨ ਆ, ਰਾਸ਼ਟਰਵਾਦੀ ਉਹ ਪ੍ਰਵਚਨ ਆ ਪਾਕਿਸਤਾਨ ਨਾਲ ਅਮਨ ਸ਼ਾਂਤੀ ਦਾ, ਕਰਤਾਰਪੁਰ ਲਾਂਘੇ ਵੇਲੇ ਜੋ ਉਹ ਬੋਲਿਆ, ਜਿਹਦੀ ਮੈਂ ਵੀ ਡਟ ਕੇ ਦੂਜਾ ਹੁਣ ਵੀ ਚਾਹੇ ਜੋ ਸਪੀਚਾਂ ਦੇ ਰਿਹਾ ਬਜਟ ਦੌਰਾਨ, ਉਹ ਇੱਕ ਵੱਖਰੀ ਗੱਲ ਲਿਆ ਰਿਹਾ ਵੀ ਸਰਕਾਰਾਂ ਤੇ ਬੰਦੇ ਬਦਲਣ ਨਾਲ ਇੱਥੇ ਕੱਖ ਫਰਕ ਨਹੀਂ ਪੈਣਾ, ਤੁਹਾਨੂੰ ਨੀਤੀਆਂ ਬਦਲਣੀਆਂ ਪੈਣਗੀਆਂ, ਤੁਹਾਨੂੰ ਜਿਹੜੀ ਕਾਰਜਸ਼ੈਲੀ ਬਦਲਣੀ ਪਊ। ਜਿਹਦੇ ਵਿੱਚ ਉਹ ਕਹਿ ਰਿਹਾ ਪੰਜਾਬ ਹੁਣ ਤੱਕ ਡਾਕੂਆਂ ਨੇ ਕਿਵੇਂ ਲੁੱਟਿਆ ਬਿਨਾਂ ਨਾਂ ਲਏ, ਉਹਦੀ ਸਰਕਾਰ ਵੀ ਉਹਦੇ ਪੇਟੇ 'ਚ ਆ ਰਹੀ ਆ, ਕਿਵੇਂ ਸਰਕਾਰੀ ਖਜ਼ਾਨੇ 'ਚ ਘਰਲਾਂ ਪਈਆਂ ਹੋਈਆਂ ਨੇ, ਕਿਵੇਂ ਸਾਰਾ ਕੁਝ ਪ੍ਰਾਈਵੇਟ ਲੋਕਾਂ ਦੇ ਉਹਦੇ ਫਾਇਦੇ 'ਚ ਜਾ ਰਿਹਾ, ਕਿਵੇਂ ਖੇਤੀ 'ਚ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਆ, ਮਤਲਬ ਕੋਲਡ ਚੇਨ ਹੋਣੀ ਚਾਹੀਦੀ ਆ, ਜਿਹੜੀਆਂ ਦੂਜੀਆਂ ਨੇ ਉਹਨਾਂ ਦੀ MSP ਤੈਅ ਕਰਨੀ ਚਾਹੀਦੀ ਆ, ਬਾਰਡਰ ਆ ਜਿਹੜਾ ਉਹ ਖੋਲ੍ਹਣਾ ਚਾਹੀਦਾ। ਚਾਹੇ ਇਹ ਤੇ ਬਾਰਡਰ ਖੋਲ੍ਹਣ ਵਾਲੇ ਤੇ ਉਹ ਅੱਜ ਕੱਲ੍ਹ ਘੱਟ ਜ਼ੋਰ ਦੇ ਰਿਹਾ ਚੋਣ ਦੇ ਮੌਕੇ, ਕਿਉਂਕਿ ਉਹਨੂੰ ਲੱਗਦਾ ਇਹ ਗੱਲ ਮੇਰੇ ਉਲਟ ਨਾ ਜ਼ਿਆਦਾ ਵਰਤੀ ਜਾਵੇ। ਉਹਦੀ ਜਿਹੜੀ ਉਹ ਗੱਲ ਸਾਹਮਣੇ ਆ ਰਹੀ ਹੈ ਪੰਜਾਬ ਲਈ ਤਾਂ ਉਹ ਪਾਉਂਦੀ ਆ, ਪਰ ਉਹ ਪੰਜਾਬ ਲਈ ਇੱਕ ਨਵੀਂ ਸਿਆਸਤ ਦਾ ਰਾਹ ਖੋਲ੍ਹਦੀ ਆ ਉਸੇ ਫਰੇਮਵਰਕ ਦੇ ਵਿੱਚ, ਜਿਹਦੇ ਵਿੱਚੋਂ ਉਹ ਸਰਕਾਰਾਂ ਕੋਈ ਵੀ ਸ਼ਕਤੀ ਜਿਹੜੀ ਅੱਜ ਪੰਜਾਬ 'ਚ ਸੱਤਾ 'ਚ ਆਉਣਾ ਚਾਹੁੰਦੀ ਆ, ਉਹ ਨਵਜੋਤ ਸਿੱਧੂ ਵਾਲੇ ਰਾਹ ਨਹੀਂ ਪੈਣਾ ਚਾਹੁੰਦੀ, ਨਾ ਆਮ ਆਦਮੀ ਪਾਰਟੀ ਪੈਣਾ ਚਾਹੁੰਦੀ ਆ, ਵਾਅਦਿਆਂ ਤੇ ਕਰਨਾ ਚਾਹੁੰਦੇ। ਕਾਂਗਰਸ ਪਾਰਟੀ ਹੁਣ ਦੁਵਿਧਾ 'ਚ ਆ। ਹੁਣ ਉਹ ਕੋਸ਼ਿਸ਼ ਉਹਦੀ ਇਹ ਆ ਵੀ ਜੇ ਸਿੱਧੂ ਨੂੰ ਕੈਪਟਨ ਦੇ ਨਾਲ ਜੋੜਿਆ ਜਾਵੇ। ਅਸਲ 'ਚ ਸਿੱਧੂ ਦਾ ਰੌਲਾ ਨਾਲ ਜੋੜਨ ਦਾ ਹੈ ਨਹੀਂ, ਰੌਲਾ ਤਾਂ ਉਹਦਾ ਇਹ ਆ ਕਿ ਇਧਰ ਉਧਰ ਕੀ ਬਾਤ ਮਤ ਕਰ, ਇਹ ਬਤਾ ਕਾਫਲਾ ਕਿਉਂ ਲੁੱਟਾ, ਹਮੇ ਰਾਹ ਜਨੋਂ ਸੇ ਗਰਜ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ। ਇੱਥੇ ਹੁਣ ਕੁੰਡੀ ਅੜੀ ਹੋਈ ਆ, ਇਹ ਕਿਵੇਂ ਨਿਬੜਦੀ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੂ। ਫਿਰ ਨਵਜੋਤ ਸਿੰਘੂ ਕਾਂਗਰਸ ਦੇ ਵਿੱਚ ਰਹਿੰਦਾ ਜਾਂ ਕੋਈ ਇਹੋ ਜਿਹੀ ਹਾਲਤ ਅਮਰਜ ਹੋ ਜਾਂਦੀ ਆ ਕਿ ਉਹ ਵੱਖਰੀ ਖੇਤਰੀ ਪਾਰਟੀ ਜਾਂ ਕਾਂਗਰਸ ਦੀ ਕੀ ਕਰਦਾ, ਇਹ ਅੱਜ ਨਹੀਂ ਕਿਹਾ ਜਾ ਸਕਦਾ। ਸਾਰੀਆਂ ਗੱਲਾਂ ਦੀਆਂ ਸੰਭਾਵਨਾਵਾਂ ਹੈਗੀਆਂ ਨੇ। ਮਾਲੀ ਸਾਹਿਬ, ਜੇ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ, ਜੇ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਤੱਕ ਕੇ ਅੱਗੇ ਆਉਂਦਾ ਜਾਂ ਹਾਈ ਕਮਾਨ ਸਿੱਧੂ ਨੂੰ ਅੱਗੇ ਲੈ ਕੇ ਆਉਂਦੀ ਹੈ, ਤੇ ਕਾਂਗਰਸ ਕਿੰਨੀਆਂ ਕੁ ਸੀਟਾਂ ਕੱਢ ਸਕਦੀ ਹੈ ਪੰਜਾਬ ਦੇ ਵਿੱਚ? ਜੇ ਨਵਜੋਤ ਸਿੰਘ ਸਿੱਧੂ ਦੀ ਸੈਟਿੰਗ ਨਹੀਂ ਬੈਠਦੀ ਕਾਂਗਰਸ ਦੇ ਵਿੱਚ, ਤੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵੱਲੇ ਜਾਂ ਕੋਈ ਹੋਰ ਤੀਜੀ ਧਿਰ ਉੱਭਰਦੀ ਹੈ ਉੱਧਰ ਜਾਂਦੇ ਨੇ, ਤਾਂ ਕੀ ਉਸ ਧਿਰ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਫਿੱਟ ਬੈਠਣਗੇ, ਸੀਟਾਂ ਕੱਢ ਸਕਣਗੇ ਉੱਧਰ ਨੂੰ? ਇਹ ਹਾਲਾਤ ਨਾ ਉਹੀ ਜਿਹੀ ਹੋ ਜਾਣੀ ਆ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਸੀ, ਕੈਪਟਨ ਅਮਰਿੰਦਰ ਸਿੰਘ ਨੇ ਆਪਦਾ ਧੜਾ ਬਣਾ ਕੇ ਦਬਾਅ ਪਾ ਰਿਹਾ ਸੀ, ਵੱਖਰੀ ਪਾਰਟੀ ਬਣਾ ਲੂ, ਮੈਂ ਜਾਟ ਮਹਾਸਭਾ ਬਣਾ ਲਈ। ਉਦੋਂ ਪ੍ਰਤਾਪ ਬਾਜਵੇ ਦੇ ਜਿਹੜੇ ਹਮੈਤੀ ਸੀ ਉਹ ਵੀ ਇਹ ਕਹਿਣ ਲੱਗ ਗਏ ਸੀ, ਹਾਂ ਤਾਂ ਅਸੀਂ ਜੀ ਬਾਜਵਾ ਸਾਹਿਬ ਨਾਲ, ਪਰ ਜੇ ਚੋਣ ਜਿੱਤਣੀ ਆ ਤਾਂ ਕੈਪਟਨ ਸਾਹਿਬ ਨੂੰ ਮੂਹਰੇ ਕਰੋ। ਇਹ ਹਾਲਾਤ ਹੁਣ ਅੱਜ ਤਾਂ ਸਾਰੇ ਸੱਤਾ 'ਚ ਨੇ ਨਾ ਜੀ, ਕੈਪਟਨ ਨੇ ਖੁੱਲੀ ਛੁੱਟੀ ਦਿੱਤੀ ਹੋਈ ਆ, ਜੋ ਮਰਜ਼ੀ ਲੁੱਟੋ, ਜਿਵੇਂ ਮਰਜ਼ੀ ਚੱਕ ਦੋ ਫੱਟੇ, ਕਿਤੇ ਦਾਖਲ ਨਹੀਂ, ਕਿਸੇ ਸਿਸਟਮ 'ਚ ਉਹਦਾ ਦਖਲ ਨਹੀਂ, ਅਫਸਰਾਂ ਰਾਹੀਂ ਜਿੰਨਾ ਕੁ ਕੰਮ ਕਰਾਉਂਦਾ ਉਹ ਕਰ ਰਿਹਾ। ਜਦੋਂ ਚੋਣ ਅਮਲ ਖੁੱਲ੍ਹਿਆ ਨਾ, ਜਦੋਂ ਜਿਹੜਾ ਕੈਪਟਨ ਦੀ ਆਪਾਂ ਗਰੁੱਪ ਕਹਿੰਦੇ ਆ ਜਿਹੜਾ ਸੱਤਾ ਨਾਲ, ਜਦੋਂ ਉਹਨੇ ਹਕੀਕਤਾਂ ਨੂੰ ਦੇਖਿਆ ਨਾ ਵੀ ਹੇਠਾਂ ਗਰਾਊਂਡ ਰਿਐਲਿਟੀ ਕੀ ਆ, ਫਿਰ ਇਹਨਾਂ ਦੀਆਂ ਬੋਲੀਆਂ ਵੀ ਬਦਲ ਜਾਣਗੀਆਂ।
ਇਹ ਵੀ ਪੋਸੀਬਲ ਆ। ਫਿਰ ਇਹਨਾਂ 'ਚ ਜ਼ਿਆਦਾ ਕਹਿਣ ਜਾਣ ਵੀ ਜੇ ਸਰਕਾਰ ਬਣਾਉਣੀ ਆ ਫਿਰ ਤਾਂ ਸਿੱਧੂ ਦੀ ਅਗਵਾਈ 'ਚ ਹੋਊ ਜੀ। ਸੋ ਸਿਚੁਏਸ਼ਨ ਬਾਰੇ ਦੇਖੋ, ਜਿਹੜੀ ਸਿਆਸਤ ਆ ਜੋਤਿਸ਼ ਨਹੀਂ ਹੁੰਦੀ, ਇਹ 'ਚ 2 ਦੂਣੀ 16 ਹੋ ਜਾਂਦੇ ਨੇ, 4 ਜਮਾ 4 1 ਰਹਿ ਜਾਂਦੇ ਨੇ। ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਵੋਟਾਂ ਪੈਣਗੀਆਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵਿੱਚ, ਜਾਂ ਸਿੱਧੂ ਦੇ ਚਿਹਰੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ? ਕੈਪਟਨ ਦੇ ਚਿਹਰੇ ਨੂੰ ਵੋਟਾਂ ਬਿਲਕੁਲ ਨਹੀਂ ਪੈਣਗੀਆਂ। ਸਿੱਧੂ ਦੇ ਚਿਹਰੇ ਕਿੰਨੀਆਂ ਪੈਂਦੀਆਂ ਇਹ ਅਗਲੀ ਗੱਲ ਆ। ਜੇ ਹੁਣ ਤੁਸੀਂ ਸਟੇਟਮੈਂਟ ਮੇਰੇ ਤੋਂ ਲੈਣੀ ਆ, ਜੋ ਅੱਜ ਦੀ ਹਾਲਤ ਆ, ਜੇ ਕਾਂਗਰਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਜਾਵੇ, ਫ੍ਰੀ ਹੈਂਡ ਦੇ ਦਿੱਤਾ ਜਾਵੇ, ਐਤਕੀ ਕਾਂਗਰਸ ਨਾਲੋਂ ਵੱਧ ਸੀਟਾਂ ਲੈ ਜੂ। ਕਿਉਂ? ਕਿਉਂਕਿ ਉਹਨੇ ਉਹ ਕਾਰਗੁਜ਼ਾਰੀ ਤੇ ਨਹੀਂ ਲੜਨੀ। ਅਮਰਿੰਦਰ ਦੀ ਤਾਂ ਮਜਬੂਰੀ ਆ, ਇਹ ਤਾਂ ਕਾਰਗੁਜ਼ਾਰੀ ਤੇ ਲੜੂ। ਕਾਰਗੁਜ਼ਾਰੀ ਇਹਦੀ ਨਿੱਲਾ ਨਖਿੱਧਾ। ਉਹਨੇ ਨਵੀਆਂ ਗੱਲਾਂ ਤੇ ਲੜਨਾ ਵੀ ਮੈਂ ਆਹ ਕਰੂੰ, ਦੇਵਤੇ ਦੀ ਕਾਰਪੋਰੇਸ਼ਨ ਬਣਾऊं, ਬਜਰੀ ਇਹਦੀ ਕਾਰਪੋਰੇਸ਼ਨ ਬਣਾऊं, ਸ਼ਰਾਬ ਦੀ ਬਣਾਉਂਗਾ, ਮਾਫੀਏ ਨੂੰ ਮੈਂ ਐਂ ਭੰਨੂ। ਉਹਨੇ ਉਹਨਾਂ ਗੱਲਾਂ ਤੇ ਬਣਾਉਣਾ। ਉਹਨੇ ਕਿਸਾਨਾਂ ਦੀ ਡਾਈਵਰਸੀਫਿਕੇਸ਼ਨ ਤੇ ਗੱਲ ਕਰਨੀ ਆ। ਉਹਨੇ ਪਾਕਿਸਤਾਨ ਨਾਲ ਅਮਨ ਤੇ ਸ਼ਾਂਤੀ ਦੀ ਗੱਲ ਕਰਨੀ ਆ। ਉਹ ਵਿਚਾਰਾਂ ਨੂੰ ਵੋਟ ਪਊ। ਜੇ ਸਿੱਧੂ ਆਪਦਾ ਉਹ ਸਾਰਾ ਰਾਗ ਬੰਦ ਕਰ ਦੇ, ਕੈਪਟਨ ਦੇ ਜੋ ਇਹਦਾ ਢੋਲ ਕੈਪਟਨ ਦੀ ਕਾਰਗੁਜ਼ਾਰੀ ਦਾ ਆਪਦੇ ਗਲ 'ਚ ਪਾ ਕੇ ਸਿੱਧੂ ਮੂਹਰੇ ਵੀ ਲੱਗ ਜੇ, ਫਿਰ ਵੀ ਕੋਈ ਜ਼ਰੂਰੀ ਨਹੀਂ, ਫਿਰ ਵੀ ਖਤਰਾ ਹੋ ਸਕਦਾ। ਮੈਂ ਤੁਹਾਨੂੰ ਇਹ ਦੱਸ ਦਿੰਦਾ। ਉਧਰ ਆਮ ਆਦਮੀ ਪਾਰਟੀ ਨੇ ਜਿਵੇਂ ਕਹਿ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿ ਇਸ ਵਾਰੀ ਅਸੀਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਅੱਗੇ ਪੇਸ਼ ਕਰਾਂਗੇ ਤਾਂ ਵੋਟਾਂ ਲੜਾਂਗੇ, ਆਮ ਆਦਮੀ ਪਾਰਟੀ ਕਹਿੰਦੀ ਹੈ। ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੋਲੇ ਇਸ ਵੇਲੇ ਮੁੱਖ ਮੰਤਰੀ ਦਾ ਕੋਈ ਉਮੀਦਵਾਰ ਹੈਗਾ? ਇਹ ਗੱਲ ਇਹ ਸਾਬਤ ਕਰਦੀ ਆ ਵੀ ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ 'ਚ ਕੋਈ ਫਰਕ ਨਹੀਂ ਰਿਹਾ। ਜਿਹੜੇ ਪਹਿਲਾਂ ਕਹਿੰਦੇ ਸੀ ਕਾਰਗੁਜ਼ਾਰੀ ਦੇ ਆਧਾਰ ਤੇ ਮੰਗਾਂਗੇ, ਜਿਹੜੇ ਕਹਿੰਦੇ ਸੀ ਨੀਤੀਆਂ ਪਾਲਸੀਆਂ, ਅਸੀਂ ਸਿਆਸਤ ਨਹੀਂ ਕਰਨਾ, ਅਸੀਂ ਸਿਆਸਤ ਬਦਲਣਾ ਆ। ਇਹਦਾ ਮਤਲਬ ਸਿਆਸਤ ਬਦਲਣ ਦਾ ਏਜੰਡਾ ਉਹਨਾਂ ਨੇ ਛੱਡਤਾ। ਹੁਣ ਉਹ ਦਿੱਲੀ ਮਾਡਲ ਨੂੰ ਲੈ ਰਹੇ ਨੇ। ਠੀਕ ਆ, ਦਿੱਲੀ 'ਚ ਚੰਗੀਆਂ ਗੱਲਾਂ ਹੋਈਆਂ ਨੇ, ਪਰ ਪੰਜਾਬ ਨੂੰ ਉਹ ਵੀ ਪੰਜਾਬ ਦੀਆਂ ਲੋੜਾਂ ਨੇ, ਪਰ ਪੰਜਾਬ ਦੀਆਂ ਹੋਰ ਵੱਡੀਆਂ ਲੋੜਾਂ ਨੇ। ਪੰਜਾਬ ਨੂੰ ਫੈਡਰਲ ਸਿਆਸਤ ਦੀ ਲੋੜ ਆ। ਉਹ ਪੰਜਾਬ ਦੇ ਹੱਕਾਂ ਖਾਤਰ ਉਹ ਕੀ ਕਰਨਗੇ? ਤੇ ਇਹ ਉਹੀ ਕੇਜਰੀਵਾਲ ਆ ਨਾ, ਜਿਹਨੇ ਕਸ਼ਮੀਰ ਦੀ ਹੋਂਦ ਖਤਮ ਕਰਨ ਲਈ ਨਾ ਸਿਰਫ ਵੋਟਾਂ ਪਾਈਆਂ, ਖੁੱਲ੍ਹ ਕੇ ਐਲਾਨ ਕੀਤਾ ਉਹਦੀ ਮਦਦ ਦਾ, ਤੇ ਅੱਜ ਜਦੋਂ ਉੱਥੇ ਆਇਆ LG ਇਜ਼ ਏ ਗਵਰਨਮੈਂਟ ਝੰਗੜਾ ਮਾਰਦਾ ਨਾ, ਉਹਦੇ ਹੱਕ 'ਚ ਨਹੀਂ ਕੋਈ ਬੋਲ ਰਿਹਾ। ਬੋਲਣਾ ਚਾਹੀਦਾ। ਸੋ ਪੰਜਾਬ ਦੀ ਤਾਂ ਲੜਾਈ ਫੈਡਰਲ ਸਿਸਟਮ ਦੀ ਆ, ਜਿਹਨੂੰ ਇਹਨੇ ਨਕਾਰਿਆ ਹੋਇਆ। ਸੋ ਇਸ ਕਰਕੇ ਆਮ ਆਦਮੀ ਪਾਰਟੀ ਕੋਲੇ ਕੋਈ ਬਦਲ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ। ਇਸ ਕਰਕੇ ਆਪਾਂ ਕਹਦੇ ਇਹਨਾਂ ਤੇ ਉਹ ਦੋਸ਼ ਨਹੀਂ ਲੱਗਦੇ। ਭਗਵੰਤ ਮਾਨ ਦਾ ਚਿਹਰਾ ਜਿਹੜਾ ਹੈਗਾ, ਤੁਹਾਨੂੰ ਲੱਗਦਾ ਕਿ ਉਹ ਰਾਸ ਆਉਂਦਾ ਆਮ ਆਦਮੀ ਪਾਰਟੀ ਨੂੰ? ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਦੇਖੋ, ਇੱਕ ਕਰਾਊਡ ਪੁੱਲਰ ਹੋਣਾ, ਭੀੜ ਨੂੰ ਇਕੱਠੇ ਕਰ ਲੈਣਾ। ਮੈਂ ਤਾਂ ਹੁਣ ਇਹਦੇ ਭਾਸ਼ਣ ਸੁਣਦਾ ਭਗਵੰਤ ਮਾਨ ਦੇ, ਪਹਿਲਾਂ ਲੋਕ ਟਿਚਰਾਂ ਕਰਦੇ ਹੁੰਦੇ ਵੀ ਯਾਰ ਬਾਦਲ ਸਾਹਿਬ ਦੇ ਭਾਸ਼ਣ ਜਿਹੜੇ 20 ਸਾਲ ਜਦੋਂ ਪਹਿਲਾਂ ਸੁਣਦੇ ਹੁੰਦੇ ਸੀ, ਉਹ ਵੀ ਉਹੀ ਨੇ। ਟੌੜਾ ਸਾਹਿਬ ਭਾਸ਼ਣ ਦਿੰਦੇ ਆ, 5 ਖਬਰਾਂ ਕੱਢਦੇ ਆ। ਜਦੋਂ ਬਾਦਲ ਸਾਹਿਬ ਦੀ ਸਪੀਚ ਸੁਣ ਲੈਂਦੇ ਆ ਤਾਂ ਇੱਕ ਦੂਜੇ ਨਾਲ ਸਲਾਹ ਕਰਦੇ ਆ, ਯਾਰ ਇਹ 'ਚੋਂ ਖਬਰ ਕਿਹੜੀ ਨਿਕਲਦੀ ਆ। ਤੁਸੀਂ ਉਹੀ ਦੇਖ ਲਓ, ਇਹਦੇ ਉਹੀ ਚੁਟਕਲੇ ਵੀ ਨਵੇਂ ਨਹੀਂ ਆਏ। ਜਿਹੜੇ ਪਿਛਲੇ ਸਮੇਂ 'ਚ ਨੇ ਉਹ ਉਹੀ ਪੈਟਰਨਾਂ ਗੱਲਾਂ ਕਰਨ ਦਾ, ਉਹੀ ਦਿੱਲੀ ਵਾਲੀ ਗੱਲ ਆ, ਉਹੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਸੋ ਇਸ ਕਰਕੇ ਪੰਜਾਬ ਦੇ ਲੋਕ ਆ ਇਹ ਭਰੋਸਾ ਕਰ ਲੈਂਦੇ ਨੇ, ਪਰ ਜਦੋਂ ਕਦੇ ਭਰੋਸਾ ਟੁੱਟ ਜੇ ਫਿਰ ਇਹਨਾਂ ਦਾ ਭਰੋਸਾ ਮੁੜ ਜਿੱਤਣ ਲਈ ਨਾ ਫਿਰ ਅੱਗ ਦਾ ਦਰਿਆ ਤਰਨਾ ਪੈਂਦਾ, ਤੇ ਆਮ ਆਦਮੀ ਪਾਰਟੀ ਦੀ ਸਮਰੱਥਾ ਨਹੀਂ ਉਹ ਦਰਿਆ ਤਰਨ ਦੀ। ਮਾਲੀ ਸਾਹਿਬ, ਇਸ ਵਿੱਚ ਸਵਾਲ ਇਹ ਵੀ ਉੱਠ ਰਿਹਾ ਕਿ ਪਹਿਲਾਂ ਚਰਚਾ ਸੀਗੀ ਕਿ ਅਰਵਿੰਦ ਕੇਜਰੀਵਾਲ ਤੇ ਸਿੱਧੂ ਦੀ ਕੋਈ ਗੱਲਬਾਤ ਹੋਈ ਹੈ, ਤੇ ਉਸ ਤੋਂ ਬਾਅਦ ਇਹ ਵੀ ਚਰਚਾ ਛਿੜ ਪਈ ਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਮੁੱਖ ਮੰਤਰੀ ਚਿਹਰਾ ਇਸ ਵਾਰ ਪਹਿਲਾਂ ਦੇਵਾਂਗੇ ਪੰਜਾਬ ਨੂੰ। ਇਹ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਸੱਲੀ ਲਈ ਉਹਨਾਂ ਨੇ ਬਿਆਨ ਦਿੱਤਾ ਹੋਵੇ ਕਿ ਭਾਈ ਅਸੀਂ ਪਹਿਲਾਂ ਹੀ ਕਹਿ ਦਿੰਦੇ ਮੁੱਖ ਮੰਤਰੀ ਚਿਹਰਾ ਪਹਿਲਾਂ ਦੇਵਾਂਗੇ, ਸੋਚ ਸਮਝ ਕੇ ਹਾਲੇ ਵੀ ਰਾਹ ਖੁੱਲ੍ਹੇ ਨੇ, ਆ ਜਾਓ ਤੁਸੀਂ। ਨਵਜੋਤ ਸਿੰਘ ਸਿੱਧੂ ਇੱਕ ਵਿਅਕਤੀ ਆ, ਉਹਦਾ ਇੱਕ ਗੁਣਾ, ਉਹ ਜਾਂ ਤਾਂ ਕਾਂਗਰਸ 'ਚ ਰਹੂ ਜਾਂ ਉਹ ਵੱਖਰੀ ਪਾਰਟੀ ਬਣੂ, ਕਿਸੇ 'ਚ ਨਹੀਂ ਜਾਂਦਾ। ਜਿਹੜਾ ਕਹਿੰਦੇ ਨੇ ਭਾਜਪਾ 'ਚ ਕਿਹੜਾ ਜਾਊ ਜੀ ਪੰਜਾਬ 'ਚ। ਮੈਂ ਇੱਕ ਵਾਰ ਤੁਹਾਡੇ ਨਾਲ ਨਹੀਂ ਹੋਰ ਇੰਟਰਵਿਊ ਸੀ, ਮੈਂ ਕਿਹਾ ਸਾਰੀਆਂ ਪਾਰਟੀਆਂ ਭਾਜਪਾ 'ਚ ਰਲ ਜਾਣ, ਭਾਜਪਾ 'ਚ ਤਾਂ ਵੀ ਭਾਜਪਾ ਦੀ ਸਰਕਾਰ ਨਹੀਂ ਆਉਂਦੀ। ਜਦੋਂ ਇਹ ਕਹਿੰਦੇ ਸੀ ਅਸੀਂ ਅੱਡ ਸੀਟਾਂ, ਸਿਚੁਏਸ਼ਨ ਪੰਜਾਬ ਦੀ ਹੋਰ ਆ ਬਈ ਜੀ। ਤੁਸੀਂ ਦੇਖੋ, ਮਤਲਬ ਭਾਜਪਾ ਜਿਹੜੀ ਕਹਿੰਦੀ ਸੀ ਸਰਕਾਰ ਬਣਾਵਾਂਗੇ, ਅਕਾਲੀਆਂ ਦੀ ਧੜੇਬੰਦੀ ਦੇ ਵਿੱਚੋਂ ਐਂ ਲਾਹਾ ਲੈ ਲਾਂਗੇ, ਇਹਨੂੰ ਉਭਾਰਦਾ, ਕਿੱਥੇ ਗਿਆ ਸਾਰਾ ਕੁਝ? ਸਾਹਿਬ, ਸਰਵੇ ਇਹ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਇਸ ਵੇਲੇ ਪੂਰੀ ਚੜ੍ਹਾਈ ਤੇ ਹੈ। ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਸਰਵੇ ਦੇ ਵਿੱਚ, ਦੂਜੇ ਨੰਬਰ ਤੇ ਕਾਂਗਰਸ ਚੱਲ ਰਹੀ ਹੈ, ਫਿਰ ਅਕਾਲੀ ਦਲ ਆਉਂਦੇ ਨੇ, ਫਿਰ ਬੀਜੇਪੀ ਤੇ ਚਲੋ ਖੈਰ ਖਤਮ ਹੀ ਹੋਈ ਪਈ ਹੈ। ਸਰਵੇ ਜੋ ਬੋਲ ਰਹੇ ਨੇ ਉਸ ਨੂੰ ਤੁਸੀਂ ਦੇਖ ਕੇ? ਪਹਿਲੀ ਗੱਲ ਤਾਂ ਇਹ ਹੈ ਵੀ ਹਾਲੇ ਸਰਵੇ ਵਾਲਾ ਮਾਹੌਲ ਹੀ ਨਹੀਂ ਪੰਜਾਬ 'ਚ। ਪੰਜਾਬ ਆ ਫੋਕਸ ਅੰਦੋਲਨ ਤੇ, ਚੋਣਾਂ ਤੇ ਪੰਜਾਬ ਫੋਕਸ ਨਹੀਂ ਹੈ। ਪਰ ਇਹ ਹੈ ਨਾ, ਜਿਹਨੂੰ ਤੁਸੀਂ ਕਹੋ ਮੋਦੀ ਸਰਕਾਰ ਦੀ, RSS ਦੀ, ਜਾਂ ਭਾਰਤੀ ਸਟੇਟ ਦੀ ਕਹੂੰ ਮੈਂ, ਉਹਦੀ ਪੰਜਾਬ ਖਾਤਰ ਇੱਕ ਵਿਲੱਖਣ ਨੀਤੀ ਆ। ਉਹਨਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ, ਉਹਨਾਂ ਨੂੰ ਕਹਿਤਾ ਵੀ ਸਰਗਰਮੀ ਸ਼ੁਰੂ ਕਰੋ ਪੰਜਾਬ 'ਚ। ਇੰਨਾ ਚਿਰ ਪਹਿਲਾਂ ਕੋਈ ਆਪਦੇ ਆਪ ਨੂੰ ਉਮੀਦਵਾਰ ਐਲਾਨਦਾ ਹੁੰਦਾ ਜੀ, ਜਿਵੇਂ ਸੁਖਬੀਰ ਨੇ ਐਲਾਨਤਾ, ਫਿਰ ਉਹਦੇ ਆਪਦੇ ਜਵਾਈ ਨਾਲ, ਆਪਦੇ ਜੀਜੇ ਨਾਲ ਕਹਿ ਦਿਓ, ਪਰਿਵਾਰਕ ਬੰਦਾ ਜਿਹਨੂੰ ਇੰਨਾ ਚਿਰ ਰੱਖਿਆ, ਜਿਹਦੇ
ਜਿਹੜਾ ਸਿਵਲ ਸਪਲਾਈ ਮੰਤਰੀ ਸੀ 10 ਸਾਲਾਂ ਦੇ ਵਿੱਚ, ਜਿਹੜੇ ਰਾਜੇਵਾਲ ਸਾਹਿਬ ਕਹਿੰਦੇ ਨੇ ਨਾ ਵੀ ਮੰਡੀ ਸਿਸਟਮ ਪੰਜਾਬ ਦਾ ਬਹੁਤ ਵਧੀਆ, ਬਿਲਕੁਲ ਵਧੀਆ, ਪਰ ਸਭ ਤੋਂ ਵੱਧ ਕਰਪਟ ਵੀ ਇਹ ਆ। ਮੰਡੀ 'ਚ ਕਰਪਸ਼ਨ ਵੀ ਸਭ ਤੋਂ ਵੱਧ ਇੱਥੇ ਆ, ਭੰਡਾਰਨ 'ਚ ਸਭ ਤੋਂ ਵੱਧ ਵੀ ਕਰਪਸ਼ਨ ਇੱਥੇ ਆ। ਜਿਹੜਾ 31,000 ਕਰੋੜ ਰੁਪਈਆ ਜਿਹਦੇ ਬਾਰੇ ਮਨਪ੍ਰੀਤ ਬਾਦਲ ਰੋਂਦਾ ਸੀ ਵੀ ਉਹ ਸਾਡੀਆਂ ਪੁਸ਼ਤਾਂ ਇਹਦਾ ਕੀ ਕਰਨੀ ਆ, ਜਿਹਦੇ ਬਾਰੇ ਕਾਂਗਰਸ ਕਹਿੰਦੀ ਸੀ ਜਾਂਚ ਕਰਾਵਾਂਗੇ, ਉਹ ਕਰਪਸ਼ਨ ਹੀ ਸੀ ਜਿਹੜਾ ਪੰਜਾਬ ਸਿਰ ਕਰਜ਼ਾ ਬਣਾਇਆ ਗਿਆ। ਸੋ ਇਸ ਕਰਕੇ ਇਹ ਸਟੈਪ ਜਿਹੜੇ ਉਹ ਲੈ ਰਹੇ ਨੇ ਘਬਰਾਹਟ ਚੋਂ, ਇਹਦਾ ਮਤਲਬ ਇਹ ਹੈ ਵੀ ਕਿਸਾਨ ਅੰਦੋਲਨ ਤੋਂ ਸੁਤਾ, ਕਿਸਾਨ ਅੰਦੋਲਨ ਦਾ ਜਿਹੜਾ ਪੰਜਾਬ ਦੀ ਸਿਆਸਤ 'ਤੇ ਅਸਰ ਪੈਣਾ, ਉਹ ਅਸਰ ਨੂੰ ਰੋਕਣ ਲਈ, ਖਾਰਜ ਕਰਨ ਲਈ ਸਾਰੀਆਂ ਫੌਜਾਂ ਸਰਗਰਮ ਹੋਈਆਂ ਨੇ। ਕਿਸਾਨ ਅੰਦੋਲਨ ਦੀ ਆਪਦੀ ਕਮਜ਼ੋਰੀ ਹੈ ਇੱਕ, ਜਿਵੇਂ ਉਹ ਕਹਿੰਦੇ ਆ ਨਾ 9 ਚੁੱਲ੍ਹੇ 18 ਬਈਏ, ਕਿ ਇਸ ਤਰ੍ਹਾਂ ਦੀ ਕਹਾਵਤ ਆ। ਮਤਲਬ 22 ਜ਼ਿਲ੍ਹੇ 29 ਜਥੇਬੰਦੀਆਂ, ਵੱਖ-ਵੱਖ ਵਿਚਾਰ ਤੇ ਸਾਰਿਆਂ ਦਾ ਇੱਕ ਸਾਂਝਾ ਵਿਚਾਰ, ਅਸੀਂ ਸਿਆਸਤ ਤੋਂ ਬਾਹਰ ਹਾਂ, ਪ੍ਰਚਲਿਤ ਸਿਆਸਤ ਤੋਂ ਬਾਹਰ ਹਾਂ। ਪਰ ਜਿੱਥੇ ਹੁਣ ਆ ਕੇ ਅੰਦੋਲਨ ਖੜ ਗਿਆ, ਪੋਲੀਟੀਕਲ ਪੋਜੀਸ਼ਨ ਲੈਣੀ ਪੈਗੀ ਨਾ ਜੀ। ਸੰਵਿਧਾਨ ਦੀ ਉਲੰਘਣਾ, ਰਾਜਾਂ ਦੇ ਹੱਕਾਂ ਦੀ ਗੱਲ ਆ, ਖੇਤੀ 'ਚ ਫੈਡਰਲ ਅਧਿਕਾਰਾਂ ਦੀ ਗੱਲ ਆ, ਇਹ 'ਚੋਂ ਫੈਡਰਲ ਸਿਆਸਤ ਨਿਕਲਦੀ ਆ। ਤੁਹਾਡੇ ਮਾਲੀ ਸਾਹਿਬ ਕੀ ਫਿਰ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਕਿਉਂਕਿ ਜਿਵੇਂ ਤੁਸੀਂ ਸਾਰੀ ਸਿਆਸੀ ਪਾਰਟੀਆਂ ਬਾਰੇ ਦੱਸਦਾ ਕਿ ਲੋਕਾਂ ਦਾ ਕੀ ਮਨ ਹੋ ਸਕਦਾ ਹੈ, ਤੇ ਕਿਸਾਨ ਅੰਦੋਲਨ ਦੇ ਉੱਤੇ ਲੋਕ ਟੇਕ ਲਾਈ ਬੈਠੇ ਨੇ, ਖਾਸ ਤੌਰ ਤੇ ਪੰਜਾਬ ਦੀ ਜਨਤਾ, ਉਹਨਾਂ ਨੂੰ ਉਮੀਦ ਹੈਗੀ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਉਭਰੂਗੀ ਜੋ ਪੰਜਾਬ ਨੂੰ ਉਤਾਰ ਦੇਗੀ। ਲੱਗਦਾ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਸਿਆਸੀ ਪਾਰਟੀ ਜਨਮ ਲਊਗੀ? ਦੇਖੋ ਜੀ, ਅੱਜ ਦੀ ਤਰੀਕ 'ਚ ਨਹੀਂ ਮੈਨੂੰ ਲੱਗਦਾ, ਪਰ ਇੱਕ ਗੱਲ ਕਰ ਸਕਦੀਆਂ ਨੇ ਕਿਸਾਨ ਜਥੇਬੰਦੀਆਂ, ਜਿਹੜਾ ਇਹ ਵਿਅਕਤੀਆਂ ਤੇ ਫੋਕਸ ਕਰ ਰਹੇ ਨੇ ਨਾ, ਕੈਪਟਨ ਦੀ ਸਰਕਾਰ, ਕੇਜਰੀਵਾਲ ਦੀ ਸਰਕਾਰ ਜਾਂ ਕਿਸੇ ਦੀ ਵੀ ਸਰਕਾਰ, ਕਿਸਾਨ ਜਥੇਬੰਦੀਆਂ ਦੀ ਇਹ ਹਾਲਤ ਹੈ ਕਿ ਉਹ ਪੰਜਾਬ ਦੀ ਸਿਆਸਤ ਨੂੰ, ਚੋਣ ਸਿਆਸਤ ਨੂੰ ਮੁੱਦਿਆਂ ਤੇ ਫੋਕਸ ਕਰਨ ਲਈ ਇੱਕ ਸਾਂਝਾ ਪ੍ਰੋਗਰਾਮ ਬਣਾ ਲੈਣ, ਜਿਹੜੇ ਉਹ ਬਣਾ ਸਕਦੀਆਂ ਨੇ ਬਾਵਜੂਦ ਸਾਰੇ ਮਤਭੇਦਾਂ ਤੇ। ਵੀ ਦੱਸੋ ਤੁਹਾਡੀ ਖੇਤੀ ਬਾਰੇ ਕੀ ਨੀਤੀ ਹੋਊ, ਤੁਹਾਡੀ ਸਿੱਖਿਆ ਬਾਰੇ ਕੀ ਨੀਤੀ ਹੋਊ, ਡਾਈਵਰਸੀਫਿਕੇਸ਼ਨ ਬਾਰੇ ਕੀ ਨੀਤੀ ਹੋਊ, ਇਹਦੇ ਬਾਰੇ ਕੀ। ਪੰਜਾਬ ਦੀ ਲੜਾਈ ਮੁੱਦਿਆਂ ਤੇ ਫੋਕਸ ਕਰਨ ਲਈ ਅੱਜ ਕਿਸਾਨ ਜਥੇਬੰਦੀਆਂ ਇਸ ਹਾਲਤ 'ਚ ਹੈਗੀਆਂ ਨੇ ਵੀ ਇੱਕ ਸਾਂਝਾ ਪ੍ਰੋਗਰਾਮ ਬਣਾ ਲੈਣ ਤੇ ਪੰਜਾਬ 'ਚ ਫੋਕਸ ਕਰਨ ਵੀ ਪਾਰਟੀਆਂ ਇਹਦੇ ਬਾਰੇ ਆਪੋ ਆਪ ਦਾ ਰੋਡ ਮੈਪ ਲੈ ਕੇ ਆਉਣ। ਕਿਉਂਕਿ ਚੋਣ ਮੈਨੀਫੈਸਟੋ 'ਚ ਇਹ ਤਾਂ ਖੇਡ ਜੀ, ਵਾਅਦੇ ਕਰੋ ਮੁੱਕਰ ਜਾਓ। ਉਹ ਇਹ ਪੋਜੀਸ਼ਨ ਲਿਆ ਸਕਦੀਆਂ ਵੀ ਚੋਣ ਮੈਨੀਫੈਸਟੋ ਆ ਜਿਹੜਾ, ਇਹਨੂੰ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇ ਤਾਂ ਕਿ ਇਹਦੇ ਉੱਤੇ ਜਵਾਬਦੇਹੀ ਵੀ ਤੈਅ ਕੀਤੀ ਜਾਵੇ। ਤੁਸੀਂ 4 ਸਾਲ ਕੁਛ ਨਹੀਂ ਕਰਦੇ ਜੀ। ਹੁਣ ਲਾਸਟ ਸਾਲ 'ਚ ਮਤਲਬ ਕੈਪਟਨ ਕਹਿੰਦਾ 85% ਪੂਰੇ ਹੋ ਗਏ ਜੀ, 15 ਕਰ ਦੂੰ ਮੈਂ 1 ਸਾਲ 'ਚ। ਇਹ ਜਿਹੜੀ ਹੱਥ ਦੀ ਸਫਾਈ ਦੀ ਖੇਡ ਆ ਨਾ ਜੀ, ਜਿਵੇਂ ਮਦਾਰੀ ਆ ਨਾ ਜੀ, ਉਹ ਡੁਗਡੁਗੀ ਖੜਕਾਉਂਦਾ, ਉੱਤੇ ਪਤੰਗ ਚਾੜਦਾ ਵੋਟਾਂ ਵੇਲੇ, ਹੇਠੋਂ ਗਿੱਜਾ ਕੱਟ ਲੈਂਦਾ। ਇਹ ਖੇਡ ਤੋਂ ਪੰਜਾਬ ਅੱਕਿਆ ਪਿਆ। ਇਹ ਖੇਡ ਨੂੰ ਬਦਲਣ 'ਚ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਰੋਲ ਨਿਭਾ ਸਕਦੀਆਂ ਜੇ ਉਹ ਪੰਜਾਬ ਲਈ ਇੱਕ ਲੋਕਾਂ ਦਾ ਏਜੰਡਾ ਸੈੱਟ ਕਰ ਦੇਣ ਤੇ ਲੋਕ ਹਰ ਇੱਕ ਨੂੰ ਘੇਰ ਕੇ ਪੁੱਛਣ, ਇਹ ਪਾਰਟੀਆਂ ਜਿਹੜੀਆਂ ਹੁਣ ਜ਼ੋਰ ਲਾ ਰਹੀਆਂ ਨੇ ਕਿਸਾਨ ਅੰਦੋਲਨ ਦਾ ਪੰਜਾਬ ਤੇ ਪ੍ਰਭਾਵ ਨਾ ਪਵੇ, ਦੇਸ਼ 'ਚ ਪੈ ਜੇ, ਉਹਦਾ ਕੋਈ ਹਰਜ ਨਹੀਂ। ਮਤਲਬ ਸਾਰੇ ਇਕਜੁੱਟ ਨੇ ਇਸ ਗੱਲ ਤੇ ਲੱਗੇ। ਇਹਨੂੰ ਤੋੜ ਆ, ਇਹਦਾ ਤੋੜ ਕਿਸਾਨ ਜਥੇਬੰਦੀਆਂ ਕੋਲੇ ਇੱਕ ਪੰਜਾਬ ਦੇ ਲੋਕਾਂ ਦਾ ਕਾਮਨ ਪ੍ਰੋਗਰਾਮ ਫਲੋਟ ਕਰਨਾ, ਲੋਕਾਂ ਨੂੰ ਉਹ 'ਤੇ ਲਾਮਬੰਦ ਕਰਨਾ। ਪੰਜਾਬ 'ਚ ਮਹਾਪੰਚਾਇਤਾਂ ਕਹਿ ਲਓ, ਉਹ ਲਾਮਬੰਦੀ ਸ਼ੁਰੂ ਕਰਨੀ, ਕਿਉਂਕਿ ਇਹਨਾਂ ਨੇ ਇੱਕ ਹਿਸਾਬ ਨਾਲ ਆਪਣੀ ਕਿਸੇ ਕਮਜ਼ੋਰੀ ਕਰਕੇ ਇਹਨਾਂ ਨੂੰ ਖਾਲੀ ਛੱਡਤਾ ਮੈਦਾਨ ਵੀ ਠੀਕ ਆ ਜੀ, ਇੱਥੇ ਪੰਚਾਇਤਾਂ ਨਹੀਂ ਕਰਾਂਗੇ ਕਿਉਂਕਿ ਪਹਿਲੀ ਪੰਜਾਬ ਦੀ ਲਾਮਬੰਦੀ ਹੋਈ ਆ, ਝੂਠੇ ਜਿਹੇ ਬਹਾਨੇ ਲਾ ਕੇ ਜਿਨ੍ਹਾਂ 'ਚ ਕੋਈ ਦਮ ਨਹੀਂ। ਫਿਰ ਦਿੱਲੀ ਮੋਰਚੇ ਤੋਂ ਧਿਆਨ ਹਟੂ। ਜੇ ਪੰਜਾਬ ਸਰਗਰਮ ਹੋਊ, ਦਿੱਲੀ ਮੋਰਚੇ 'ਚ ਤਾਂ ਧਿਆਨ ਵਧੂ ਲੋਕਾਂ ਦਾ। ਜੇ ਤੁਸੀਂ ਪੰਜਾਬ 'ਚ ਸਰਗਰਮੀ ਛੱਡਤੀ, ਧਿਆਨ ਫਿਰ ਤਾਂ ਸੁਖਬੀਰ ਤੇ ਮਜੀਠੀਏ ਵੱਲ ਜਾਊ, ਬਲਟੋਹੇ ਵੱਲ ਜਾਊ, ਫਿਰ ਤਾਂ ਕੈਪਟਨ ਤੇ ਸਿੱਧੂ ਵੱਲ ਜਾਊ, ਕੀ ਉੱਧਰ ਜਾਊ ਨਾ ਜੀ। ਇਸ ਕਰਕੇ ਉਹਨਾਂ ਨੂੰ ਪੰਜਾਬ ਤੇ ਫੋਕਸ ਕਰਨੀ ਚਾਹੀਦੀ ਹੈ, ਲਾਮਬੰਦੀ ਤੇ ਉਹ ਇੱਕ ਏਜੰਡਾ ਜੇ ਉਹ ਬਣਾ ਸਕਣ, ਖਾਸ ਕਰਕੇ ਰਾਜੇਵਾਲ ਜਾਂ ਉਗਰਾਹਾਂ ਵਾਲੇ ਜਿਹੜੀਆਂ 2 ਵੱਡੀਆਂ ਜਥੇਬੰਦੀਆਂ ਨੇ, ਇਹ ਜੇ ਇਸ ਪਾਸੇ ਅਗਵਾਈ ਕਰਨ ਉਹ ਪ੍ਰੋਗਰਾਮ ਬਣਾਉਣ ਦੀ, ਤਾਂ ਮੈਨੂੰ ਲੱਗਦਾ ਅੱਜ ਦੀ ਹਾਲਤ 'ਚ, ਚਾਹੇ ਚਾਹੁੰਦਾ ਤਾਂ ਮੈਂ ਵੀ ਇਹ ਹਾਂ ਵੀ ਬਦਲਵੀਂ ਸਿਆਸੀ ਪਾਰਟੀ ਹੋਣੀ ਚਾਹੀਦੀ ਆ, ਬਦਲਵੀਂ ਸਿਆਸਤ ਹੋਣੀ ਚਾਹੀਦੀ ਆ, ਵੱਖਰੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ, ਪਰ ਅੱਜ ਦੀ ਹਾਲਤ 'ਚ ਰੀਅਲਿਸਟ ਹੋ ਕੇ ਮੈਂ ਸੁਝਾਅ ਦੇ ਸਕਦਾ ਵੀ ਉਹਨਾਂ ਨੂੰ ਇਹ ਕਰਨਾ ਚਾਹੀਦਾ ਤੇ ਸਾਰੇ ਪਾਰਟੀਆਂ ਤੋਂ ਗੇੜਾ ਘੁਮਾ ਦੇਣਗੇ। ਇਹ ਪਾਰਟੀਆਂ ਤੋਂ ਜਿਹੜੇ ਹੁਣ ਇਹ ਆ ਨਾ ਵੀ ਕਿਸੇ ਨੂੰ ਟਿਕਟ ਦੇਤੀ ਲੈਤੀ, ਇਹ ਬਾਈ ਜੀ ਇਹਨਾਂ ਦੇ ਸਾਰੇ ਸਮੀਕਰਨ ਉਲਟ ਜਾਣਗੇ। ਮਾਲੀ ਸਾਹਿਬ, ਇਹਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਕਿਉਂਕਿ ਜਿਵੇਂ ਅਸੀਂ ਸਰਵੇ ਕਰਦੇ ਹਾਂ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਵਿੱਚ ਜਾ ਕੇ ਨਾ, ਜੋਗਿੰਦਰ ਸਿੰਘ ਉਗਰਾਹਾਂ ਜਿਹੜਾ ਨਾਮ ਹੈਗਾ ਉਹ ਉੱਭਰ ਕੇ ਸਾਹਮਣੇ ਆ ਰਿਹਾ। ਉਹ ਕਹਿੰਦੇ ਨੇ ਕਿ ਬੰਦਾ ਵੀ ਬੜਾ ਸਿਆਣਾ ਹੈਗਾ ਔਰ ਇਮਾਨਦਾਰ ਵੀ ਹੈਗਾ ਸ਼ਖਸ, ਛੇਤੀ ਵਿਕਣ ਵਾਲਾ ਵੀ ਇਨਸਾਨ ਨਹੀਂ ਮੰਨਿਆ ਜਾਂਦਾ ਇਹਦੇ ਵਿੱਚ। ਹੋਰ ਵੀ ਕਈ ਜਿਹੜੇ ਕਿਸਾਨ ਆਗੂ ਨੇ ਉਹਨਾਂ ਬਾਰੇ ਵੀ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਬੜੇ ਇਮਾਨਦਾਰ ਬੰਦੇ ਹੈਗੇ ਨੇ। ਤੇ ਫਿਰ ਜੇ ਪੰਜਾਬ ਦੇ ਲੋਕ ਇਹਨਾਂ ਦੇ ਪਿੱਛੇ ਅੱਜ ਲੱਗ ਰਹੇ ਨੇ, ਇਹਨਾਂ ਦੇ ਇੱਕ ਸੱਦੇ ਦੇ ਉੱਤੇ ਦਿੱਲੀ ਦੇ ਬਰੂਹਾਂ ਜਾਮ ਕੀਤੀਆਂ ਪਈਆਂ, ਇਹਨਾਂ ਦੇ ਇੱਕ ਸੱਦੇ ਦੇ ਉੱਤੇ ਕੁਰਬਾਨੀਆਂ ਦੇਣ ਲਈ ਤਿਆਰ ਨੇ, ਇਹਨਾਂ ਦੇ ਇੱਕ ਸੱਦੇ ਦੇ ਉੱਤੇ ਸ਼ਹੀਦੀਆਂ ਤੱਕ ਦੇ ਦਿੱਤੀਆਂ, ਇਹਨਾਂ ਦਾ ਇੱਕ ਸੱਦਾ ਆਵੇ ਤਾਂ ਹੁਣ ਜੋ ਆ ਗਿਆ ਹੁਕਮ ਦੇਣ ਤੇ ਉਹ ਵੀ ਕਰਨ ਨੂੰ ਤਿਆਰ ਨੇ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਅੱਗੇ ਲਾ ਕੇ ਅੱਜ ਪੰਜਾਬ ਦੀ ਸਿਆਸਤ ਵਿੱਚ ਕਦਮ ਰੱਖਣਾ ਚਾਹੀਦਾ ਜਦੋਂ ਪੰਜਾਬ ਦੀ ਜਨਤਾ ਹੀ ਇਹਨਾਂ ਦੇ ਨਾਲ ਹੈ? ਨਹੀਂ, ਮੈਂ ਤਾਂ ਬਿਲਕੁਲ ਚਾਹੁੰਦਾ ਵੀ ਇਹ ਪਾਰਟੀਆਂ ਨੇ ਜਿਹੜੀਆਂ, ਕਿ ਤੁਸੀਂ
5 ਸਾਲ ਉਹਨਾਂ ਨੂੰ ਚੁਣਦੇ ਹੋ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜਿਹਨੂੰ ਮਰਜ਼ੀ ਚੁਣ ਲਓ, 5 ਸਾਲ ਉਹਨਾਂ ਦੇ ਦਰਾਂ ਤੇ ਜਾਂਦੇ ਹੋ, ਫਿਰ ਸਾਨੂੰ ਆਹ ਦਿਓ। ਚੋਣਾਂ 'ਚ ਹਿੱਸਾ ਲੈਣਾ ਚਾਹੀਦਾ, ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ, ਸਿਆਸੀ ਪਲੇਟਫਾਰਮ ਬਣਾਉਣਾ ਚਾਹੀਦਾ। ਇਹ ਆ ਮੇਰੀ ਇੱਛਾ, ਪਰ ਮੈਨੂੰ ਇਹ ਪਤਾ ਵੀ ਹਕੀਕਤ 'ਚ ਪਾੜਾ। ਇਸ ਕਰਕੇ ਇੱਥੇ ਹੁਣ ਜਿਵੇਂ ਉਗਰਾਹਾਂ ਸਭ ਤੋਂ ਵੱਡੀ ਜਥੇਬੰਦੀ ਆ, ਉਹ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਜੀ। ਉਹ ਕਹਿੰਦੇ ਨੇ ਵੋਟਾਂ ਤੋਂ ਨਾ ਝਾਕ ਕਰੋ, ਆਪਦੀ ਰਾਖੀ ਆਪ ਕਰੋ। ਤੇ ਬਾਕੀ ਜਥੇਬੰਦੀਆਂ ਨੇ ਕੁਝ ਬਾਈਕਾਟ ਕਰਨ ਵਾਲੀਆਂ ਨੇ, ਕੁਝ ਜਥੇਬੰਦੀਆਂ ਇਹੀ ਆ ਜਿਹੜੀਆਂ ਕਹਿੰਦੇ ਜਿਹਨੂੰ ਜੋ ਮਰਜ਼ੀ ਵੋਟ ਪਾ ਦਿਓ। ਉਹਨਾਂ ਨੂੰ ਵੀ ਫਿਰ ਸਾਰੇ ਕਾਸੇ ਨੂੰ ਮੁੜ ਸੋਚ ਕੇ ਤਾਂ ਹੀ ਉਹ ਸਿਆਸੀ ਪਾਰਟੀ ਕੱਢ ਸਕਦੀਆਂ ਜੇ ਉਹ ਪੰਜਾਬ ਦੀ ਸਿਆਸਤ ਨੂੰ ਆਪਦੇ ਕੰਟਰੋਲ 'ਚ ਕਰਨ ਲਈ ਸਿਆਸੀ ਪ੍ਰੋਗਰਾਮ ਦੇਣ। ਜੇ ਚਲੋ ਉੱਥੇ ਤੱਕ ਉਹ ਨਹੀਂ ਪਹੁੰਚਦੀਆਂ, ਮੈਂ ਤਾਂ ਤੂੰ ਹੇਠਲਾ ਕਿਹਾ ਆਹ ਸਟੈਪ ਲੈ ਲਓ ਵੀ ਪੰਜਾਬ 'ਚ ਆਹ ਮੁੱਦਿਆਂ ਤੇ ਸਿਆਸਤ ਹੋਣੀ ਚਾਹੀਦਾ, ਪੰਜਾਬ ਨੂੰ ਆਹ ਮੁੱਦਿਆਂ ਦਾ ਹੱਲ ਚਾਹੀਦਾ, ਉਹਦੇ ਖਾਤਰ ਤੁਸੀਂ ਪੋਜੀਸ਼ਨਾਂ ਲਓ। ਇਹ ਵੀ ਕਿਸਾਨ ਘੋਲ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੋਊ। ਤਾਂ ਜੇ ਤੁਸੀਂ ਜਿਸ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਹੋ, ਕਹਿਣਗੇ ਸਿਆਸੀ ਪਾਰਟੀਆਂ ਸਾਰੀਆਂ ਕਹਿਣਗੀਆਂ ਹਾਂਜੀ ਜੀ ਅਸੀਂ ਕਰਾਂਗੇ, ਰੋਲਾ ਤਾਂ ਫਿਰ ਉਹੀ ਪੈ ਰਹਿਣਾ। ਅੰਦੋਲਨ ਹੁੰਦਾ ਨਾ ਜੀ, ਅੰਦੋਲਨ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ, ਪ੍ਰੋਗਰਾਮ ਬਣਾਇਆ ਜਾਂਦਾ, ਰੋਡ ਮੈਪ ਕੀਤਾ ਜਾਂਦਾ ਤੇ ਲੋਕ ਉਹਦੇ ਆਧਾਰ ਤੇ ਜਿੱਤਦੇ ਨੇ, ਫਿਰ ਉਹ ਤੋਂ ਭੱਜਣਾ ਬਹੁਤ ਔਖਾ ਹੁੰਦਾ। ਮੈਂ ਨਹੀਂ ਕਹਿੰਦਾ ਉਹ ਪ੍ਰੋਗਰਾਮ ਨੂੰ ਹਾਂ ਕਰਕੇ 100% ਪ੍ਰੋਗਰਾਮ ਨੂੰ ਲਾਗੂ ਕਰਨਗੀਆਂ। ਮੈਂ ਕਿਹਾ ਇਸ ਅੰਦੋਲਨ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਦਖਲ ਹੋ ਸਕਦਾ, ਮੋਹਰ ਛਾਪ ਲੱਗ ਸਕਦੀ ਆ। ਘੱਟ ਤੋਂ ਘੱਟ ਜਿਹੜੀ ਮੈਂ ਕਹਿੰਦਾ ਕਰਨੀ ਇਹਨਾਂ ਨੂੰ ਚਾਹੀਦੀ ਆ। ਵੱਡੀ ਗੱਲ ਇਹੀ ਆ ਜੋ ਵੀ ਨੇ, ਮੈਂ ਤਾਂ ਕਹਿੰਦਾ ਪਾਰਟੀਆਂ 'ਚ ਵੀ ਜਿਹੜੇ ਕੋਈ ਬੰਦੇ ਇਹੋ ਜਿਹੇ ਹੈਗੇ ਨੇ ਕਿਸਾਨ ਆਗੂ ਨੇ, ਇਹਨਾਂ ਨੂੰ ਖੇਤਰੀ ਪਾਰਟੀ ਫਲੋਟ ਕਰਨੀ ਚਾਹੀਦੀ ਆ, ਪਰ ਕਰਨੀ ਚਾਹੀਦੀ ਉਹ ਫੈਡਰਲ ਸਿਆਸਤ ਤੇ ਜਿਹੜੀ ਜਿੱਥੇ ਗੱਲ ਲੜੀ ਆ। ਜੇ ਮੁੜ ਕੇ ਉਸੇ ਰਾਮਕਾਰ 'ਤੇ ਆਉਣਾ ਵੀ ਉੱਤਰ ਕਾਟੋ ਮੈਂ ਚੜ੍ਹਾਂ ਅਸੀਂ ਆ ਗਏ, ਬੰਦੇ ਆਪਦੇ ਆਪ 'ਚ ਬੰਦੇ ਚੰਗੇ ਮੰਦੇ ਦੀ ਗੱਲ ਨਹੀਂ ਹੁੰਦੀ। ਬੰਦੇ ਦੀ ਨੀਤੀਆਂ ਕੀ ਨੇ, ਉਹਦਾ ਪ੍ਰੋਗਰਾਮ ਕੀ ਆ, ਉਹਦੇ ਵਿਚਾਰ ਕੀ ਆ, ਉਹ ਮਹੱਤਵਪੂਰਨ ਗੱਲ ਹੁੰਦੀ ਆ। ਜਿਹੜੀ ਨੀਤ ਆ, ਆਪਾਂ ਕਹਿੰਦਾ ਨੀਤ ਚੰਗੀ ਚਾਹੀਦੀ ਆ, ਸਭ ਕੁਝ ਹੋ ਜੂ। ਨੀਤ ਦਾ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਨੀਤੀਆਂ ਘੜਦੇ ਹੋ, ਜਦੋਂ ਤੁਸੀਂ ਫੈਸਲੇ ਲੈ ਕੇ ਆਉਂਦੇ ਹੋ। ਨਹੀਂ ਨੀਤ ਦਾ ਕਿਸੇ ਦਾ ਕੀ ਪਤਾ ਜੀ। ਹੁਣ ਅਗਲਾ ਸਭ ਕਿਸ ਅਗਲਾ ਕਿ ਮਾਲੀ ਯਾਰ ਬੜਾ ਸਮਝਦਾਰ ਆ, ਬਹੁਤ ਸਿਆਣੀਆਂ ਗੱਲਾਂ ਕਰਦਾ, ਅੰਦੋਲਨ ਬਾਰੇ ਵੀ ਗੱਲ ਕਰਦਾ, ਪਰ ਜੇ ਮੰਨ ਲਓ ਮਾਲੀ ਨੇ ਕੋਈ ਨੀਤੀ ਘੜਨੀ ਹੋਵੇ, ਫੈਸਲਾ ਦੇਣਾ ਹੋਵੇ, ਉਹ ਮੁੜ ਕੇ ਉਹੀ ਪੁਰਾਣੀ ਖੇਡ ਵਾਲਾ ਹੋਵੇ, ਫਿਰ ਇਹ ਨਵੀਂ। ਹੁਣ ਅਜਮੇ ਤੁਹਾਡੀ ਨਜ਼ਰਾਂ ਦੇ ਵਿੱਚ ਉਹ ਕਿਹੜਾ ਕਿਸਾਨ ਆਗੂ ਹੈਗਾ ਜਿਹਦੀ ਨੀਤ ਵੀ ਠੀਕ ਹੈ ਤੇ ਉਹ ਨੀਤੀਆਂ ਵੀ ਪੇਸ਼ ਕਰ ਸਕਦਾ ਪੰਜਾਬ ਦੇ ਲਈ? ਨਹੀਂ ਦੇਖੋ, ਉਹਨਾਂ ਨੇ ਆਪਦੇ ਆਪ ਦਾ ਜਦੋਂ ਘੇਰੀ ਸੀਮਿਤ ਕੀਤਾ ਹੋਇਆ ਜੀ, ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ? ਮੈਂ ਕਹਿੰਦਾ ਸਾਰੇ ਕਿਸਾਨ ਆਗੂ ਇਮਾਨਦਾਰ ਨੇ, ਸੋਚਾਂ ਵੱਖਰੀਆਂ ਨੇ। ਮੈਂ ਕਹਿੰਦਾ ਅੱਜ ਮੋਰਚੇ ਨੂੰ ਬਾਹਰੋਂ ਕੋਈ ਖਤਰਾ ਨਹੀਂ, ਪਰ ਅੰਦਰ ਸਮੱਸਿਆ ਹੈਗੀ ਆ। ਮਤਲਬ ਅੰਦਰੋਂ ਜੇ ਮੈਂ ਕਹਾਂ, ਮੇਰਾ ਇੱਕ ਦੋਸਤ ਮੈਨੂੰ ਕਹਿ ਰਿਹਾ ਸੀ, ਮਹਾ ਪਹਿਲਾਂ ਤਾਂ ਲੜਾਈ ਇਹ ਸੀ ਵੀ ਮੋਰਚੇ 'ਚ ਬਾਹਰੋਂ ਘੁਸਪੈਠ ਕਰਕੇ ਮੋਰਚੇ ਤੇ ਚਾਦਰ ਪਾਉਣ ਵਾਲੇ ਸੀ, ਉਹ ਤਾਂ ਮਸਲਾ ਹੋ ਗਿਆ ਹੱਲ। ਹੁਣ ਮੋਰਚੇ ਦੇ ਅੰਦਰ ਇਹੋ ਜਿਹੇ ਨੇ ਜਿਹੜੇ ਮੋਰਚੇ ਤੋਂ ਸੰਤੁਸ਼ਟ ਲੋਕ ਨੇ, ਜਿਹੜੇ ਉੱਥੋਂ ਭੱਜ ਕੇ ਆਏ ਨੇ ਜਾਂ ਜਿਹੜੇ ਸਵਾਲ ਉਠਾਉਂਦੇ ਨੇ, ਕੁਝ ਲੋਕ ਉਹਨਾਂ ਤੇ ਚਾਦਰ ਪਾਉਣ ਨੂੰ ਫਿਰਦੇ ਨੇ, ਕਿਉਂਕਿ ਉਹਨਾਂ ਦਾ ਆਪਦਾ ਆਧਾਰ ਛੋਟਾ। ਉਹਨਾਂ ਨੂੰ ਆਇਆ ਵੀ ਹਾਂ ਉਹਨਾਂ ਦੀ ਗੱਲ ਠੀਕ ਆ ਜੀ, ਇੰਨੀ ਕੁ ਮੰਨ ਲੈਣੀ ਚਾਹੀਦੀ ਆ ਜੀ, ਪੰਥਕ ਜਥੇਬੰਦੀਆਂ ਨੂੰ ਵੀ ਨਾਲ ਲੈ ਲੈਣਾ ਚਾਹੀਦਾ ਜੀ। ਹੁਣ ਬਾਬੇ ਰੋਜ਼ ਰੋਟੀਆਂ ਖਵਾਉਂਦੇ ਨੇ ਜੀ, ਉਹਨਾਂ ਦੀ ਵੀ ਕਮੇਟੀ ਬਣਾ ਦੇਣੀ ਚਾਹੀਦੀ ਆ ਜੀ। ਕੱਲ ਨੂੰ ਕਹੋਗੇ ਜਿਹੜੇ ਉੱਥੇ ਭਾਂਡਾ ਇਕੱਠਾ ਕਰਦੇ ਨੇ, ਉਹਨਾਂ ਦੀ ਵੀ। ਜਾਣੀ ਉਹ ਲੋਕ ਨੇ ਜਿਹੜੇ ਮੋਰਚੇ ਦੇ ਅੰਦਰ ਇੱਕ ਇਹੀ ਜਿਹੜਾ ਬਾਹਰੋਂ ਲੜਾਈ ਹੱਲ ਹੋ ਕੇ ਤਾਂ ਇਹ ਹੋ ਗਈ ਵੀ ਕੋਈ ਕਮੇਟੀ ਦੀ ਲੋੜ ਨਹੀਂ, ਸਾਰੇ ਕਿਸਾਨਾਂ ਨਾਲ। ਕਿਸਾਨਾਂ ਦੇ ਵਿੱਚੋਂ ਇੱਕ ਇਹੋ ਜਿਹੀ ਆਵਾਜ਼ ਉੱਠਣ ਲੱਗ ਗਈ, ਸਰਜੀਤ ਸਿੰਘ ਫੂਲ, ਮੈਨੂੰ ਨਾਂ ਲੈਣ 'ਚ ਕੋਈ ਇਹ 'ਚ ਵਿਤਕਰਾ ਨਹੀਂ, ਜਿਹੜਾ ਮੜ ਕੇ ਜਿਹੜੇ ਜਿੰਨੇ ਅੰਦੋਲਨ ਦੇ ਵਿਰੋਧੀ ਨੇ ਉਹ ਉਹਨਾਂ ਤੇ ਚਾਦਰ ਪਾਉਣ ਲੱਗਿਆ ਹੋਇਆ। ਇਹੀਆਂ ਜਿਹੀਆਂ ਗੱਲਾਂ ਦਾ ਮੋਰਚੇ ਨੂੰ ਨੁਕਸਾਨ ਹੁੰਦਾ। ਤੇ ਜਦੋਂ ਤੁਸੀਂ ਮੋਰਚੇ ਦੇ ਵਿੱਚ ਰਹਿ ਕੇ ਕਹੋ ਵੀ ਅਸੀਂ ਤਾਂ ਜੀ ਮੀਟਿੰਗ 'ਚ ਬਹੁਤ ਗੱਲਾਂ ਰੱਖਦੇ ਹਾਂ, ਸਾਡੀਆਂ ਮੰਨਦੇ ਨਹੀਂ, ਤੇ ਫਿਰ ਤੁਸੀਂ ਇਹ ਐਲਾਨ ਕਰੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ 40 ਜਥੇਬੰਦੀਆਂ ਨੇ, ਜੇ 39 ਭੱਜ ਜਾਣਗੀਆਂ ਮੈਂ ਨਹੀਂ ਭੱਜਦਾ, ਤੂੰ ਖੜੇਗਾ ਕਿੱਥੇ? ਪੱਲੇ ਨਹੀਂ ਢਿੱਲਾ ਕਰਦੀ ਮੇਲਾ। ਇਹਦਾ ਸਾਰਿਆਂ ਦਾ ਰਲ ਕੇ ਇਕੱਠਾ ਹੋਇਆ। ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਤੇ ਨਾ ਹਮ ਹੀ ਬਚੇ ਨਾ ਤੁਮ ਹੀ ਬਚੋਗੇ ਨਾ ਸਾਥੀ ਤੁਹਾਰੇ। ਮੋਰਚੇ ਦੀ ਸਫਲਤਾ ਲਈ ਜਿਹੜਾ ਜਿੰਨਾ ਸ਼ਹਿਰਦਤਾ ਨਾਲ ਜਿੰਨਾ ਵਧੀਆ ਕੰਮ ਕਰੂ, ਉਹਦੀ ਸਿਆਸਤ ਚਾਹੇ ਨਕਸਲਵਾੜੀ ਆ, ਚਾਹੇ ਖਾਲਿਸਤਾਨੀ ਆ, ਚਾਹੇ ਖੁਦਮੁਖਤਿਆਰੀ ਆ, ਲੋਕਾਂ ਦਾ ਉਹਨੂੰ ਉਨੀ ਹੁੰਗਾਰਾ ਚੰਗਾ ਮਿਲੂ। ਜਿਵੇਂ ਪਹਿਲਾਂ ਕਿਹਾ ਨਾ ਜੀ, ਮੋਰਚੇ ਆਪ ਦਾ ਕੋਠਾ ਲਿਪ ਰਿਹਾ, ਸੀਮਤ ਮੁੱਦਾ, ਵੱਡਾ ਮੁੱਦਾ, ਸੀਮਤ ਮੁੱਦਾ ਪਰ ਹੈ ਬਹੁਤ ਵੱਡਾ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਅਲੱਗ ਐਡੀ ਕੀ ਗੱਲ ਆ, ਛੋਟੀ ਜਿਹੀ ਗੱਲ ਆ। ਇੱਕ ਅਮਲ ਚੱਲ ਰਿਹਾ ਸੀ ਭਾਰਤ ਨੂੰ ਭਗਵੀਂ ਚਟਣੀ ਬਣਾਉਣ ਦਾ, ਇੱਕ ਦੇਸ਼, ਉਹਦੇ ਮੂਹਰੇ ਨੱਕਾ ਲਾਤਾ, ਫੈਡਰਲ ਸਵਾਲ ਸਾਹਮਣੇ ਉਠਾਤਾ, ਬਹੁਤ ਵੱਡਾ ਮਸਲਾ ਹੈ। ਹੁਣ ਜਿਹੜਾ ਕਿਸਾਨੀ ਦੇ ਕੋਠੇ ਨੂੰ ਲਿਪਣ ਲਈ ਜਿੰਨਾ ਕੁ ਵਧੀਆ ਯਤਨ ਕਰੂ, ਉਹਨੂੰ ਉਨਾ ਹੀ ਜਸ ਮਿਲੂ, ਚਾਹੇ ਉਹ ਉਗਰਾਹਾਂ, ਚਾਹੇ ਦਰਸ਼ਨਪਾਲ ਆ, ਕੋਈ ਵੀ ਆ ਜਿਹੜਾ ਇਹਦੇ ਹੇਠੋਂ ਇੱਟਾਂ ਕੱਢੂ ਜਾਂ ਇਹਦੀ ਪੌੜੀ ਤੇ ਚੜ੍ਹ ਕੇ ਆਪਣੀ ਸਿਆਸਤ ਦਾ ਚਵਾਰਾ ਛੱਤੂ, ਚਾਹੇ ਉਹ ਖਾਲਿਸਤਾਨ ਆ, ਚਾਹੇ ਲਾਲ ਇਨਕਲਾਬ ਆ, ਉਹਨੇ ਉਹਨਾਂ ਘਾਟਾ ਪਾ ਜਾਣਾ। ਮੋਰਚੇ ਦੀ ਸਫਲਤਾ 'ਚ ਨਾ ਸਿਰਫ ਪੰਜਾਬ, ਨਾ ਸਿਰਫ ਦੇਸ਼, ਦੁਨੀਆ ਦੇ ਜਿੰਨੇ ਸੰਜੀਦਾ ਲੋਕ ਨੇ, ਉਹਨਾਂ ਨੂੰ ਸਭ ਨੂੰ ਸੁੱਖ ਦਾ ਸਾਹ ਮਿਲੂ। ਇਸੇ ਕਰਕੇ ਸਭ ਤੋਂ ਵੱਧ ਦੁੱਖ ਹੁੰਦਾ ਨਾ ਜੀ,
ਵੀ ਪੰਜਾਬ ਨੂੰ ਸਾਰੀ ਦੁਨੀਆ ਸਿਹਰਾ ਦੇ ਰਹੀ ਆ ਵੀ ਪੰਜਾਬ ਸਿਰ ਦਾ ਤਾਜ ਆ, ਲੀਡਰਾਂ ਨੂੰ ਸਿਹਰਾ ਦੇ ਰਹੀ ਆ। ਸਾਰੇ ਕਾਸੇ ਦੇ ਬਾਵਜੂਦ ਸਾਰੀ ਪੰਜਾਬ ਦੀ ਲੀਡਰਸ਼ਿਪ 32 ਇਹ ਨੇ 8 ਬਾਹਰਲੇ ਨੇ ਸਾਰੀ ਕਮੇਟੀ 'ਚ। ਮਤਲਬ ਪਰ ਜਿਹੜਾ ਮੋਰਚੇ ਦਾ ਚਮਕਦਾ ਚੰਦ ਰਿਹਾ, ਸਭ ਤੋਂ ਵੱਧ ਉਸ ਚੰਦ ਤੇ ਧੱਬਾ ਲਾਉਣ ਦੀ ਕੋਸ਼ਿਸ਼ ਪੰਜਾਬ 'ਚ ਹੋ ਰਹੀ ਆ। ਇਹੀ ਦੇਖ ਕੇ ਦੁੱਖ ਹੋ ਰਿਹਾ। ਕਿਸੇ ਸੂਬੇ 'ਚ ਵਿਰੋਧ ਨਹੀਂ ਹੈ, ਸਿਰਫ ਪੰਜਾਬ 'ਚ ਹੋ ਰਿਹਾ। ਕਿੰਨਾ ਕੁ ਹੋ ਰਿਹਾ, ਉਹਦੀ ਕਿੰਨੀ ਕੁ ਫੂਕ ਨਿਕਲ ਗਈ, ਨਵਾਂ ਕੀ ਰੂਪ ਹੋਊ, ਉਹ ਅੱਡ ਗੱਲ ਆ। ਮਾਲੇ ਸਾਹਿਬ, ਇਸ ਵਿਚਾਲੇ ਜੇ ਆਪਾਂ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੱਕ ਵੱਡਾ ਇਸ਼ੂ ਰਿਹਾ ਪੰਜਾਬ ਦੇ ਵਿੱਚ, ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਸਿੱਧੇ ਤੌਰ ਤੇ ਇੱਕ ਦਾਬਾ ਜ਼ਰੂਰ ਮਾਰਿਆ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਕਿ ਰਿਪੋਰਟ ਤਿਆਰ ਹੋ ਚੁੱਕੀ ਹੈ, ਜਾਂਚ ਰਿਪੋਰਟ ਤਿਆਰ ਹੋਈ ਹੈ, ਉਹਦੇ 'ਚ ਕਈ ਸਿਆਸਤਦਾਨਾਂ ਦੇ ਤੇ ਕਈ ਪੁਲਿਸ ਅਫਸਰਾਂ ਦੇ ਵੀ ਨਾਮ ਆਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਇਹ ਜਿਹੜਾ ਮੁੱਦਾ ਹੈਗਾ ਚੋਣਾਂ ਦੇ ਉੱਤੇ ਕਿੰਨਾ ਕੁ ਅਸਰ ਪਾਊਗਾ? ਦੇਖੋ, ਮੁੱਦਾ ਇਹ ਗੰਭੀਰ ਆ, ਮੁੱਦਾ ਇਹ ਜਜ਼ਬਾਤੀ ਆ, ਪਰ ਹੁਣ ਚੋਣਾਂ ਨੇ ਜਿਹੜੀਆਂ ਜਜ਼ਬਾਤਾਂ ਦੇ ਆਧਾਰ ਤੇ ਨਹੀਂ ਹੋਣੀਆਂ, ਵਿਅਕਤੀਆਂ ਦੇ ਆਧਾਰ ਤੇ ਨਹੀਂ ਹੋਣੀਆਂ, ਮੁੱਦਿਆਂ ਦੇ ਆਧਾਰ ਤੇ ਹੋਣੀਆਂ। ਤੇ ਇਹ 'ਚ ਕੱਲਾ ਬਰਗਾੜੀ ਮੁੱਦਾ ਇੱਕ ਮੁੱਦਾ, ਕਿਸੇ ਮੌਕੇ ਇਹਦੇ ਦੁਆਲੇ ਸਾਰਾ ਪੰਜਾਬ ਘੁੰਮ ਗਿਆ ਸੀ, ਇਹ 'ਚ ਕੋਈ ਰੌਲਾ ਨਹੀਂ, ਪਰ ਬਹੁਤ ਪਾਣੀ ਪੁਲਾਂ ਦੇ ਹੇਠ ਦੀ ਲੰਘ ਗਿਆ। ਬਰਗਾੜੀ ਮੋਰਚੇ ਵਾਲੇ ਵੀ ਲੋਕਾਂ ਨੇ ਦੇਖ ਲਏ, ਸਰਕਾਰ ਨੇ ਬਰਗਾੜੀ ਮੋਰਚੇ ਨਾਲ ਵਾਅਦੇ ਕੀਤੇ ਸੀ ਉਹ ਵੀ ਦੇਖ ਲਏ। ਹੁਣ ਕਮਰ ਵਿਜੇ ਪ੍ਰਤਾਪ ਨੇ ਇਹ ਵੀ ਕਹਿਤਾ ਫਾਈਨਲ ਰਿਪੋਰਟ ਹੋ ਗਈ। ਪਰ ਜਿਹੜਾ ਦਿੱਲੀ ਆ, ਦਿੱਲੀ ਨੇ ਵੀ ਕੁਝ ਕਹਿਣਾ ਨਾ ਅਮਰਿੰਦਰ ਨੂੰ। ਅਮਰਿੰਦਰ ਉਹ ਤੋਂ ਬਾਗੀ ਹੋ ਕੇ ਕਿਵੇਂ ਕਰ ਲੂ? ਅਮਰਿੰਦਰ ਅੱਜ ਜੇ ਅਮਰਿੰਦਰ ਮੁੜ ਕੇ ਪੀਕੇ ਨੂੰ ਲੈ ਕੇ ਆ ਗਿਆ, ਉਹੀ ਪੁਰਾਣਾ ਖੇਡ ਖੇਡਣ ਲਈ, ਅੱਜ ਜੇ ਅਮਰਿੰਦਰ ਛੇਤੀ ਸ਼ੁਰੂ ਕਰ ਰਿਹਾ, ਅੱਜ ਜੇ ਅਮਰਿੰਦਰ ਅੱਜ ਵੀ ਜੇ ਕਹਿ ਰਿਹਾ ਪਾਕਿਸਤਾਨ ਤੋਂ ਖਤਰਾ, ਭਾਰਤ ਸਰਕਾਰ ਚੀਨ ਨਾਲ ਸਮਝੌਤਾ ਕਰ ਰਹੀ ਆ, ਉਹਦੇ ਨਾਲ ਕਰ ਰਹੀ ਆ, ਤੇ ਅੱਜ ਕਿਸਾਨ ਅੰਦੋਲਨ ਦੇ ਦੌਰਾਨ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਨਹੀਂ ਛੱਡਦਾ। ਪਾਕਿਸਤਾਨ ਦੇ ਮੰਤਰੀ ਨੇ ਕਿਹਾ ਵੀ ਪਿਛਲਾ ਭੁੱਲ ਕੇ ਅਮਨ ਸ਼ਾਂਤੀ ਕਰਨ ਦੀ ਲੋੜ ਆ। ਕੋਈ ਭਾਰਤ ਦਾ ਮੰਤਰੀ ਨਹੀਂ ਬੋਲਿਆ, ਵਿਦੇਸ਼ ਮੰਤਰੀ ਨੂੰ ਸਭ ਤੋਂ ਪਹਿਲਾਂ ਹੀ ਬੋਲਿਆ ਬਿਲਕੁਲ ਨਹੀਂ, ਆਏ ਨਹੀਂ, ਪਹਿਲਾਂ ਆਹ ਬੰਦ ਕਰੋ, ਫਿਰ ਗਾਹਾਂ ਹੋਰ, ਪਹਿਲਾਂ ਇਹ ਸਮਝੌਤਾ ਕਰੋ, ਜੇ ਚੀਨ ਨਾਲ ਸਾਡੀ ਖੜਕ ਗਈ ਤੁਸੀਂ ਚੀਨ ਨਾਲ ਨਹੀਂ ਖੜੋਗੇ। ਸੋ ਇਸ ਕਰਕੇ ਜਾਖੜ ਨੇ ਇੱਕ ਵਾਰ ਕਿਹਾ ਸੀ ਵੀ ਸਾਡਾ ਜਿਹੜਾ ਮੁੱਖ ਮੰਤਰੀ ਆ, ਅਸ ਮੁੱਖ ਮੰਤਰੀ ਪਹਿਲਾਂ ਤੇ ਨਾ ਫੌਜੀ ਪਹਿਲਾਂ, ਮੁੱਖ ਮੰਤਰੀ ਬਾਅਦ 'ਚ, ਤੇ ਜੇ ਮੁੱਖ ਮੰਤਰੀਸ਼ਿਪ ਕਰਨੀ ਹੈ ਤਾਂ ਮੁੱਖ ਮੰਤਰੀ ਪਹਿਲਾਂ ਬਣਨਾ ਪਊ। ਤੇ ਕਾਂਗਰਸ ਆ ਜਿਹੜੀ, ਮੈਂ ਸੁਨੀਲ ਜਾਖੜ ਦਾ ਵੀ ਸੁਣਿਆ, ਉਹ ਵੀ ਪੰਜਾਬ ਤੋਂ ਧਿਆਨ ਡੀਫੋਕਸ ਕਰਨ ਖਾਤਰ, ਜੋ ਸਿੱਧੂ ਮਸਲੇ ਉਭਾਰ ਰਿਹਾ ਉਹਨਾਂ ਤੋਂ ਧਿਆਨ ਭਟਕਾਉਣ ਖਾਤਰ ਸਿੱਧੂ ਦੀ ਉਹ ਗੱਲ ਵਰਤ ਰਹੇ ਨੇ ਵੀ ਦੇਖੋ ਜੀ, ਸਿੱਧੂ ਸਾਹਿਬ ਨੇ ਐਲਾਨ ਕੀਤਾ ਵੀ ਜਦੋਂ ਤੱਕ ਰਾਹੁਲ ਭਈਆ ਪ੍ਰਧਾਨ ਮੰਤਰੀ ਨਹੀਂ ਬਣਦਾ ਉਦੋਂ ਤੱਕ ਮੇਰੀ ਜੰਗ ਜਾਰੀ ਰਹੂ। ਤੇ ਰਾਹੁਲ ਭਈਏ ਨੂੰ ਪ੍ਰਧਾਨ ਮੰਤਰੀ ਬਣਾਉਣਾ ਤਾਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਜ਼ਰੂਰੀ ਆ। ਪੰਜਾਬ ਦੇ ਵਿੱਚ ਸਰਕਾਰ ਤਾਂ ਬਣਨੀ ਜੇ ਸਿੱਧੂ ਪੰਜਾਬ 'ਚ ਸਰਕਾਰ ਬਣਾਉਣ ਲਈ ਆਪਦਾ ਯੋਗਦਾਨ ਪਾਊ। ਸਿੱਧੂ ਦੇ ਏਜੰਡੇ ਤੋਂ ਚੱਕ ਕੇ ਉਹ 24 ਤੇ ਏਜੰਡਾ ਲਿਜਾਣਾ ਚਾਹੁੰਦੇ ਆ, ਪੰਜਾਬ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕਰਨਾ ਚਾਹੁੰਦੇ। ਨੀਤ ਤੇ ਨੀਤਾਂ ਸਾਰਿਆਂ ਦੀਆਂ ਸਾਹਮਣੇ ਨੇ, ਆਉਣ ਵਾਲੇ ਸਮੇਂ 'ਚ ਲੋਕਾਂ ਨੇ ਫੈਸਲਾ ਕਰਨਾ। ਪਰ ਸਾਡਾ ਦੁਖਾਂਤ ਇਹ ਹੈ ਪੰਜਾਬੀਆਂ ਦਾ, ਅਸੀਂ ਆਪਣੇ ਮੂਲ ਨਾਲ ਉਖੜ ਗਏ। ਸਾਡਾ ਤਾਂ ਸ਼ਬਦ ਗੁਰੂ ਵਿਚਾਰ ਆ, ਅਸੀਂ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਬਣਨ ਲੱਗ ਗਏ, ਵਿਚਾਰਾਂ ਨਾਲ ਟੁੱਟ ਗਏ। ਪੰਜਾਬ ਨੂੰ ਮੋਰਚੇ ਨੇ ਪੰਜਾਬ ਮੋੜਤਾ ਆਪਦੇ ਮੂਲ ਵੱਲ। ਮੋਰਚੇ ਨੇ ਲਿਆਂਦੀ ਵੀ ਸਿੱਖੀ ਕੀ ਹੁੰਦੀ ਆ, ਸਿੱਖੀ ਦੀ ਸ਼ਾਨ ਦੁਨੀਆ 'ਚ ਬੁਲੰਦ ਹੋ ਰਹੀ ਆ, ਇਹ 'ਚ ਕੋਈ ਰੌਲਾ ਨਹੀਂ। ਪਰ ਸਾਡਾ ਵਿਚਾਰ ਪ੍ਰਵਾਹ ਜਿਹੜਾ ਕਹਿੰਦੇ ਨਾ ਮੋਰਚੇ 'ਚੋਂ ਮਨੁੱਖ ਬਦਲ ਕੇ ਆਉਣਗੇ, ਉਹ ਬਦਲੇ ਹੋਏ ਮਨੁੱਖਾਂ ਨੂੰ ਵਿਚਾਰਾਂ ਦੇ ਨਾਲ ਹੀ ਜੁੜਨਾ ਚਾਹੀਦਾ। ਵਿਚਾਰ ਜਦੋਂ ਤੁਸੀਂ ਪ੍ਰਮੁੱਖ ਹੋ ਜਾਣਗੇ ਫਿਰ ਸਾਰਾ ਕੁਝ ਨਿੱਤਰਨ ਦੇ ਰਾਹ ਪੈ ਜਾਊ। ਜੀ ਮਾਲੀ ਸਾਹਿਬ, 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਕਿਸਾਨ ਅੰਦੋਲਨ ਪਹਿਲਾਂ ਤਾਂ ਵੱਡੀਆਂ ਮੰਗਾਂ ਸਨ ਕਿ ਅਸੀਂ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਤਿੰਨੇ ਰੱਦ ਕਰਵਾਉਣੇ ਨੇ, MSP ਦਾ ਕਾਨੂੰਨੀਕਰਨ ਹੋਣਾ ਚਾਹੀਦਾ ਹੈਗਾ। ਇਹ ਅੱਜ ਉਸ ਮੰਗਾਂ ਤੋਂ ਵੀ ਉੱਪਰ ਅੰਦੋਲਨ ਜਾ ਚੁੱਕਿਆ ਹੈ। 5 ਸੂਬਿਆਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿ BJP ਨੂੰ ਤੁਸੀਂ ਵੋਟ ਨਹੀਂ ਪਾਉਣੀ। ਕੀ ਲੱਗਦਾ ਕਿ ਅੱਜ ਇਹ ਜਿਹੜੀਆਂ ਵੱਡੀਆਂ ਮੰਗਾਂ ਹੈਗੀਆਂ ਸੀ, ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ, ਇਸ ਅੱਗੇ ਕੇਂਦਰ ਸਰਕਾਰ ਚੁੱਕੇਗੀ, ਕਾਨੂੰਨੀਕਰਨ ਕਰੇਗੀ MSP ਦਾ ਜਾਂ ਨਹੀਂ ਕਰੂਗੀ, ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ ਹੋਣਗੇ? ਦੇਖੋ ਜੀ, ਮੋਰਚਾ ਜਿੱਤਿਆ ਪਿਆ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਜਿਹੜੇ ਪਹਿਲਾਂ ਲੋਕ ਕਹਿੰਦੇ ਸੀ ਪਹਿਲੀ ਮੀਟਿੰਗ 'ਚੋਂ ਨਹੀਂ ਨਿਕਲਿਆ, ਦੂਜੀ 'ਚੋਂ ਕੁਛ ਨਹੀਂ ਨਿਕਲਿਆ, ਮੈਂ ਉਦੋਂ ਕਹਿੰਦਾ ਰਿਹਾ ਹਰ ਇੱਕ ਮੀਟਿੰਗ 'ਚ ਸਾਡੇ ਆਗੂ ਜਿੱਤ ਕੇ ਮੁੜਦੇ ਰਹੇ ਨੇ। ਮਤਲਬ ਲੜਾਈ ਉਹਨਾਂ ਨੇ ਕਿੰਨੀ ਖੰਡਾਈ ਸੀ, ਖੰਡਾ ਕੇ ਲਿਆ ਕੇ ਆ ਕੇ ਨੁਕਤੇ ਤੇ ਕੇਂਦਰਿਤ ਕਰਤੀ ਨਾ, ਸਾਰੀਆਂ ਸਾਬਤ ਕਰਤੇ, ਜਿੱਤ ਹੀ ਹੋਈਆਂ ਉਹ ਲਗਾਤਾਰ। ਸੁਪਰੀਮ ਕੋਰਟ 'ਚ ਰੋਕ ਲੱਗੀ ਹੋਈ ਆ, ਸਰਕਾਰ ਕਹਿੰਦੀ ਹੈ 2 ਸਾਲ ਖਾਤਰ ਰੋਕ ਲਾ ਲਾਂਗੇ, 1.5 ਸਾਲ ਖਾਤਰ ਲਾ ਲਾਂਗੇ, ਮੋਰਚਾ ਸਾਲ ਹੋਰ ਚੱਲ ਗਿਆ ਤੇ ਸਰਕਾਰ ਦੇ ਖਤਮ ਹੋਣ ਤੱਕ ਰੋਕ ਲੱਗੂ ਰਹੇਗੀ। ਇਸ ਕਰਕੇ ਮੋਰਚਾ ਗਿਆ ਜਿੱਤ। ਪਰ ਕਿਉਂਕਿ ਸਰਕਾਰ ਦੀ ਜਿਹੜਾ ਅੜੀਅਲ ਰਵੱਈਆ ਜਿਹੜਾ ਇਹ ਬਣਾਇਆ ਜਾ ਰਿਹਾ ਹੈ ਨਾ ਵੀ ਮੋਦੀ ਨਹੀਂ ਪਿੱਛੇ ਮਟਦਾ, ਉਹਦੇ ਖਾਤਰ ਹੁਣ ਲੋਕਾਂ ਦੀ ਲਾਮਬੰਦੀ ਜ਼ਰੂਰੀ ਆ। ਲਾਮਬੰਦੀ ਦੇ ਵਿੱਚ ਠੀਕ ਆ, ਭਾਰਤ ਸਰਕਾਰ ਜੋ ਕੰਮ ਕਰ ਰਹੀ ਹੈ ਸਿਰਫ ਵੋਟਾਂ ਖਾਤਰ ਨਹੀਂ ਕਰ ਰਹੀ, ਇੱਕ ਨਵਾਂ ਸਿਸਟਮ ਉਸਾਰ ਰਹੀ ਆ, ਕਾਰਪੋਰੇਟ ਦੇ ਹੱਥ 'ਚ ਦੇ ਰਹੀ ਆ ਸਾਰਾ ਕੁਝ, ਮਾਇਆਧਾਰੀਆਂ ਦੇ ਹੱਥ 'ਚ ਦੇ ਰਹੀ ਆ। ਉਹਦੇ ਨਾਲ ਵੋਟਾਂ ਦਾ ਵੀ ਇਹਨਾਂ ਨੂੰ ਫਿਕਰ ਆ।
ਸੋ ਇਸ ਕਰਕੇ ਇਹ ਆਪਾਂ ਜੇ ਕਹੀਏ ਮੰਗਾਂ ਛੱਡ ਗਏ, ਇਹ ਕਹਿੰਦੇ ਨੇ ਕਿਉਂਕਿ ਇਹਨਾਂ ਨੇ ਸਾਡੀਆਂ ਮੰਗਾਂ ਖਾਤਰ ਆਹ ਰਵੱਈਆ ਧਾਰਨ ਕੀਤਾ ਹੋਇਆ, ਇਹਨਾਂ ਨੂੰ ਵੋਟਾਂ 'ਚ ਵੀ ਸਜ਼ਾ ਦਿਓ, ਜਿਹਨੂੰ ਉਹ ਵੋਟ ਦੀ ਚੋਟ ਕਹਿੰਦੇ ਨੇ। ਇਸੇ ਤੇ ਉਹ ਸਹਿਮਤ ਹੋ ਸਕਦੇ ਸੀ ਇੰਨੀ ਤੇ, ਇਹ ਸਹੀ ਫੈਸਲਾ ਉਹਨਾਂ ਦਾ। ਤੇ ਇਹ ਵੱਡਾ ਦਬਾਅ ਪਾਊ, ਮੈਂ ਜਿੱਥੋਂ ਤੱਕ ਮੇਰੀ ਅਸੈਸਮੈਂਟ ਆ ਜਾਂ ਜਾਣਕਾਰੀ ਆ, ਸਰਕਾਰ ਹਿੱਲੀ ਪਈ ਆ। ਹੁਣ ਤਾਂ ਬਹਿਸ ਇਹ ਚੱਲ ਰਹੀ ਆ ਅੰਦਰ, ਕੀ ਚੋਣਾਂ ਤੋਂ ਪਹਿਲਾਂ ਸਮਝੌਤਾ ਕਰੀਏ ਕਿ ਚੋਣਾਂ ਤੋਂ ਬਾਅਦ। ਮੋਦੀ ਤੇ ਇਹ ਕਹਿੰਦੀ ਆ ਵੀ ਚੋਣਾਂ ਦਾ ਰਿਜ਼ਲਟ ਦੇਖ ਲਓ, ਦੂਜੀ ਤੇ ਇਹ ਕਹਿੰਦੀ ਆ ਵੀ ਚੋਣਾਂ ਜੇ ਜਿੱਤ ਗਏ ਫਿਰ ਤਾਂ ਹੋਰ ਲੜਾਈ ਵਧੂਗੀ, ਉਹਦੇ ਵਿੱਚ ਹੋਰ ਜ਼ਿਆਦਾ ਨੁਕਸਾਨ ਹੋਊ ਸਾਡਾ। ਅੰਦੋਲਨ ਤਾਂ ਹੁਣ ਪਿੱਛੇ ਮੁੜਨ ਵਾਲਾ ਹੈ ਨਹੀਂ, ਇਹਨੂੰ ਖਦੇੜਿਆ ਵੀ ਨਹੀਂ ਜਾ ਸਕਦਾ। ਤੇ ਇਸ ਕਰਕੇ ਪਹਿਲਾਂ ਕਰ ਲੈਣਾ ਚਾਹੀਦਾ। ਉਹਨਾਂ ਨੂੰ ਆਇਆ ਵੀ ਅਸੀਂ ਜਿੱਤ ਜਾਾਂਗੇ, ਜਿੱਤ ਕੇ ਫਿਰ ਅਸੀਂ ਮਤਲਬ ਜਿਹਨੂੰ ਆਪਾਂ ਕਹਿੰਦੇ ਅੱਪਰ ਹੈਂਡ ਹੋ ਜੂ ਸਾਡਾ। ਕਿਸਾਨਾਂ ਹੁਣ ਅੱਪਰ ਹੈਂਡ ਕਿਸਾਨਾਂ ਦਾ, ਜਿਹੜੀ ਸਰਕਾਰ ਬਾਤ ਕਰਨ ਤੋਂ ਭੱਜੇ, ਇਹਦਾ ਮਤਲਬ ਹਾਰੀ ਹੋਈ ਆ। ਜੇ ਉਹਦੇ ਪੱਲੇ ਸੱਚ ਹੋਵੇ, ਉਹ ਕਹੇ ਆਓ ਫਿਰ ਕਰਦੇ ਆਂ ਗੱਲ, ਆਓ ਫਿਰ ਕਰਦੇ ਆਂ ਗੱਲ, ਗੱਲਬਾਤ ਤੋਂ ਭੱਜੀ ਹੋਈ ਆ। ਉਹ ਚਾਹੁੰਦੀ ਆ ਵੀ ਅਸੀਂ ਗੱਲਬਾਤ ਉਦੋਂ ਕਰੀਏ ਜਦੋਂ ਸਾਡਾ ਹੱਥ ਉੱਤੇ ਹੋ ਜੇ। ਹੁਣ ਕਿਸਾਨ ਅੰਦੋਲਨ ਦਾ ਹੱਥ ਉੱਤੇ ਆ। ਸੋ ਇਹ ਨੇ ਜਿਹੜੀ ਇਹ ਖੇਡਾਂ ਦੀਆਂ ਚੱਲਦੀਆਂ ਨੇ, ਇਹ ਚੱਲਣਗੀਆਂ। ਤੇ ਕਿਸਾਨ ਅੰਦੋਲਨ ਵੀ ਹੁਣ ਜਿਹਨੂੰ ਆਪਾਂ ਕਹਿੰਦੇ ਦਮ ਟਿਕ ਗਿਆ ਕਿਸਾਨ ਅੰਦੋਲਨ ਦਾ, ਲੰਮਾ ਦਮ ਰੱਖ ਲਿਆ ਕਿਸਾਨ। ਇਹ ਕਹਿਣ ਲੱਗ ਗਏ ਵੀ ਠੀਕ ਆ 24 ਤੱਕ ਚੱਲੂ, 24 ਤੱਕ ਵੀ ਚੱਲਾਂਗੇ। ਸੋ ਇਸ ਕਰਕੇ ਮੁੱਦਿਆਂ ਤੋਂ ਨਹੀਂ ਭਟਕਿਆ। ਮੁੱਦੇ ਖਾਤਰ ਇੱਕ ਜਿਵੇਂ ਕਹਿੰਦੇ ਆ ਬਾਬਾ ਦਿੱਲੀ ਦੇ ਅੰਦਰ ਮਾਰਚ ਕਰਨਾ, ਟਕਰਾਅ ਪੈਂਦਾ ਸੀ, ਰਿੰਗ ਰੂਟ ਬਦਲਤਾ, ਅੰਦਰ ਮਾਰਚ ਸ਼ੁਰੂ ਕੀਤਾ। ਚਲੋ ਗੜਬੜ ਕੀ ਹੋਈ ਉਹ ਆਪਾਂ ਦੁਹਰਾਉਂਦੇ ਨਹੀਂ। ਸੋ ਇਸ ਕਰਕੇ ਕਿਸਾਨ ਅੰਦੋਲਨ ਜਿਹੜਾ ਉਹ ਇਸੇ ਗੱਲ ਤੇ ਖੜਾ ਵੀ ਇਦੋਂ ਬਿਨਾਂ ਰੱਦ ਕਰਾਉਣ ਤੋਂ ਬਿਨਾਂ, ਐਮਐਸਪੀ ਦੀ ਖਰੀਦ ਦੀ ਗਰੰਟੀ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਹੋਣਾ। ਮਾਲਿਕ ਸਾਹਿਬ ਤੁਸੀਂ ਕਿਹਾ ਕਿ ਅੰਦੋਲਨ ਲਗਭਗ ਜਿੱਤੇ ਪਏ ਆ, ਤਿੰਨੇ ਖੇਤੀ ਕਾਨੂੰਨ ਚਲੋ ਮੰਨ ਵੀ ਲੈਂਦੇ ਆ ਕਿ ਰੱਦ ਕਰ ਦੇਗੀ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਜਾਂ ਨਾ ਕਰੇਗੀ, ਭਵਿੱਖ ਦੇ ਗਰਭ ਵਿੱਚ ਹੈਗਾ। ਪਰ ਐਮਐਸਪੀ ਦਾ ਕੀ ਕਾਨੂੰਨੀਕਰਨ ਕਰੇਗੀ ਭਾਰਤ ਸਰਕਾਰ? ਦੇਖੋ ਇਹ ਬਹੁਤ ਵੱਡਾ ਮਸਲਾ, ਬਹੁਤ ਗੰਭੀਰ ਮਸਲਾ। ਮੈਂ ਦੇਖ ਲਓ ਛੋਟਾ ਮੂੰਹ ਵੱਡੀ ਗੱਲ ਆ, ਦੇਖੋ ਬਹੁਤ ਸਿਆਣੇ ਨੇ ਮੇਰੇ ਤੋਂ ਵੱਡੇ। ਮੈਨੂੰ ਇਹ ਲੱਗਦਾ ਸਭ ਤੋਂ ਵੱਡਾ ਹੀ ਪੰਗਾ ਇਹ ਆ ਐਮਐਸਪੀ ਵਾਲਾ, ਕਿਉਂਕਿ ਭਾਰਤ ਦੇ 21-22 ਕਲਾਈਮੇਟਿਕ ਜ਼ੋਨ ਨੇ, ਜਿੱਥੇ ਖੇਤੀ ਦੀ ਉਪਜਾਊ ਸਮਰੱਥਾ ਅੱਡੋ ਅੱਡਾ, ਪੌਣ ਪਾਣੀ ਅੱਡੋ ਅੱਡਾ, ਫਸਲਾਂ ਅੱਡੋ ਅੱਡ ਨੇ, ਰੇਹ ਤੇਲ ਸਪਰੇਆਂ ਅੱਡੋ ਅੱਡ ਨੇ, ਕਾਸਟ ਆਫ ਪ੍ਰੋਡਕਸ਼ਨ ਅੱਡੋ ਅੱਡਾ। ਜੇ ਪੰਜਾਬ ਵਾਲੇ ਕਹਿੰਦੇ ਨੇ ਵੀ 3000 ਰੁਪਇਆ ਕਣਕ ਤੇ ਝੋਨਾ ਕੁਇੰਟਲ ਸਾਡੀ ਕੀਮਤ ਆ, ਐਮਐਸਪੀ ਸਾਡਾ ਖੂਨ ਨਿਚੋੜ ਰਹੀ ਆ, ਖੁਦਕੁਸ਼ੀਆਂ ਦੀ ਖੇਤੀ ਆ, ਤਾਂ ਬਿਹਾਰ ਵਾਲੇ ਇਹ ਕਹਿੰਦੇ ਨੇ ਸਾਨੂੰ ਐਮਐਸਪੀ ਉਹ ਦੇ ਦਿਓ। ਝਾਰਖੰਡ ਵਾਲੇ ਜਿੱਥੇ 800 ਰੁਪਇਆ ਕੁਇੰਟਲ ਝੋਨਾ ਲਾ ਦੇਣਾ, ਤੁਸੀਂ ਮੁੜ ਕੇ ਵੱਢ ਲੈਣਾ, ਬਾਰਿਸ਼ ਇੰਨੀ ਪੈਂਦੀ ਆ ਹੈ ਜੀ, ਕਈ ਥਾਂ ਤੇ ਮਤਲਬ ਕੁਦਰਤੀ ਉਹਦੇ ਨਾਲ ਹੋ ਰਿਹਾ, ਕਿਤੇ ਕਣਕ ਦੀ ਕਾਸ। ਇਸ ਕਰਕੇ ਐਮਐਸਪੀ ਵੱਖ-ਵੱਖ ਕਰਨੀ ਪਊ, ਫਿਰ ਫੈਡਰਲ ਪਹੁੰਚ ਅਪਣਾਉਣੀ ਪਊ ਵੀ ਆਹ ਜ਼ੋਨ ਆ, ਇੱਥੇ ਆਹ ਚੀਜ਼ ਦੀ ਇੰਨੀ, ਆਹ ਚੀਜ਼ ਦੀ ਇੰਨੀ, ਆਹ ਇੰਨੀ, ਕੱਲੀ ਇੰਨੀ ਗੱਲ ਨਹੀਂ। ਫਿਰ ਖੇਤੀ ਦੀ ਡਾਈਵਰਸੀਫਿਕੇਸ਼ਨ ਕਰਨੀ ਪਊ। ਪੰਜਾਬ 'ਚ ਝੋਨੇ ਦਾ ਕੀ ਮਤਲਬ ਜੀ, ਜਿੱਥੇ ਦੀ ਝੋਨੇ ਫਸਲ ਆ ਉੱਥੇ ਲਾਇਆ ਜਾਵੇ ਜੀ। ਮਤਲਬ ਜਿੱਥੇ ਮੂੰਗੀ ਆ ਉੱਥੇ ਮੂੰਗੀ, ਜਿੱਥੇ ਮੂੰਗਫਲੀ ਆ ਉੱਥੇ ਮੂੰਗਫਲੀ, ਜਿੱਥੇ ਜਿਹੜੀਆਂ ਅੱਡ-ਅੱਡ ਫਸਲਾਂ ਨੇ, ਜਿਹਨੂੰ ਆਪਾਂ ਕੁਦਰਤੀ ਖੇਤੀ ਵਾਲੇ ਪਾਸੇ ਤੁਰਨਾ ਪਊ। ਫਿਰ ਉਹਦੀ ਪਲਾਨਿੰਗ ਕਰਨੀ ਪਊ ਤੁਹਾਨੂੰ ਵੀ ਕਿੱਥੋਂ ਕਿਹੜੀ ਚੀਜ਼ ਅਸੀਂ ਕਿੰਨੀ ਖਰੀਦਾਂਗੇ। ਫਿਰ ਹੁਣ ਵਾਂਗੂ ਤਾਂ ਹੋਣਾ ਨਹੀਂ ਵੀ ਪੰਜਾਬ ਤੇ ਹਰਿਆਣੇ ਤੋਂ ਕਣਕ ਆ ਜਿਹੜੀ ਦਾਣਾ ਖਰੀਦਾਂਗੇ, ਬਾਕੀ ਅਸੀਂ ਸਾਰੇ ਦੇਸ਼ 'ਚੋਂ ਨਹੀਂ ਖਰੀਦਾਂਗੇ। ਸੋ ਵੱਡੀ ਤਬਦੀਲੀ ਕਰਨੀ ਪੈਣੀ ਆ, ਜਿਹਦੇ ਵਿੱਚ ਸੈਂਟਰ ਲੈਵਲ ਤੇ ਪਲਾਨਿੰਗ ਹੋਊ, ਸੂਬੇ ਉਹਨਾਂ ਦਾ ਸਾਥ ਦੇਣਗੇ। ਆਪਦੇ ਤੌਰ ਤੇ ਸੂਬੇ ਨਹੀਂ ਕਰ ਸਕਦੇ। ਹੁਣ ਜਿਹੜੇ ਐਵੇਂ ਅਣਜਾਣ ਬੰਦੇ ਨੇ, ਪੰਜਾਬ ਦੇ ਦਿਓ ਜੀ ਐਮਐਸਪੀ, ਉਹ ਐਮਐਸਪੀ ਦੇ ਦੂ ਕਿੱਥੋਂ? ਜੀਐਸਟੀ ਰਾਹੀਂ ਟੈਕਸ ਲਾਉਣ ਦਾ ਵੀ ਹੱਕ ਖੋਲਿਆ, ਥੋਤੋਂ ਸਾਰੇ ਪੈਸੇ ਲਿਜਾਂਦੇ ਨੇ, ਫਿਰ ਆਪਣੀ ਮਰਜ਼ੀ ਨਾਲ ਦਿੰਦੇ ਨੇ। ਹਾਲਾਤ ਤਾਂ ਕੀ ਕੀਤੇ ਪਏ ਨੇ। ਸੋ ਇਸ ਕਰਕੇ ਜਿਵੇਂ ਸੈਂਟਰ ਨੇ ਅਰਬਾਂ ਰੁਪਇਆ ਹਰੇ ਇਨਕਲਾਬ ਨੂੰ ਲਿਆਉਣ ਖਾਤਰ ਖਰਚਿਆ ਸੀ, ਡਾਈਵਰਸੀਫਿਕੇਸ਼ਨ ਖਾਤਰ ਵੀ ਉਵੇਂ ਪੈਸੇ ਖਰਚਣੇ ਪੈਣਗੇ, ਉਵੇਂ ਕਿਸਾਨਾਂ ਦੀ ਬਾਂਹ ਫੜਨੀ ਪਊ, ਉਵੇਂ ਪਲੈਨਿੰਗ ਕਰਨੀ ਪਊ, ਵੱਡੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਕੱਲਾ ਇਹ ਨਹੀਂ ਵੀ ਕਾਨੂੰਨ ਬਣਾਤਾ, ਜੇ ਕਾਨੂੰਨ ਬਣਾਤਾ ਬਈ ਉਹ ਤਾਂ ਲਾਗੂ ਕਰਨਾ ਪਊ। ਉਹਦੇ ਵੱਡੇ ਪੰਗੇ, ਉਹਦੇ ਅਨੁਸਾਰ ਖੇਤੀ ਦੇ ਡਿਵੈਲਪਮੈਂਟ ਦਾ ਪੈਟਰਨ ਆ, ਜਿਹੜਾ ਵਿਕਾਸ ਦਾ ਪੈਟਰਨ ਆ, ਉਹਦੇ ਵਿੱਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ। ਇਸ ਪੱਖੋਂ ਬਹੁਤ ਵੱਡੀ ਹੋਣੀ ਚਾਹੀਦੀ ਆ। ਮੈਂ ਇਹਦੇ ਹੱਕ 'ਚ ਤੇ ਹੋ ਸਕਦੀ ਆ। ਜਿਹੜੇ ਕਹਿੰਦੇ ਹੋ ਸਕਦੀ ਆ, ਉਹ ਐ ਸੋਚਦੇ ਆ ਨਾ ਆਹੀ ਹਾਲਤ ਰਹੂ, ਇਸ ਹਾਲਤ 'ਚ ਕਾਨੂੰਨ ਲਾਗੂ ਕਿਵੇਂ ਹੋ? ਇਹ ਹਾਲਾਤ ਬਦਲਣੇ ਪੈਣਗੇ। ਉਹ ਹਾਲਾਤ ਬਦਲਣਗੇ, ਐਮਐਸਪੀ ਵਾਲਾ ਕਾਨੂੰਨ ਬਣ ਵੀ ਸਕਦਾ ਤੇ ਲਾਗੂ ਵੀ ਹੋ ਸਕਦਾ। ਸੋ ਮਾਲਿਕ ਸਾਹਿਬ ਜਾਂਦੇ ਵੀ ਸਾਨੂੰ ਦੱਸ ਦਿਓ, ਥੋੜਾ ਸਵਾਲ ਇਸ ਤੋਂ ਹਟ ਕੇ, ਕਿ ਗੁਰਦੁਆਰਾ ਚੋਣਾਂ ਕਾਫੀ ਡਿਲੇ ਹੋ ਰਹੀਆਂ ਨੇ, ਤੇ ਕੀ ਕਾਰਨ ਵੱਡਾ ਮੰਨਦੇ ਹੋ ਕਿ ਡਿਲੇ ਕਿਉਂ ਹੋ ਰਹੀਆਂ ਨੇ? ਕਿਉਂਕਿ ਕੇਂਦਰ ਦੇ ਵੱਲੋਂ ਜੇ ਹਰੀ ਝੰਡੀ ਹੋ ਵੀ ਗਈ ਹੈ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉੱਤੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ। ਇਹ ਨਾ ਜੀ ਜਿਹੜੀਆਂ ਗੁਰਦੁਆਰਾ ਚੋਣਾਂ ਨੇ, ਅਸੀਂ ਆਪ ਦੀ ਦਾੜੀ ਸੈਂਟਰ ਦੇ ਹੱਥ 'ਚ ਆਪ ਫੜਾਈ ਹੋਈ ਆ। ਜਿਹੜਾ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ, ਉਹਦੇ ਵਿੱਚ ਇਹ ਲਿਖਿਆ ਹੋਇਆ ਵੀ ਜਿਹੜੇ ਸਾਂਝੇ ਅਦਾਰੇ ਨੇ ਰਾਜ, ਉਹਨਾਂ ਬਾਰੇ ਵੱਖੋ ਵੱਖਰੇ ਕਾਨੂੰਨ ਬਣਾ ਸਕਦੇ ਆ। ਹਰਿਆਣੇ ਨੇ ਕਾਨੂੰਨ ਬਣਾਇਆ ਵੱਖਰਾ, ਉਹ ਕੋਰਟ 'ਚ ਚੈਲੰਜ ਆ, ਪਰ ਉਹ ਰੱਦ ਨਹੀਂ ਹੋਇਆ ਹਾਲੇ ਉਹ ਕਾਨੂੰਨ। ਇਸੇ ਤਰ੍ਹਾਂ ਪੰਜਾਬ ਵੀ ਪੰਜਾਬ ਦਾ ਕੀ ਆ ਜੀ, ਹਰਿਆਣੇ ਨੇ ਅੱਡ ਕਾਨੂੰਨ ਬਣਾ ਲਿਆ। ਪੰਜਾਬ ਕੋਲੇ 2 ਸੀਟਾਂ ਨੇ ਨਾ ਜੀ, ਇੱਕ ਹਿਮਾਚਲ ਦੀ ਸੀਟ ਆ, ਇੱਕ ਚੰਡੀਗੜ੍ਹ ਦੀ। ਪੰਜਾਬ ਆਪ ਦਾ ਨਵਾਂ ਕਾਨੂੰਨ ਬਣਾ ਸਕਦਾ SGPC ਦਾ। ਜਿਹੜੀ ਇਹਨਾਂ ਨੂੰ ਲੱਗਦੀ ਆ ਸਿੱਖਾਂ ਨੂੰ ਇਹ ਕਾਨੂੰਨ ਦੇ ਵਿੱਚ ਘਾਟਾਂ ਨੇ,
1925 ਵਾਲੇ ਐਕਟ 'ਚ, ਉਹ 'ਚ ਸੋਧਾਂ ਕੀਤੀਆਂ ਜਾ ਸਕਦੀਆਂ ਤੇ ਸਾਰਾ ਕੁਝ ਪੰਜਾਬ ਦੇ ਹੱਥ 'ਚ ਆ ਜੂ। ਪਰ ਇਹ ਆਉਣ ਨਹੀਂ ਦੇਣਾ ਚਾਹੁੰਦੇ। ਜਿੰਨਾ ਚਿਰ ਬਾਦਲ ਸਾਹਿਬ ਰਿਹਾ, ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਨ ਦਿੱਤਾ, ਕਿਉਂਕਿ ਉਹਦੇ ਵਿੱਚ ਇਹਨਾਂ ਦੀ ਜਿਹੜੀ ਪਗਾਊ ਹੈਸੀਅਤ ਆ ਪੰਜਾਬ ਦੀ, ਉਹ ਕੁਰਦੀ ਆ। ਅੱਡ ਅੱਡ ਸੂਬੇ ਫਿਰ ਫੈਡਰਲ ਸਿਸਟਮ ਨਾਲ ਬਰਾਬਰੀ ਤੇ ਹੋਣਗੇ ਨਾ ਜੀ। ਫੈਡਰਲਿਜ਼ਮ ਤੋਂ ਜਦੋਂ ਸਿੱਖੀ 'ਚ ਫੈਡਰਲਿਜ਼ਮ ਦੀ ਗੱਲ ਕਰਦੇ ਆ ਜਾਂ ਗੁਰਦੁਆਰਾ ਪ੍ਰਬੰਧ 'ਚ ਫੈਡਰਲਿਜ਼ਮ ਦੀ ਗੱਲ ਕਰਦੇ ਆ, ਤਾਂ ਫਿਰ ਐਂ ਚੱਲਦੇ ਨੇ ਜਿਵੇਂ ਕਾਂ ਤੋਂ ਤੀਰ ਚੱਲਦਾ ਹੁੰਦਾ। ਸੋ ਇਸ ਕਰਕੇ ਗੁਰਦੁਆਰਾ ਚੋਣਾਂ ਅਸੀਂ ਸੈਂਟਰ ਦੇ ਹੱਥ 'ਚ ਆਪਦੀ ਗਲਤੀ ਕਰਕੇ ਫੜਾਈਆਂ ਹੋਈਆਂ ਨੇ। ਇੱਥੇ ਸਿੰਘ ਸਭਾ ਗੁਰਦੁਆਰੇ ਇੱਕ ਸੈਮੀਨਾਰ ਹੋਇਆ ਸੀ, ਬੜੀ ਬਹਿਸ ਹੋਈ। ਮੈਂ ਇਹ ਗੱਲ ਰੱਖੀ, ਮਤਲਬ ਸਰਬਸੰਮਤੀ ਨਾਲ ਮੇਰਾ ਮਤਾ ਪਾਸ ਹੋ ਗਿਆ, ਪਰ ਉਦੋਂ ਬਾਅਦ ਜਿੰਨੇ ਸੈਮੀਨਾਰ ਕਰਾਉਣ ਵਾਲੇ ਸੀ ਚੁੱਪੇ ਵੱਟ ਕੇ ਇਸ ਮਸਲੇ 'ਚ ਸਾਹਮਣੇ ਨਹੀਂ ਆਉਣਾ ਚਾਹੁੰਦੇ। ਉਹ ਸੈਮੀਨਾਰ ਦੀ ਚੁੱਪ ਵਿੱਚੋਂ ਵਿੱਚ ਭੋਗ ਪਾਤਾ। ਪੰਜਾਬ ਦੇ ਵਿੱਚ ਗੁਰਦੁਆਰਾ ਚੋਣਾਂ ਹੁਣ ਨਹੀਂ ਹੋਣਗੀਆਂ, ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਣਗੀਆਂ, ਕਿਉਂਕਿ ਜਿਹੜੀ ਬੀਜੇਪੀ ਦੀ ਪਲਾਨਿੰਗ ਸੀ ਪੰਜਾਬ ਦੇ ਬਾਰੇ, ਇੱਕ ਨਵਾਂ ਅਕਾਲੀ ਦਲ ਖੜਾ ਕਰਨਾ, ਉਹ ਚੋਣਾਂ ਕਰਾਉਣਾ, ਉਹਦੇ ਵਿੱਚ ਢੀਂਡਸਾ ਤੇ ਉਹ ਪਲਾਨਿੰਗ ਗਈ ਉਖੜ। ਸੋ ਇਸ ਕਰਕੇ ਮੈਨੂੰ ਨਹੀਂ ਸੰਭਾਵਨਾ ਲੱਗਦੀ ਵੀ ਵਿਧਾਨ ਸਭਾ ਤੋਂ ਪਹਿਲਾਂ ਇਹਨਾਂ ਦੀਆਂ ਚੋਣਾਂ ਹੋਣਗੀਆਂ, ਇਹ ਬਾਅਦ 'ਚ ਹੋਣਗੀਆਂ। ਪਰ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ ਸਰਕਾਰ ਦੇ ਉੱਤੇ ਕਿ ਉਹਨਾਂ ਦੇ ਅਧਿਕਾਰੀ ਨੂੰ ਦਫ਼ਤਰ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਡਿਲੇ ਵੀ ਹੋ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਕਿ ਕਾਂਗਰਸ ਕਰਾਉਣਾ ਚਾਹੁੰਦੀ ਹੈ ਇਹ ਚੋਣਾਂ ਕਿ ਨਹੀਂ ਕਰਾਉਣਾ ਚਾਹੁੰਦੀ ਪੰਜਾਬ ਦੀ? ਨਹੀਂ, ਹੁਣ ਤਾਂ ਕਾਂਗਰਸ ਵੀ ਨਹੀਂ ਚਾਹੁੰਦੀ ਜੀ, ਤੁਸੀਂ ਬਿਲਕੁਲ ਨਹੀਂ ਹੁਣ ਚਾਹੁੰਦੀ। ਹੁਣ ਕਾਰਨ ਕੀ ਹੋ ਸਕਦਾ, ਕਿਉਂ ਨਹੀਂ ਕਰਾਉਣਾ ਚਾਹੁੰਦੀ? ਕਾਰਨ ਇਹ ਵੀ ਉਹ ਸਿੱਖ ਸੈਂਟੀਮੈਂਟ ਉੱਭਰੂ, ਉਹਦੇ ਨਾਲ ਸਿੱਖਾਂ ਦੀ ਗੋਲਬੰਦੀ ਹੋਊ, ਸਿੱਖਾਂ ਦੇ ਇਸ਼ੂ ਉੱਭਰਨਗੇ, ਉਹਦੇ ਵਿੱਚ ਉਹ ਸਾਰੇ ਮਸਲੇ ਉੱਭਰਨਗੇ ਵੀ ਹੁਕਮਨਾਮੇ ਕਿਵੇਂ ਜਾਰੀ ਹੋਏ, ਵਾਪਸ ਕਿਵੇਂ ਕਰਾਏ। ਬਾਦਲਾਂ ਦੇ ਖਿਲਾਫ ਵੀ ਉੱਭਰਨਗੇ, ਪਰ ਬਾਦਲਾਂ ਦੇ ਖਿਲਾਫ ਹਾਲੇ ਕੋਈ ਇਹੋ ਜਿਹੀ ਧਿਰ ਨਹੀਂ ਜਿਹੜੀ ਉਹਨਾਂ ਨੂੰ ਡਿਫੀਟ ਦੇ ਸਕੇ, ਜਿਹੜੀ ਉਹਨਾਂ ਦੇ ਮੁਕਾਬਲੇ ਬਦਲਵਾਂ ਪ੍ਰੋਗਰਾਮ ਲਿਆ ਸਕੇ। ਠੀਕ ਆ, ਢੀਂਡਸਾ ਸਾਹਿਬ ਨੇ ਇੱਕ ਗੱਲ ਚੰਗੀ ਕਹੀ ਆ ਵੀ ਇਹਦੀਆਂ ਚੋਣਾਂ ਤੇ ਸਿਆਸੀ ਚੋਣਾਂ ਵੱਖ ਕਰਾਂਗੇ, ਇਹਦੇ ਵਿੱਚ ਜਿਹੜੇ ਚੋਣ ਲੜਨਗੇ ਉਹ ਮੁੜ ਕੇ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਚੋਣ ਨਹੀਂ ਲੜ ਸਕਣਗੇ। ਪਰ ਕੱਲੀ ਇੰਨੀ ਗੱਲ ਨਹੀਂ, ਧਾਰਮਿਕ ਸੰਸਥਾਵਾਂ ਤੇ ਜਿਹੜੇ ਸਿਆਸੀ ਜਕੜ ਪੰਜਾ, ਉਹਨੂੰ ਤੋੜਨ ਦੀ ਜਦੋਂ ਤੱਕ ਪਲਾਨਿੰਗ ਨਹੀਂ ਤੁਸੀਂ ਲੈ ਕੇ ਆਉਂਦੇ, ਉਹ ABC ਕੋਈ ਵੀ ਹੋਵੇ, ਜੇ ਤੁਸੀਂ ਇਹ ਕਹੋਗੇ ਵੀ ਇਹਦੀ ਥਾਂ ਰੋਡੇ ਦੀ ਪਾਰਟੀ ਆ ਜੇ, ਇਹਦੀ ਥਾਂ ਮਤਲਬ ਢੀਂਡਸੇ ਦੀ ਪਾਰਟੀ ਆ ਜੇ, ਉਹਦੇ ਨਾਲ ਗੁਰਦੁਆਰਾ ਸੁਧਾਰ ਨਹੀਂ ਹੋਣੇ। ਜਿਵੇਂ ਪੰਜਾਬ 'ਚ ਬਦਲਵੀਂ ਸਿਆਸਤ ਦੀ ਲੋੜ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਇੱਕ ਬਦਲਵੇਂ ਪ੍ਰਬੰਧ ਦੀ ਲੋੜ ਆ, ਬਦਲਵੀਆਂ ਨੀਤੀਆਂ ਦੀ ਲੋੜ ਆ, ਜਿਹੜੇ ਲਿਆ ਸਕਦੇ ਆ, ਲਿਆਉਣੇ ਚਾਹੀਦੇ ਆ। ਇਸ ਕਰਕੇ ਉਹ ਇਸ਼ੂ ਜੇ ਉੱਭਰੂਗਾ ਤਾਂ ਜਿਵੇਂ ਹੁਣ ਪੰਜਾਬ ਦੀ ਹਾਲਤ ਬਣੀ ਹੋਈ ਆ, ਕਿਸਾਨ ਅੰਦੋਲਨ ਕਰਕੇ ਖਿੰਡੇ ਹੋਏ ਨੇ, ਅਕਾਲੀ ਖਿੰਡੇ ਹੋਏ ਨੇ, ਉਹ ਇੱਕ ਹਿਸਾਬ ਨਾਲ ਉਹ 'ਚ ਫਿਰ ਇੱਕ ਅਕਾਲੀ ਧੁਰਾ ਇਕੱਠਾ ਹੋ ਜੂ, ਕੋਈ ਵੀ ਹੋ ਜੇ, ਚਾਹੇ ਮੰਨ ਲਓ ਢੀਂਡਸੇ ਹੀ ਹੋ ਜੇ, ਚਾਹੇ ਮਤਲਬ ਬਾਦਲੇ ਹੋ ਜੇ, ਜਾਂ ਕੋਈ ਮਤਲਬ ਆਪਾਂ ਕਹਿ ਦਈਏ ਪ੍ਰਚਾਰਕਾਂ ਦਾ ਗਰੁੱਪ ਹੋ ਜੇ, ਇੱਕ ਧਿਰ ਸਿੱਖ ਧਿਰ ਵਜੋਂ ਡੋਮੀਨੇਟ ਕਰ ਜੂ, ਉਹ ਫੈਸਲਾ ਕੌਣ ਹੋ ਜੂ ਫਿਰ ਸਿਆਸਤ 'ਚ। ਤੇ ਨਾ ਹੁਣ ਸੈਂਟਰ ਇਹ ਕਰਨਾ ਚਾਹੁੰਦਾ ਤੇ ਨਾ ਇਹ ਅਮਰਿੰਦਰ ਚਾਹੁੰਦਾ, ਮੇਰੀ ਅਸੈਸਮੈਂਟ ਆ। ਬਾਕੀ ਸਿਆਸਤ ਬਦਲ ਜਾਂਦੀਆਂ ਨੇ ਜੀ, ਕਈ ਵਾਰ ਗਿਣਤੀਆਂ ਬਦਲ ਜਾਂਦੀਆਂ ਨੇ। ਸੋ ਮੌਲਵੀ ਸਾਹਿਬ, ਅਖੀਰ ਦੇ ਕੋਈ ਦਿਲ ਦੀ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ? ਦਿਲ ਦੀ ਗੱਲ ਕੀ ਆ ਜੀ, ਮੈਂ ਤਾਂ ਕਹਿੰਦਾ ਵਿਚਾਰ ਨਾਲ ਜੁੜੋ। ਬਾਬੇ ਨਾਨਕ ਦਾ ਫਲਸਫਾ ਉੱਭਰਿਆ, ਜਾਣੀ ਜਿਹੜੀ ਸਿੱਖੀ ਫਲਸਫੇ ਤੇ ਕਮਿਊਨਿਸਟ ਫਲਸਫੇ ਉੱਤੇ ਬ੍ਰਾਹਮਣਵਾਦੀ ਗਰਦ ਜੰਮੀ ਹੋਈ ਸੀ, ਇਹ ਅੰਦੋਲਨ ਨੇ ਦੋਹੇ ਪਾਸਿਓਂ ਝਾੜਤੀ। ਲਾਲ ਇਨਕਲਾਬ ਵਾਲੇ ਦੇ ਪਾਸਿਓਂ ਵੀ ਝਾੜਤੀ, ਖਾਲਿਸਤਾਨ ਵਾਲੇ ਪਾਸਿਓਂ ਵੀ ਝਾੜਤੀ, ਸਿੱਖਾਂ ਅੰਦਰੋਂ ਵੀ ਝਾੜਤੀ। ਲੋਕਾਂ ਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਸਮਝਣ ਵਾਲੇ ਪਾਸੇ ਤੁਰਨਾ ਚਾਹੀਦਾ, ਵਿਚਾਰ ਦੇ ਲੜ ਲੱਗਣਾ ਚਾਹੀਦਾ। ਦੁਨੀਆ ਅੱਜ ਆਸ਼ਿਸ਼ ਕਰ ਰਹੀ ਹੈ ਇਹ ਮੌਕਾ, ਜਦੋਂ ਅਸੀਂ ਕਹਿੰਦੇ ਜੀ ਸਿੱਖ ਫਲਸਫਾ ਦੁਨੀਆ ਨੂੰ ਸੇਧ ਦੇਣ ਵਾਲਾ ਫਲਸਫਾ, ਉਹ ਤਾਤੇ ਦੇ ਉੱਭਰ ਰਹੇ ਨੇ, ਉਹਨਾਂ ਨੂੰ ਬੁਲੰਦ ਕਰਨਾ ਚਾਹੀਦਾ। ਜੋ ਸਰਬੱਤ ਦੇ ਭਲੇ ਚੱਪਦਾ ਭਲਾ ਦੇਖਣ ਦੀ ਗੱਲ ਆ, ਜਾਂ ਜਿਹੜਾ ਆਪਾਂ ਕਹਿੰਦੇ ਵੀ ਮਤਲਬ ਨਾ ਕੋਈ ਵੈਰੀ ਨਹੀਂ ਬਗਾਨਾ, ਹਾਂਜੀ ਏਕ ਨੂਰ ਤੇ ਸਭ ਜਗ ਉਪਜਿਆ, ਜਾਂ ਅਸੀਂ ਕਹਿੰਦੇ ਜਬ ਤੱਕ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ, ਰੋਸ ਨਾ ਕੀਜੇ ਉੱਤਰ ਦੀਜੇ, ਗੁਰਮੁਖ ਬੈਠੇ ਸਫਾ ਵਸਾਏ, ਦੁਬਦਾ ਦੂਰ ਕਰੋ ਲਿਵ ਲਾਏ। ਇਸ ਸੰਵਾਦ ਵਾਲੇ ਪਾਸੇ ਤੁਰਨਾ ਚਾਹੀਦਾ। ਉਹ 'ਚ ਸਾਡੇ ਦਿਮਾਗ ਆ ਜਿਹੜੇ, ਉਹ ਜਿਹੜੀਆਂ ਧੂੜਾਂ ਜੰਮੀਆਂ ਹੋਈਆਂ ਨੇ ਉਹ ਤੋਂ ਮੁਕਤ ਹੋਣਗੇ। ਸਾਡਾ ਮੂਲ ਆ ਜਿਹੜਾ ਉਹ ਸਾਹਮਣੇ ਆਊ, ਉਹ ਜਿਹੜਾ ਮੂਲ ਆ ਉਹ ਕਿਸੇ ਦਾ ਵਿਰੋਧੀ ਨਹੀਂ, ਉਹ ਮਾਨਵਤਾ ਪੱਖੀ ਆ। ਉਹ ਨਾ ਕਮਿਊਨਿਸਟਾਂ ਦਾ ਵਿਰੋਧੀ ਆ, ਨਾ ਹਿੰਦੂਆਂ ਦਾ ਵਿਰੋਧੀ ਆ, ਨਾ ਮੁਸਲਮਾਨਾਂ ਦਾ ਵਿਰੋਧੀ ਆ। ਸੋ ਉਹ ਮੂਲ ਨਾਲ ਜਿੰਨਾ ਅਸੀਂ ਜੁੜਾਂਗੇ ਸਿੱਖੀ ਸਪਿਰਿਟ, ਉਨੇ ਅਸੀਂ ਤਾਕਤਵਰ ਹੋਵਾਂਗੇ। ਅੱਜ ਤੱਕ ਸਿੱਖ ਬਹੁ ਗਿਣਤੀ ਆਸਰੇ ਕਦੇ ਨਹੀਂ ਕਾਮਯਾਬ ਹੋਏ। ਕੈਨੇਡਾ ਦੇ ਵਿੱਚ ਜੇ 20 MP ਬਣਦੇ ਨੇ, 5 ਮੰਤਰੀ ਬਣਦੇ ਨੇ, 1.3% ਆ। ਸਿੱਖ ਆਪਦੇ ਫਲਸਫੇ ਨਾਲ, ਵਿਚਾਰ ਨਾਲ, ਨਾਨਕ ਨਾਮ ਲੈਵਾ ਕਹਿ ਲਓ, ਤੁਸੀਂ ਸਿੱਖ ਦੀ ਗੱਲ ਕਹਿ ਲਓ, ਇਹਦੇ ਵਿੱਚ ਕਈ ਕੈਟਾਗਰੀਆਂ ਨੇ। ਅਸੀਂ ਆਪਦੇ ਵਿਚਾਰ ਵਿਹਾਰ ਤੇ ਕਿਰਦਾਰ ਨਾਲ ਲੋਕਾਂ ਨੇ ਸਾਨੂੰ ਕਿਹਾ ਯਾਰ ਸਾਡੀ ਕਿਸਮਤ ਦੀ ਡੋਰ ਤੇਰੇ ਹੱਥ। ਜਿੰਨਾ ਅਸੀਂ ਉਹਨਾਂ ਦੇ ਨਾਲ ਜੁੜ ਜਾਾਂਗੇ। ਜੇ ਅੱਜ ਸਾਰਾ ਭਾਰਤ ਕਹਿ ਰਿਹਾ ਪੰਜਾਬ ਸਾਡੀ ਅਗਵਾਈ ਕਰ ਰਿਹਾ, ਸਿੱਖੇ ਅਗਵਾਈ ਕਰ ਰਿਹਾ, ਬਾਹਰੋਂ ਜਿਹੜੇ ਸੱਦਾ ਦਿੰਦੇ ਨੇ, ਹੈਰਾਨੀ ਦੀ ਗੱਲ ਦਿੰਦਾ, ਉਹ ਜਦੋਂ ਕਿਸਾਨਾਂ ਨੂੰ ਕਹਿੰਦੇ ਨੇ ਜਨਾਬ ਇੱਕ ਪਗੜੀ ਵਾਲਾ ਜ਼ਰੂਰ ਆਗੂ ਕਰਨਾ ਚਾਹੀਏ। ਮੈਨੂੰ ਮੋਰਚੇ ਦੀਆਂ ਗੱਲਾਂ ਦਾ ਪਤਾ ਨਾ, ਦੇਖੋ ਅੱਡ ਅੱਡ ਮੋਰਚੇ ਦੇ ਆਗੂ ਨੇ, ਤਾਮਿਲਨਾਡੂ ਵਾਲੇ, ਹੋਰ ਵਾਲੇ,
एक पगड़ी वाला सरदार जरूर आना चाहिए, आप तो आना ही आना है। सो इस करके ਜਿਹੜੀ ਸ਼ਾਨ ਬੁਲੰਦ ਹੋਈ ਹੈ, ਠੀਕ ਆ 26 ਜਨਵਰੀ ਨਾਲ ਧੱਕਾ ਜਿਹਾ ਮਾਰਿਆ ਇਹਨਾਂ ਨੂੰ, ਪਰ ਇਹ ਸੰਭਲ ਗਿਆ। ਸੋ ਇਹ ਸ਼ਾਨ ਬੁਲੰਦ ਕਰਨ ਵਾਲੇ ਪਾਸੇ ਸਾਨੂੰ ਤੁਰਨਾ ਚਾਹੀਦਾ, ਮੈਂ ਤਾਂ ਇਹੀ ਚਾਹੁੰਦਾ ਜੀ। ਸ਼ੁਕਰੀਆ ਮਾਲੀ ਸਾਹਿਬ ਗੱਲਬਾਤ ਕਰਨ ਲਈ ਤੁਹਾਡਾ। ਸੋ ਇਹ ਸਨ ਮਾਲਵਿੰਦਰ ਸਿੰਘ ਮਾਲੀ ਜੀ, ਤੇ ਕਾਫੀ ਹੱਦ ਤੱਕ ਇਹਨਾਂ ਨੇ ਤਸਵੀਰ ਸਾਫ਼ ਕਰ ਦਿੱਤੀ ਹੈ ਕਿਸਾਨ ਅੰਦੋਲਨ ਦੀ ਵੀ, ਤੇ ਕਿਸਾਨ ਅੰਦੋਲਨ ਦਾ ਜਿਹੜਾ ਸਿਆਸਤ ਦੇ ਉੱਤੇ ਅਸਰ ਪੈਣਾ ਉਸ ਦੀ ਵੀ। ਖਾਸ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕਿਸਾਨ ਜਥੇਬੰਦੀਆਂ ਇਹ ਆਉਣ ਵਾਲੀਆਂ ਚੋਣਾਂ ਲਈ ਇੱਕ ਸਿਆਸੀ ਪਾਰਟੀਆਂ ਦੇ ਲਈ ਅੱਗੇ ਇੱਕ ਪ੍ਰੋਗਰਾਮ ਰੱਖ ਸਕਦੀਆਂ ਨੇ, ਜੋ ਸਾਂਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ, ਤਾਂ ਜੋ ਜਵਾਬ ਤਲਬੀ ਹੋ ਸਕੇ ਸਿਆਸੀ ਪਾਰਟੀਆਂ ਦੀ ਵੀ। ਤੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਅੰਦੋਲਨ ਹੈਗਾ, ਜਿਸ ਨੂੰ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਤਾਕਤ ਦੇ ਜ਼ੋਰ ਦੇ ਉੱਤੇ ਤੋੜਿਆ ਜਾ ਸਕਦਾ ਹੈ, ਪਰ ਇਹ ਨਹੀਂ ਟੁੱਟਿਆ, ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਲੰਘ ਕੇ ਅੱਜ ਇਹ ਅੰਦੋਲਨ ਪੂਰੀ ਮਜ਼ਬੂਤੀ ਦੇ ਨਾਲ ਖੜਾ ਹੋਇਆ। ਅੰਦੋਲਨ ਲਗਭਗ ਜਿੱਤਿਆ ਹੋਇਆ, ਬਸ ਇਹਦਾ ਰਸਮੀ ਐਲਾਨ ਜਿਹੜਾ ਹੈਗਾ ਉਹ ਹੋਣਾ ਬਾਕੀ ਹੈਗਾ। ਪਰ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕਿਸ ਪਾਸੇ ਜਾਂਦਾ ਹੈ, ਤੇ ਪੰਜਾਬ ਦੀ ਸਿਆਸਤ ਉੱਤੇ ਇਸ ਦਾ ਕੀ ਅਸਰ ਪੈਂਦਾ ਹੈ, ਤੇ ਜਿਹੜੇ 5 ਸੂਬੇ ਦੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਉੱਤੇ ਇਸ ਦਾ ਕੀ ਅਸਰ ਨਜ਼ਰ ਆਉਂਦਾ ਹੈ। ਕੈਮਰਾਮੈਨ ਵੇਦਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ।